हम अवगुण परे एक गुण नाही। अमृत छाड़ बिखै बिख खाय। हम अवगुण परे एक गुण नाही। अमृत छाड़ बिखै बिख खाय। माया मोह परम पै फूले। सुत दारा स्यों प्रीत लगाई। इक उत्तम पंथ सुनियो गुर संगत। तहि मिलंत जम त्रास मिटाई। इक अरदास पाठ कीरत की। घोर रामदास राखो शरणाई। दंडौत बंदन अनेक बार। सर्व कला समरथ। डोलन ते राखो प्रभु। नानक दे कर हथ। डोलन ते राखो प्रभु। नानक दे कर हथ। परम सन्मान योग जुगो जुग अटल। साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर शोभायमान गुरु सवारे सतसंगी जनों। सतगुरां दे अमृत बचन आशा की वार दा कीर्तन आप जी श्रवण कर रहे सी। सतगुरु दी बख्शिश द्वारा आशा की वार दी ही 12वीं पौड़ी दे नाल जो अमृत शलोक पहला शलोक है, इस दी विचार गुरु कृपा दे नाल आपां आरंभ कीती है। अमृत शलोक दियां ये पवित्र तुकां दुख दारू सुख रोग पया जां सुख ताम ना होई। इस दी विचार आपां प्रारंभ कीती है। आप जितने गुरु चरना अंदर उपस्थित हो, शोभायमान हो, आओ इस अमृत शलोक दी विचार विस्तार सहित अज दे इस दीवान विच आपां कर सकीए। विचार दी आरंभता तो पहला कोई रसना विरवी वांझी ना रहे। प्यार अदब नाल आशीष बख्शो
और उच्चारण करो जी सतनाम श्री वाखे गुरु जी। करो बख्शिश, फिर उच्चारण करो जी सतनाम श्री वाखे गुरु जी। सतगुरु गुरु नानक साहेब महाराज जी दे ਅੰਮ੍ਰਿਤ ਬੋਲ ਕਿ ਜਦੋਂ ਇਨਸਾਨ ਸੰਸਾਰਿਕ ਸੁੱਖਾਂ ਦੀ ਪ੍ਰਾਪਤੀ ਕਰਦਾ ਹੈ, ਉਦੋਂ ਇਸ ਦੇ ਅੰਦਰੋਂ ਸੁਖ ਸਵਰੂਪ ਪਰਮੇਸ਼ਵਰ ਨਾਲ ਜੁੜਨ ਦੀ ਥਾਂ ਕੇਵਲ ਸੰਸਾਰਿਕ ਸੁੱਖਾਂ ਵਿੱਚ ਪ੍ਰਵਿਰਤ ਹੋ ਜਾਣਾ, ਦਿਨ ਰਾਤ ਇੰਦਰਿਆਵੀ ਦੁਨਿਆਵੀ ਸੰਸਾਰਿਕ ਭੋਗ ਵਾਸ਼ਨਾਵਾਂ ਦੇ ਵਿੱਚ ਲੁਪਤ ਰਹਿਣਾ, ਇਹ ਸੁੱਖ ਫਿਰ ਇਨਸਾਨ ਦੀ ਜ਼ਿੰਦਗੀ ਵਾਸਤੇ ਇੱਕ ਬੜੇ ਵੱਡੇ ਦੁੱਖ ਨੂੰ, ਇੱਕ ਰੋਗ ਨੂੰ ਜਨਮ ਦਿੰਦਾ ਹੈ। ਜਦੋਂ ਇਨਸਾਨ ਉਸ ਰੋਗ, ਉਸ ਦੁੱਖ ਨਾਲ ਪੀੜਿਤ ਹੁੰਦਾ ਹੈ, ਤੇ ਫਿਰ ਇਹਦੀ ਸੁਰਤ, ਇਹਦਾ ਧਿਆਨ ਉਸ ਪਾਰ ਬ੍ਰਹਮ ਪਰਮੇਸ਼ਵਰ ਵੱਲ ਜਾਂਦਾ ਹੈ, ਜਿਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਇਹਨੂੰ ਸਦੀਵ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਜਦੋਂ ਕਿਸੇ ਨੂੰ ਆਤਮਿਕ ਸੁੱਖ, ਸਦੀਵ ਸੁੱਖ ਮਿਲ ਜਾਏ, ਸੱਚ ਇਹ ਵੇ ਉਸ ਸੁੱਖ ਵੀ ਜੁੜਿਆ, ਫਿਰ ਇਸ ਨੂੰ ਕੋਈ ਰੋਗ, ਕੋਈ ਦੁੱਖ ਅੰਦਰ ਨੂੰ ਪੋਹ ਨਹੀਂ ਸਕਦਾ। ਕੱਲ ਹਜ਼ੂਰ ਦੇ ਇਹ ਅੰਮ੍ਰਿਤ ਬਚਨ ਦੁੱਖ ਦਾਰੂ, ਵਾਹਿਗੁਰੂ ਮਹਾਰਾਜ ਕਹਿੰਦੇ ਨੇ ਕਿ ਦੁੱਖ ਜਿਹੜਾ ਹੈ ਉਹ ਦਵਾਈ, ਔਸ਼ਧੀ ਬਣ ਜਾਂਦਾ ਹੈ, ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਸੁੱਖ ਰੋਗ ਭਇਆ, ਸੰਸਾਰਿਕ ਸੁੱਖ ਜਿਹੜਾ ਉਹ ਬਿਮਾਰੀ, ਰੋਗ ਬਣ ਗਿਆ, ਦੁੱਖ ਦਵਾਈ ਬਣ ਗਿਆ। ਜਾਂ ਸੁੱਖ ਜਦੋਂ ਕਿਸੇ ਦੇ ਅੰਦਰ ਆਤਮਿਕ ਸੁੱਖ ਆ ਜਾਏ, ਤਾਮ ਨਾ ਹੋਈ, ਤਦੋਂ ਉਸ ਇਨਸਾਨ ਦੇ ਅੰਦਰ ਕੋਈ ਸੰਸਾਰਿਕ ਦੁੱਖ ਉਹਨੂੰ ਪੋਹ ਨਹੀਂ ਸਕਦਾ। ਰਾਤ ਵੀ ਇੱਕ ਅਰਜ਼ ਕੀਤੀ ਸੀ, ਉਸ ਲੜੀ ਨੂੰ ਆਪਾਂ ਅੱਗੇ ਤੋਰ ਸਕੀਏ ਕਿ ਇਨਸਾਨ ਦੁਨਿਆਵੀ ਸੁੱਖਾਂ ਵਿੱਚ ਜਦੋਂ ਪ੍ਰਵਿਰਤ ਹੁੰਦਾ ਹੈ, ਐਸ਼ੋ ਆਰਾਮ ਵਿੱਚ, ਤਿਉਂ ਇਹਦਾ ਆਤਮਿਕ ਬਲ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਇਹ ਬਿਲਕੁਲ ਸਪਸ਼ਟ ਹੈ। ਇਨਸਾਨ ਦੇ ਅੰਦਰ ਦੀ ਇਕਾਗਰਤਾ ਜਦੋਂ ਖਿੰਡ ਜਾਏ, ਇਹਦੇ ਅੰਦਰ ਦਾ ਨਾਮ ਰਸ ਵਾਲੀ ਉਹ ਅਵਸਥਾ ਖਿੰਡਣ ਲੱਗ ਪਵੇ, ਇਹਦੇ ਅੰਦਰ ਦੀ ਜਿਹੜੀ ਆਤਮਿਕ ਸ਼ਕਤੀ ਉਹ ਖੀਣ ਹੋਣ ਲੱਗ ਪਵੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਸੇ ਇਨਸਾਨ ਨੂੰ ਪੁੱਛਣ ਦੀ ਥਾਂ ਉਹ ਆਪਣੀ ਗਿਰਵਾਨ ਵਿੱਚ ਝਾਤੀ ਮਾਰ ਕੇ ਦੇਖੇ। ਜਿਤਨਾ ਇਨਸਾਨ ਬਾਹਰ ਮੁਖੀ ਵਾਸ਼ਨਾਵਾਂ ਵਿੱਚ ਪ੍ਰਵਿਰਤ ਹੋਵੇਗਾ, ਸੱਚ ਇਹ ਵੇ ਕਿ ਉਹਨਾਂ ਅੰਦਰੋਂ ਅੰਤਰ ਆਤਮੇ ਤੋਂ ਇਨਸਾਨ ਨਿਰਬਲ ਹੋ ਜਾਏਗਾ। ਸਤਿਗੁਰੂ ਨੇ ਅੰਮ੍ਰਿਤ ਬਾਣੀ 'ਚ ਇਹ ਬਖਸ਼ਿਸ਼ ਵੀ ਕੀਤੀ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਦੇਖੋ ਇਸ ਤੁਕ ਵਿੱਚ ਹੀ ਸਭ ਕੁਝ ਆ ਜਾਂਦਾ ਹੈ। ਇੰਦਰੀ ਸਬਲ, ਸਬਲ ਦਾ ਅਰਥ ਹੈ ਬਲ ਸਹਿਤ, ਬਲ ਸੰਯੁਕਤ। ਜਦੋਂ ਇਨਸਾਨ ਦੀਆਂ ਇੰਦਰੀਆਂ ਸੰਸਾਰ ਦੀਆਂ ਵਾਸ਼ਨਾ ਵਿੱਚ ਪ੍ਰਵਿਰਤ ਹੋਣ, ਉਸ ਪਾਸੇ ਦੀ એનર્ਜੀ ਵੇਸਟ ਹੋਣ ਲੱਗ ਪਵੇ, ਉਧਰ ਪ੍ਰਵਿਰਤ ਹੋ ਜਾਏ। ਨਿਬਲ ਵਿਵੇਕ ਬੁੱਧ, ਨਿਬਲ ਦਾ ਅਰਥ ਹੈ ਖੀਣ ਹੋ ਜਾਣਾ, ਕਮਜ਼ੋਰ ਪੈ ਜਾਣਾ, ਬਲ ਤੋਂ ਰਹਿਤ। ਕਹਿੰਦੇ ਨੇ ਇਨਸਾਨ ਦੀ ਚੰਗੀ ਬੁੱਧੀ, ਵਿਵੇਕ ਬੁੱਧੀ ਉਹ ਨਿਬਲ ਹੋ ਜਾਂਦੀ ਹੈ, ਪਰਮਾਰਥ ਪ੍ਰਵੇਸ਼ ਨਹੀਂ। ਜਿਸ ਇਨਸਾਨ ਦਾ ਅੰਦਰ ਦੀ એનર્ਜੀ ਬਾਹਰ ਮੁਖੀ ਖਿੰਡਣ ਲੱਗ ਪਵੇ, ਉਹ ਬੰਦਾ ਪਦਾਰਥ ਵਿੱਚ ਤਾਂ ਪ੍ਰਵੇਸ਼ ਕਰ ਸਕਦਾ ਹੈ, ਪਰ ਪਰਮਾਰਥ ਵਿੱਚ ਉਹਦਾ ਪ੍ਰਵੇਸ਼ ਨਹੀਂ ਹੋ ਸਕਦਾ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਦੂਸਰੀ ਇੱਕ ਹੋਰ ਬੇਨਤੀ ਕਰਦੇ ਹਾਂ, ਜਦੋਂ ਇਨਸਾਨ ਬਾਹਰ ਮੁਖੀ ਤੁਰਦਾ ਹੈ, ਇਹ ਤਾਂ ਵਾਹਿਗੁਰੂ ਜੀ ਦੀ ਦਾਤ ਹੈ
ਕਿ ਇਨਸਾਨ ਦੇ ਅੰਦਰ ਚੇਟਕ ਵਾਹਿਗੁਰੂ ਜੀ ਦੇ ਪਿਆਰ ਮੁਹੱਬਤ ਦੀ ਨਾਮ ਦੀ ਲੱਗ ਜਾਏ ਤੇ ਲੱਗਣ ਤੋਂ ਬਾਅਦ ਉਹ ਨਿਭ ਜਾਏ, ਨਹੀਂ ਤੇ ਸੰਸਾਰ ਤਿਲਕਣਬਾਜ਼ੀ ਹੈ। ਕਈ ਵਾਰੀ ਇਨਸਾਨ ਸਹੀ ਰਸਤੇ ਤੇ ਚੱਲਦਾ ਚੱਲਦਾ ਵੀ ਕਈ ਵਾਰੀ ਭਟਕ ਜਾਂਦਾ ਹੈ, ਕਈ ਵਾਰੀ ਖਿੰਡ ਜਾਂਦਾ ਹੈ, ਤੇ ਫਿਰ ਜਦੋਂ ਅੰਦਰ ਇਹਨੂੰ ਟੋਟਾ ਪੈਂਦਾ ਤੇ ਕਲਪਦਾ ਹੈ। ਅੰਦਰ ਦੇ ਟੋਟੇ ਨੂੰ ਦੂਰ ਕਰਨ ਦੇ ਲਈ ਫਿਰ ਬਾਹਰ ਮੁਖੀ ਇੰਦਰਿਆਵੀ ਸੁੱਖਾਂ ਦੀ ਭਾਲ ਵੀ ਚੱਲਦਾ ਹੈ। ਟੋਟਾ ਅੰਦਰ ਪੈਂਦਾ ਹੈ, ਅੰਦਰ ਨੂੰ ਉਹ ਸ਼ਕਤੀ ਉਹ એનર્ਜੀ ਨਾਮ ਮਿਲ ਨਹੀਂ ਰਿਹਾ, ਬੰਦਾ ਅੰਦਰੋਂ ਫਿਰ ਭਟਕਦਾ ਹੈ। ਅੰਦਰ ਦੇ ਟੋਟੇ ਨੂੰ ਸੰਸਾਰ ਦੇ ਨਸ਼ਾ, ਸੰਸਾਰ ਦੀਆਂ ਵਾਸ਼ਨਾਵਾਂ, ਇਹਦੇ ਵਿੱਚ ਆਪਣੇ ਆਪ ਨੂੰ ਲੁਪਤ ਕਰਨ ਦਾ ਯਤਨ ਕਰਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਇਸ ਸੰਬੰਧੀ ਇੱਕ ਬਚਨ ਕੀਤਾ ਹੈ, ਫੁਨੇ ਅੰਦਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ। ਉਹ ਅੰਮ੍ਰਿਤ ਬਚਨ ਹੈ ਕਿ ਜਦੋਂ ਇਨਸਾਨ ਦੇ ਨੇਤਰ ਸਤਿਗੁਰੂ ਦੇ ਦਰਸ਼ਨਾਂ ਤੋਂ ਵਿਰਵੇ ਹੋ ਜਾਣ, ਹੈਨ ਤਾਂ ਇੰਦਰੀਆਂ ਇਹ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਇਹੀ ਅੱਖਾਂ ਬਾਹਰਮੁਖੀ ਦੇਖਣ ਲੱਗ ਪੈਣ, ਗੁਰੂ ਦਰਸ਼ਨਾਂ ਤੋਂ ਵਿਰਵੀਆਂ ਹੋ ਜਾਣ, ਸ਼ਬਦ ਦੇ ਨਾਦ ਤੋਂ ਕੰਨ ਸੁੰਨੇ ਹੋ ਜਾਣ, ਪਰਮਾਤਮਾ ਦੇ ਜਾਪ ਤੋਂ ਸ਼ਬਦ ਦੇ ਜਪਨ ਤੋਂ ਜ਼ਬਾਨ ਸਖਣੀ ਹੋ ਜਾਏ। ਭਾਵੇਂ ਮਹਾਰਾਜ ਜੀ ਨੇ ਤਾਂ ਸ਼ਬਦ ਇੱਥੋਂ ਤੱਕ ਵਰਤੇ ਨੇ ਕਿ ਨੈਣ ਨਾ ਦੇਖੈ ਸਾਧ ਸੇ ਨੈਣ ਬਿਖਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀਐ। ਦਿਨ ਬ ਦਿਨ ਬੰਦੇ ਦੇ ਅੰਦਰ ਦੀ ਅਵਸਥਾ ਕਮਜ਼ੋਰ ਹੋਈ ਜਾਂਦੀ ਹੈ। ਪਰ ਮੈਂ ਫਿਰ ਵੀ ਪ੍ਰਕਰਨ ਵਿੱਚ ਰਹਿ ਕੇ ਅਰਜ਼ ਕਰਾਂਗਾ ਕਿ ਦੇਖੋ, ਜਦੋਂ ਇਨਸਾਨ ਬਾਹਰਮੁਖੀ ਪ੍ਰਵਿਰਤ ਹੁੰਦਾ ਹੈ, ਰਾਤ ਵੀ ਅਰਜ਼ ਕੀਤੀ ਸੀ, ਜਿੰਨੇ ਮਰਜ਼ੀ ਸੰਸਾਰ ਦੇ ਸੁੱਖ ਹੋਣ, ਪਰਮਾਤਮਾ ਬੰਦੇ ਦੇ ਅੰਦਰੋਂ ਭੁੱਲ ਜਾਏ, ਹਰ ਸੁੱਖ ਜਿਹੜਾ ਉਹ ਰੋਗ ਬਣ ਜਾਂਦਾ ਹੈ। ਜਦੋਂ ਇਨਸਾਨ ਨੂੰ ਦੁੱਖ ਘੇਰ ਲੈਣ, ਪਰਮੇਸ਼ਵਰ ਦੀ ਬੰਦਗੀ ਵਿੱਚ ਜੁੜ ਜਾਏ, ਸੱਚ ਇਹ ਵੇ ਉਹ ਦੁੱਖ ਉਹਦੇ ਵਾਸਤੇ ਦਵਾਈ ਬਣ ਜਾਂਦਾ ਹੈ। ਇਹੀ ਰਾਤ ਅਸੀਂ ਵਾਚ ਰਹੇ ਸਾਂ। ਉਸੇ ਪ੍ਰਕਰਨ ਨੂੰ ਅੱਗੇ ਤੋਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਮਾਂਝ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਸ਼ਲੋਕ ਹੈ। ਸਾਡੇ ਲਈ ਬੜਾ ਸੁਖੈਨ ਹੈ ਉਹਦੇ ਲਈ ਸਮਝਣਾ ਕਿ ਸੁੱਖ ਕਿਵੇਂ ਰੋਗ ਬਣ ਜਾਂਦਾ ਹੈ, ਵਾਸ਼ਨਾ ਦੀ ਮਿਠਾਸ ਕਿਵੇਂ ਬੰਦੇ ਲਈ ਦੁਖਦਾਈ ਬਣ ਜਾਂਦੀ ਹੈ। ਜਿਸ ਵਿੱਚ ਇਨਸਾਨ ਪ੍ਰਵਿਰਤ ਰਹਿੰਦਾ ਹੈ, ਕਿਉਂ ਇਹਦੇ ਸਰੀਰ ਨੂੰ ਉਹ ਗਾਲਦਾ ਹੈ, ਇਹਦੇ ਸਰੀਰ ਨੂੰ ਖਤਮ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਹੁਤ ਸੋਹਣਾ ਪ੍ਰਮਾਣ ਦਿੱਤਾ ਹੈ। ਹਜ਼ੂਰ ਦੇ ਅੰਮ੍ਰਿਤ ਬਾਣੀ ਦੇ ਮਾਂਝ ਕੀ ਵਾਰ ਵਿੱਚ ਸਤਿਗੁਰੂ ਨੇ ਫਰਮਾਇਆ ਕਿ ਇੱਕ ਕਿਸਾਨ, ਇੱਕ ਜ਼ਿਮੀਂਦਾਰ ਆਪਣੇ ਖੇਤ ਦੇ ਵਿੱਚ ਗੰਨੇ ਦੀ ਫਸਲ ਬੀਜਦਾ ਹੈ। ਜਦੋਂ ਉਹ ਗੰਨੇ ਨੂੰ ਬੀਜਦਾ ਹੈ ਤੇ ਕੁਝ ਸਮੇਂ ਬਾਅਦ ਜਦੋਂ ਉਸ ਗੰਨੇ ਦਾ ਆਕਾਰ ਜਾਂ ਉਹਦਾ ਪੇਡਾ, ਉਹਦਾ ਬੂਟਾ ਧਰਤੀ ਨੂੰ, ਮਿੱਟੀ ਨੂੰ ਚੀਰ ਕੇ ਬਾਹਰ ਨਿਕਲਦਾ ਹੈ, ਉਹਦੀ ਸੰਭਾਲ ਕਰਨੀ ਸ਼ੁਰੂ ਕਰਦਾ ਹੈ। ਜਦੋਂ ਉਹ ਗੰਨਾ ਰਸ ਨਾਲ ਪੂਰੀ ਤਰ੍ਹਾਂ ਭਰ ਜਾਂਦਾ ਹੈ, ਸਿਰਫ ਮੇਰੀ ਇੱਕ ਬੇਨਤੀ ਹੈ, ਇਹ ਸਿਰਫ ਦਿਮਾਗੀ ਤੌਰ ਤੇ ਗਿਆਨ ਵਧਾਉਣ ਵਾਸਤੇ ਉਦਾਹਰਨ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਪ੍ਰਮਾਣ ਉਦਾਹਰਨਾਂ ਦਿੱਤੀਆਂ ਗਈਆਂ, ਉਸ ਸਭ ਦਾ ਮਕਸਦ ਇੱਕੋ ਹੈ ਕਿ ਰੱਬ ਤੋਂ ਵਿਛੁੰਨਾ ਹੋਇਆ ਬੰਦਾ ਪਰਮਾਤਮਾ ਨਾਲ ਦੁਬਾਰਾ ਜੁੜ ਜਾਏ। ਉਹ ਕੇਵਲ ਬੁੱਧ ਗਿਆਨ ਦੀ ਕਸਰਤ ਨਹੀਂ। ਹਜ਼ੂਰ ਕਹਿੰਦੇ ਨੇ ਗੰਨਾ ਰਸ ਨਾਲ ਭਰਪੂਰ ਹੋ ਗਿਆ, ਪੱਕ ਗਿਆ। ਜਦੋਂ ਉਹ ਮਿਠਾਸ ਨਾਲ ਭਰਿਆ ਗਿਆ ਤੇ ਕਿਸਾਨ ਨੇ ਉਸ ਗੰਨੇ ਨੂੰ ਪੈਰਾਂ ਤੋਂ ਕੱਟਿਆ, ਉਹਦੇ ਉੱਪਰ ਵਾਲਾ ਛਿਲਕਾ ਉਹਨੇ ਉਤਾਰ ਦਿੱਤਾ। ਕੱਟਣ ਤੋਂ ਬਾਅਦ ਉਹਦੇ ਟੁਕੜੇ ਕਰ ਦਿੱਤੇ, ਉਹਨੂੰ ਗੱਠਾਂ ਵਿੱਚ ਬੰਨ੍ਹ ਲਿਆ ਤੇ ਉਸ ਬੰਨੇ ਹੋਏ ਗੰਨੇ ਨੂੰ, ਉਸ ਰਸ ਨਾਲ ਪੂਰਤ ਗੰਨੇ ਦੇ ਟੁਕੜੇ ਕਰਕੇ ਗੱਠੜੀਆਂ ਬੰਨੀਆਂ। ਉਹਨਾਂ ਗੱਠਾਂ ਨੂੰ ਕੋਲੂ ਦੀਆਂ ਲੱਠਾਂ ਵਿੱਚ ਰੱਖ ਕੇ, ਆਮ ਤੌਰ ਤੇ ਕਈ ਜਗ੍ਹਾ ਸ਼ਬਦ ਸਾਡੇ ਕੁਲਾੜੀ ਵੀ ਵਰਤਦੇ ਨੇ, ਕੋਲੂ ਦੀਆਂ ਲੱਠਾਂ ਵਿੱਚ ਰੱਖ ਕੇ ਉਹਨੂੰ ਪੀੜਨਾ ਸ਼ੁਰੂ ਕਰ ਦਿੱਤਾ। ਗੰਨਾ ਜਦੋਂ ਪੀੜਿਆ ਜਾਣ ਲੱਗਾ, ਇੱਕ ਪਾਸਿਓਂ ਉਹਦਾ ਰਸ ਨਿਕਲ ਰਿਹਾ ਤੇ ਦੂਸਰਾ ਉਹਦਾ ਜਿਹੜਾ ਛਿਲਕਾ ਹੈ ਰਸ ਤੋਂ ਸਖਣਾ ਹੋ ਕੇ, ਫੋਗ ਹੋ ਕੇ ਉਹ ਦੂਸਰੇ ਪਾਸੇ ਜਾ ਰਿਹਾ ਹੈ। ਉਸ ਰਸ ਨੂੰ, ਮਿੱਠੇ ਦੇ ਰਸ ਨੂੰ ਕੱਢਣ ਤੋਂ ਬਾਅਦ ਉਹਨਾਂ ਨੇ ਕੜਾਹੇ ਦੇ ਥੱਲੇ ਅੱਗ ਤਪਾਈ ਹੋਈ ਸੀ। ਉਸ ਰਸ ਨੂੰ ਅੱਗ ਦੇ ਵਿੱਚ, ਉਸ ਕੜਾਹੇ ਵਿੱਚ, ਗਰਮ ਹੋਏ ਕੜਾਹੇ ਵਿੱਚ ਪਾ ਦਿੱਤਾ, ਅੱਗ ਹੋਰ ਤੇਜ਼ ਕਰ ਦਿੱਤੀ। ਗੁਰੂ ਸਾਹਿਬ ਕਹਿੰਦੇ ਨੇ ਕਦੀ ਦੇਖੋ ਧਿਆਨ ਨਾਲ,
उस कड़ाहे दे विच जदों गन्ने दा रस पैंदा है ते ओहदे विचों आवाज़ भी आउंदी है ते उस रस विचों उस कड़ाहे दे विचों निक्के निक्के रस दे बुलबुले बुलबुले भी बनते। महाराज कहंदे ने एक मिठे दी खातर गन्ने दी किन्नी को खुवारी होई, जे मिठा ना हुंदा। देखो उदाहरण दा एक पक्ष लईदा, गुरु ग्रंथ साहिब दी बाणी पढ़दिआं कदी भी शब्द नूं आपस विच टकरा के अर्थ करांगे ते समझ नहीं पैणे। जे असीं कहांगे एक पासे गुरुदेव ने मच्छी दे जीव दे स्वाद दी वकार दी गल कीती है ते दूजे पासे महाराज जी ने मच्छी दे पानी नाल मुहब्बत दी गल कीती। हुण आपां ये अर्थ नहीं कर सके मच्छी नूं तां जीव दा रस है जी, ये जीव दे रस दी खातर मारी गई, ते दूजे पासे महाराज दे गुण नूं दस रहे ने ये पानी नूं प्यार करदी है। गुरबाणी दा कदी भी कोई तुक प्रमाण उदाहरण लईए उहनूं आपस विच टकरा के नहीं कि महाराज जी ने इस बारे तां ये बाणी च कहा, ये किवें हो सकदा है? क्योंकि उस तुक नूं किस संदर्भ विच, किस परपेख विच, किस रूप विच गुरुदेव ने वरतिया है, सानूं उस ढंग दे नाल विचारना पैंदा। मैं अर्ज कीती कि किवें सुख रोग बनदा है। एक गन्ने विच भरी कोई मिठास उहनूं कटा दिंदी है, ਉਹਦੇ टुकड़े बन जाते हैं, ਉਹਦੀਆਂ ਗੱਠਾਂ बन जांदियां ने। ਉਸੇ गन्ने ਨੂੰ ਕੋਲੂ ਦੇ ਵਿੱਚ ਰੱਖ ਕੇ ਪੀੜ ਦਿੰਦੇ ਨੇ, ਕੜਾਏ ਵਿੱਚ ਪਾ ਕੇ ਉਹਨੂੰ ਤਪਾਉਂਦੇ ਨੇ, ਉਹਦੇ ਵਿੱਚੋਂ ਜਿਉਂ-ਜਿਉਂ ਤਪਦਾ ਤੇ ਛੂਕਣ ਦੀ ਆਵਾਜ਼ ਨਿਕਲਦੀ ਹੈ, ਇੱਕ ਨਾਦ ਨਿਕਲਦਾ ਹੈ। ਤੇ ਉਸ ਗੰਨੇ ਦੇ ਜਿਹੜੇ ਛਿਲਕੇ ਨੇ ਜਿਹਨੂੰ ਪੱਛੀਆਂ ਕਈ ਇਲਾਕੇ ਵਿੱਚ ਸ਼ਬਦ ਫੋਕ ਵਰਤਦੇ ਨੇ, ਉਸ ਫੋਗ ਨੂੰ ਇਕੱਠਿਆਂ ਕਰਕੇ ਅੱਗ ਵਿੱਚ ਫੂਕ ਦਿੰਦੇ ਨੇ। महाराज कहते मिठा भी अग भी तपिया ते गन्ने दे छिलके भी अग दे विच रख के साड़ दिते गए। महाराज जी का यह समझाने का मतलब इन्ना सी, एक गन्ने विच मिठास है, इन्नी खुवारी, इन्ना तसीहे, इन्ना उन्होंने तशद्दद सहना पिया। ते जिहड़ा बंदा सुख दे वासनावां दे मिठे विच दिन रात प्रवृत्त रहिंदा है, धन गुरु ग्रंथ साहिब कहते उस बंदे दे नाल कल नूं की बनेगा। ਉਹਦਾ ਮਿੱਠਾ ਕੱਲ ਨੂੰ ਰੋਗ ਬਣੇਗਾ, ਉਹਦਾ ਮਿੱਠਾ ਕੱਲ ਨੂੰ ਖੁਵਾਰੀ ਬਣੇਗਾ, ਉਹਦਾ ਮਿੱਠਾ ਉਹਦਾ ਸੁੱਖ ਸੱਚ ਵੇ ਕੱਲ ਨੂੰ ਬਿਮਾਰੀ ਬਣੇਗਾ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਕਿ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ। ਗੰਨੇ ਨੂੰ ਮਿੱਠਾ ਜਾਣ ਕੇ ਉਹਨੂੰ ਕੱਟ ਲਿਆ ਗਿਆ, ਉਹਦੇ ਟੁਕੜੇ ਕਰਕੇ ਗੱਠੜੀ ਬੰਨ੍ਹ ਦਿੱਤੀ ਗਈ। ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ, ਖੁੰਡਾਂ ਅੰਦਰ ਰੱਖ ਕੇ। ਇਹਦਾ ਅਰਥ कि लोहे दियां लट्ठां जिन्हों कोलू आपां कहने, कोलू विच रख के गन्ने नूं पीड़ दिता, खुंडां अंदर रख के देर सो मल सजाए। रस कस टट्टर, टट्टर मीनस है कड़ाहा जिहदे विच रस तपाया जांदा है। रस कस टट्टर पाईए, तपै तै विल लाए, पीसो फोग संभालीए, दिचै अग जलाए। गन्ने दे तां छिलके नूं भी लोक छिल्लड़ नूं अग विच फूक दिंदे ने। नानक मिठा पतरी है, पतरी का अर्थ हुंदा है खुवार होना। कहंदे एक मिठे की खातर गन्ने की इन्नी खुवारी होई ते जिहड़ा बंदा दिन रात नाम नूं भुला के केवल संसार दे विषय वासनावां दे सुख नूं मिठिया जान के मानदा है, उस बंदे की हालत की होवेगी। नानक मिठा पतरी है, वेखो लोका आए हे भले लोको, देखो एक मिठे की खातर गन्ना खुवार हो गया ते बंदे की हालत की बनेगी जिहड़ा परमात्मा नूं भुला के केवल ऐशो आराम दे सुखां विच प्रवृत्त है। इत्थे गुरुदेव ने इहदा यह मतलब कि ओहदी मिठास ओहदे लई रोग, ओहदे लई बीमारी बन गई। दूसरा गुरु ग्रंथ साहिब विच असीं इह अमृत बचन हजूर दा पढ़दे हां कि हर बिसरत सदा खुवारी, दुख दारू सुख रोग पिया। मैं सिर्फ रात का इक्को लफ्ज़ ते अर्ज कर रहा, सुख रोग पिया। जदों परमात्मा विसर जाता है, अंदरों खुवारी का जन्म हुंदा है। खुवारी का अर्थ है खिंड जाना, अंदर का रस मुक जाना। हर बिसरत सदा खुवारी, तांको धोखा कहाँ व्यापै जाको ओट तुहारी। अगे महाराज कहते बिन सिमरन जो जीवन बलना, नाम तो बिना जिंदगी की है, नाम तो बिना सुख की है, नाम तो बिना संसार की है, नाम तो बिना पदार्थ की ने। बिन सिमरन जो जीवन बलना, सर्प जैसे अरजारी। जिमें एक सप की जिंदगी है, सप नूं मैं फिर बेनती करा
ਦੁੱਧ ਵੀ ਪਿਆ ਦਿਓ, ਉਸ ਦੇ ਪੀਤੇ ਹੋਏ ਦੁੱਧ ਨੇ ਅੰਮ੍ਰਿਤ ਬਣ ਕੇ ਬਾਹਰ ਨਹੀਂ ਆਉਣਾ। ਉਹਨੂੰ ਕੀਮਤੀ ਤੋਂ ਕੀਮਤੀ ਪਦਾਰਥ ਵੀ ਤੁਸੀਂ ਖਵਾ ਦਿਓ, ਉਹਦੇ ਵਿੱਚੋਂ ਕਦੀ ਉਸ ਪਦਾਰਥ ਵਿੱਚੋਂ ਮਿਠਾਸ ਨਹੀਂ ਪੈਦਾ ਹੋਣੀ। ਸੱਚ ਇਹ ਵੇ, ਸੱਪ ਨੂੰ ਮਿੱਠਾ ਦੁੱਧ ਦੇ ਦਿਓ, ਉਹ ਤਾਂ ਵੀ ਜ਼ਹਿਰ ਪੈਦਾ ਕਰੇਗਾ। ਜਿਹਨੂੰ ਪਰਮਾਤਮਾ ਦੀ ਯਾਦ ਭੁੱਲ ਜਾਏ, ਉਹਦੇ ਦੁਨੀਆ ਦਾ ਹਰ ਭੋਗ ਇਸ ਤਰ੍ਹਾਂ ਜ਼ਹਿਰ ਬਣ ਜਾਂਦਾ ਹੈ, ਜਿਵੇਂ ਸੱਪ ਨੂੰ ਪਿਆਇਆ ਹੋਇਆ ਦੁੱਧ ਵੀ ਜ਼ਹਿਰ ਬਣ ਜਾਂਦਾ ਹੈ। ਹਰ ਬਿਸਰ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਆਰਜੈ ਇੱਕ ਸ਼ਬਦ ਹੈ ਉਮਰ। ਮਹਾਰਾਜ ਕਹਿੰਦੇ ਨੇ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਖਾਰੀ। ਪਿਆਰਿਓ, ਉਹਦਾ ਹਰ ਸੁਖ ਬਿਮਾਰੀ ਬਣ ਗਿਆ। ਇਸ ਤੋਂ ਅਗਲੀ ਮੈਂ ਬੇਨਤੀ ਹੋਰ ਕਰਨੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਦਿੱਤੇ ਗਏ। ਖਿਨਮੈ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਸੱਚ ਇਹ ਵੇ, ਜਿਹਨੂੰ ਵਠੀ ਮਿਠਾਸ ਜਾਣਦੇ ਹਾਂ, ਉਹ ਕੁੜੱਤਣ ਬਣਨ ਵਾਸਤੇ ਤਿਆਰ ਹੈ। ਜਿਹਨੂੰ ਆਪਾਂ ਸੁਖ ਜਾਣਦੇ ਹਾਂ, ਉਹਦੇ ਵਿੱਚੋਂ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਬਣਨ ਨੂੰ ਤਿਆਰ ਹੈ। ਇਸ ਤੋਂ ਅਗਲੀ ਬੇਨਤੀ, ਇੱਕ ਤਾਂ ਦੁੱਖ ਇਹ ਕਿ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਦੁੱਖ ਪੈਦਾ ਹੋਏ। ਇਸ ਤੋਂ ਅਗਲੀ ਬੇਨਤੀ ਸੁਣਿਓ, ਮੈਂ 3-4 ਬੇਨਤੀਆਂ ਦੁੱਖਾਂ ਬਾਰੇ ਕਰਨੀਆਂ। ਦੂਜਾ ਹੈ, ਕਈ ਬੰਦੇ ਐਸੇ ਨੇ, ਕਈ ਮੇਰਾ ਖਿਆਲ ਹੈ ਬਹੁ ਗਿਣਤੀ ਵਿੱਚ, ਜੇ 100 ਵਿੱਚੋਂ 99 ਲਫ਼ਜ਼ ਵੀ ਵਰਤ ਦਈਏ ਤੇ ਅਤ ਕਥਨੀ ਨਹੀਂ ਹੋਵੇਗੀ। ਹਰ ਬੰਦਾ ਜਿਹੜਾ ਉਹ ਕਿਸੇ ਨਾ ਕਿਸੇ ਦੁੱਖ ਦੇ ਨਾਲ ਪੀੜਤ ਹੈ। ਭਾਵੇਂ ਕੱਲ ਅਸੀਂ ਵਿਚਾਰਿਆ ਸੀ 4 ਦੁੱਖਾਂ ਦਾ ਜ਼ਿਕਰ ਬਾਬਾ ਜੀ ਨੇ ਕੀਤਾ। ਹਰ ਇਨਸਾਨ ਕਿਸੇ ਨਾ ਕਿਸੇ ਦੁੱਖ ਦਾ ਗ੍ਰਸਿਆ ਹੋਇਆ। ਕਿਸੇ ਨੂੰ ਸਰੀਰ ਦਾ ਦੁੱਖ ਹੈ, ਕਿਸੇ ਨੂੰ ਧਨ ਦਾ ਦੁੱਖ ਹੈ, ਕਿਸੇ ਕੋਲ ਸੰਤਾਨ ਨਹੀਂ ਉਹ ਤਾਂ ਦੁਖੀ ਹੈ, ਕਿਸੇ ਦੀ ਸੰਤਾਨ ਆਕੀ ਹੋ ਗਈ ਉਹ ਤਾਂ ਦੁਖੀ ਹੈ। ਸੱਚ ਇਹ ਵੇ, ਕਿਸੇ ਬੰਦੇ ਕੋਲ ਰੋਟੀ ਨਹੀਂ ਉਹ ਤਾਂ ਦੁਖੀ ਹੈ, ਕਿਸੇ ਨੂੰ ਰੱਬ ਨੇ ਇੰਨੀ ਕੁ ਰੋਟੀ ਦਿੱਤੀ ਉਹਦੇ ਤੋਂ ਸੰਭਾਲੀ ਨਹੀਂ ਜਾਂਦੀ, ਉਹ ਤਾਂ ਦੁਖੀ ਹੈ। ਹਰ ਬੰਦਾ ਜਿਹੜਾ ਦੁਨੀਆ ਦਾ ਤਕਰੀਬਨ ਤੁਸੀਂ ਦੇਖੋਗੇ, ਉਹ ਕਿਸੇ ਨਾ ਕਿਸੇ ਦੁੱਖ ਦੇ ਨਾਲ ਅੰਦਰੋਂ ਪੀੜਤ ਜ਼ਰੂਰ ਹੋਵੇਗਾ। ਇਹਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਕੁਝ ਪ੍ਰਮਾਣ ਦੇ ਕੇ ਸਾਨੂੰ ਸਮਝਾਉਣ ਦਾ ਸਤਿਗੁਰਾਂ ਨੇ ਯਤਨ ਕੀਤਾ। ਜਿਵੇਂ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਬਹੁਤ ਉਦਾਹਰਨਾਂ ਦਿੱਤੀਆਂ, ਖਾਸ ਕਰਕੇ ਬਾਬਾ ਫਰੀਦ ਸਾਹਿਬ ਦਾ ਬੋਲ। ਕਹਿੰਦੇ ਨੇ, ਜਦੋਂ ਬੰਦਾ ਸਿਰਫ ਆਪਣੇ ਘਰ ਦੀ 4 ਦੀਵਾਰੀ ਵਿੱਚ ਜੀਂਦਾ, ਉਦੋਂ ਸਮਝਦਾ ਹੈ ਕਿ ਸ਼ਾਇਦ ਮੈਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਦੁਖੀ ਹਾਂ, ਬਾਕੀ ਸਾਰੇ ਸੁਖੀ ਨੇ। ਪਰ ਨਹੀਂ, ਸਮਾਜ ਵਿੱਚ ਝਾਤੀ ਮਾਰ ਕੇ ਦੇਖੋ, ਬੰਦਾ ਜਦੋਂ ਬਾਹਰ ਵਿਚਰਦਾ, ਲੋਕ ਆਪਣੇ ਦੁੱਖ ਦੱਸਦੇ ਨੇ। ਸੱਚ ਇਹ ਵੇ, ਉਹਨਾਂ ਦੇ ਦੁੱਖ ਸੁਣਨ ਤੋਂ ਬਾਅਦ ਇਨਸਾਨ ਆਪਣੇ ਅੰਦਰ ਜ਼ਰੂਰ ਸੋਚਦਾ ਹੈ, ਮਨਾ ਤੂੰ ਐਵੇਂ ਕਲਪੀ ਜਾਂਦਾ, ਇਸ ਦੁਨੀਆ ਵਿੱਚ ਤਾਂ ਤੇਰੇ ਤੋਂ ਕਈ ਗੁਣਾ ਵੱਧ ਦੁਖੀ ਬੈਠੇ ਹੋਏ। ਮੈਂ ਇੱਥੇ ਇੱਕ ਅਰਜ਼ ਇੱਕ ਵਾਰ ਕੀਤੀ ਸੀ ਕਿ ਅਸਲ 'ਚ ਦੁਖੀ ਬੰਦਾ ਨਾ ਪਰਦੇ ਦੇ ਨਾਲ ਜ਼ਿੰਦਗੀ ਜੀਣੀ ਚਾਹੁੰਦਾ ਹੈ, ਕਿਉਂਕਿ ਸਮਾਜ ਉਹਨੂੰ ਰੋਣ ਨਹੀਂ ਦਿੰਦਾ। ਸਮਾਜ ਉਹਦਾ ਦੁੱਖ ਵੰਡਾਉਣ ਵਾਸਤੇ ਤਿਆਰ ਨਹੀਂ, ਕਿਉਂਕਿ ਜਿਹਦੇ ਨਾਲ ਉਹ ਆਪਣੇ ਅੰਦਰ ਦਾ ਦੁੱਖ ਸ਼ੇਅਰ ਕਰੇਗਾ, ਸਾਂਝਾ ਕਰੇਗਾ, ਉਹ ਅੱਖਾਂ ਭਰ ਕੇ ਸੁਣ ਤਾਂ ਲਏਗਾ, ਪਰ ਯਾਦ ਰੱਖਿਓ, ਕੋਈ ਸਮੇਂ ਬਾਅਦ ਉਸ ਦੁੱਖ ਦਾ ਮਜ਼ਾਕ ਬਣਾ ਕੇ ਉਹ ਲੋਕਾਂ ਦੇ ਦਰ ਬਦਰ ਤੱਕ ਅੱਗੇ ਪਹੁੰਚਾਉਣ ਦਾ ਯਤਨ ਕਰੇਗਾ। ਫਿਰ ਅਰਜ਼ ਹੈ ਕਿ ਬੰਦਾ ਦੁਖੀ ਹੈ, ਆਪਣੇ ਦੁੱਖ ਨੂੰ ਕਿਹਦੇ ਨਾਲ ਸਾਂਝਾ ਕਰੇ? ਕੋਈ ਦੁੱਖ ਸੁਣਨ ਨੂੰ ਤਿਆਰ ਵੀ ਨਹੀਂ। ਪਰ ਇਹ ਵੀ ਸੱਚ ਹੈ ਕਿ ਜੇ ਕਿਸੇ ਬੰਦੇ ਦੇ ਅੰਦਰ ਦੇ ਦੁੱਖ ਨੂੰ ਦੇਖਣਾ ਹੋਵੇ, ਤੇ ਮੇਰਾ ਖਿਆਲ ਉਹਦਾ ਹਾਲ ਚਾਲ ਪੁੱਛਣ ਦੀ ਥਾਂ ਕਿ ਤੇਰੇ ਕੋਲ ਆਹ ਦੁੱਖ, ਤੈਨੂੰ ਆਹ ਬਿਮਾਰੀ, ਸ਼ਾਇਦ ਉਹਦੇ ਦੁੱਖ ਦੀ ਸਿੱਧੀ ਗੱਲ ਕਰਾਂਗੇ ਤੇ ਉਹ ਨਹੀਂ ਬੋਲੇਗਾ। ਆਪਣੇ ਦੁੱਖ ਦੀ ਦਾਸਤਾਨ ਸੁਣਾਣੀ ਸ਼ੁਰੂ ਕਰੋ, ਸੱਚ ਇਹ ਵੇ, ਉਹ ਤੁਹਾਨੂੰ ਚੁੱਪ ਕਰਾ ਦੇਗਾ ਤੇ ਆਪਣੇ ਦੁੱਖ ਦੀਆਂ ਪਰਤ ਦਰ ਪਰਤਾਂ ਖੋਲ ਕੇ ਤੁਹਾਡੇ ਸਾਹਮਣੇ ਰੱਖ ਦੇਵੇ। ਫਿਰ ਬੇਨਤੀ ਹੈ, ਬੰਦਾ ਆਪਣੇ ਦੁੱਖ ਨੂੰ ਛੁਪਾਉਂਦਾ ਹੈ, ਪਰ ਦੁੱਖ ਛੁਪੇਗਾ ਨਹੀਂ। ਹਰ ਬੰਦਾ ਕਿਸੇ ਨਾ ਕਿਸੇ ਦੁੱਖ ਨਾਲ ਪੀੜਤ ਹੈ। ਬਾਬਾ ਫਰੀਦ ਸਾਹਿਬ ਨੇ ਇਹ ਲਫ਼ਜ਼ ਵਰਤਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਉਹਨਾਂ ਦਾ ਸ਼ਲੋਕ ਹੈ। ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸਮਝਦਾ ਸਾਂ ਸਿਰ ਮੈਂ ਦੁੱਖ ਨਾਲ ਪੀੜਤ ਹਾਂ, ਬਾਕੀ ਸਾਰੇ ਲੋਕ ਸੁਖੀ ਨੇ, ਸੰਤੁਸ਼ਟ ਨੇ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਇੱਥੇ ਇੱਕ ਦੋ ਨਹੀਂ, ਇੱਥੇ ਤਾਂ ਸਾਰਾ ਸੰਸਾਰ, ਸਾਰਾ ਜਗਤ ਹੀ ਦੁਖੀ ਹੈ। ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ,
ਉੱਚੀ ਅਵਸਥਾ ਨਾਲ ਝਾਤੀ ਮਾਰ ਕੇ ਦੇਖੀ, ਹਰ ਘਰ ਜਿਹੜਾ ਉਹ ਦੁੱਖ ਦੀ ਅੱਗ ਨਾਲ ਪੀੜਤ ਹੈ। ਫਿਰ ਬੇਨਤੀ ਕਰਾਂ, ਇੱਕ ਫੁੱਲ ਖਿੜਦਾ ਹੈ, ਸੱਚਮੁੱਚ ਉਹਦਾ ਖੇੜਾ ਬੜੀ ਵੱਡੀ ਚੀਜ਼ ਹੈ। ਜ਼ਿੰਦਗੀ ਹੈ ਵੀ ਖੇੜਾ। ਪਿਛਲੇ ਦਿਨੀ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਦਾ 350 ਸਾਲਾ ਸਿੱਖ ਜਗਤ ਮਨਾ ਰਿਹਾ ਸੀ, ਮੈਂ ਇੱਥੇ ਇੱਕ ਅਰਜ਼ ਕਰਕੇ ਆਇਆ ਸੀ ਕਿ ਜਿਹੜਾ ਆਨੰਦ ਲਫ਼ਜ਼ ਹੈ ਨਾ, ਇਹ ਸੱਚ ਇਹ ਵੇ ਕਿ ਸਿੱਖ ਦੇ ਜੀਵਨ ਦਾ ਪਰਮ ਸ਼ਿਖਰ ਹੈ। ਆਨੰਦ ਨੂੰ ਖੁਸ਼ੀ, ਆਨੰਦ ਨੂੰ ਪ੍ਰਸੰਨਤਾ ਤੇ ਆਨੰਦ ਨੂੰ ਸੁੱਖ ਲਫ਼ਜ਼ਾਂ ਨਾਲ ਅਰਥ ਨਾ ਕਰੀਏ, ਕਿਉਂਕਿ ਹਰ ਪ੍ਰਸੰਨਤਾ ਜਿਹੜੀ ਉਹ ਗਮੀ ਬਣਨ ਵਾਲੀ ਹੈ। ਹਰ ਜਿਹੜੀ ਖੁਸ਼ੀ ਹੈ ਉਹਦੇ ਵਿੱਚ ਗਮੀ ਲੁਕੀ ਹੈ। ਹਰ ਸੁੱਖ ਦੇ ਵਿੱਚ ਦੁੱਖ ਦੀ ਬੀਜ ਪਿਆ ਹੋਇਆ ਹੈ। ਪਰ ਸੱਚ ਇਹ ਵੇ, ਆਨੰਦ ਇਹ ਵੇ, ਇਹਦਾ ਵਿਪਰੀਤ ਲਫ਼ਜ਼ ਆਪਾਂ ਕੀ ਵਰਤਾਂਗੇ? ਆਨੰਦ ਤਾਂ ਉਹ ਪਰਮ ਸ਼ਿਖਰ, ਪਰਮ ਅਵਸਥਾ ਹੈ ਜਿੱਥੇ ਦੁੱਖ, ਸੁੱਖ, ਖੁਸ਼ੀ, ਪ੍ਰਸੰਨਤਾ ਹਰ ਚੀਜ਼ ਨੀਵੀਂ ਪੈ ਜਾਂਦੀ ਹੈ। ਇਸੇ ਕਰਕੇ ਪਰਮਾਤਮਾ ਲਈ ਵੀ ਜਦੋਂ ਸ਼ਬਦ ਵਰਤੇ ਤੇ ਪਰਮਾਤਮਾ ਲਈ ਵੀ ਸ਼ਬਦ ਵਰਤੇ ਸਾਡੇ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਕਿ ਸਤ ਚਿੱਤ ਆਨੰਦ ਉਹਨੂੰ ਕਿਹਾ ਗਿਆ, ਉਹਨੂੰ ਆਨੰਦ ਸਵਰੂਪ ਕਿਹਾ ਗਿਆ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਇੱਕ ਫੁੱਲ ਖਿੜਦਾ ਹੈ, ਅਸੀਂ ਕਹਿੰਦੇ ਹਾਂ ਇਹ ਪ੍ਰਸੰਨ ਹੈ, ਇਹ ਖੁਸ਼ ਹੈ, ਪਰ ਇੱਕ ਵਿਦਵਾਨ ਕਹਿੰਦਾ ਹੈ ਹਰ ਖਿੜੇ ਹੋਏ ਫੁੱਲ ਦੇ ਵਿੱਚ ਵੀ ਇੱਕ ਦੁੱਖ ਲੁਕਿਆ ਹੋਇਆ, ਉਹ ਵੀ ਸੁਖੀ ਨਹੀਂ। ਉਹ ਫੁੱਲ ਦੀ ਪੰਖੜੀ ਵੀ ਲੰਘਦੇ ਹੋਏ ਨੂੰ ਕਹਿੰਦੀ ਏ ਕਿ ਸ਼ਾਇਦ ਤੇਰੇ ਅੰਦਰ ਭੁਲੇਖਾ ਹੈ ਕਿ ਮੈਂ ਬਹੁਤ ਸੁਖੀ ਹਾਂ। ਮੈਨੂੰ ਯਾਦ ਹੈ ਇਸ ਵਿਦਵਾਨ ਨੇ ਲਿਖਿਆ ਸੀ ਕਿ ਸਵੇਰੇ ਸਵੇਰੇ ਜਦੋਂ ਫੁੱਲ ਖਿੜਿਆ ਸੂਰਜ ਦੀ ਕਿਰਨ ਨਾਲ, ਤੇ ਉਸ ਦੀਆਂ ਪੱਤੀਆਂ ਉਸ ਫੁੱਲ ਦੀਆਂ ਪੰਖੜੀਆਂ ਦੇ ਉੱਪਰ ਛੋਟੇ ਛੋਟੇ ਪਾਣੀ ਦੀਆਂ ਬੂੰਦਾਂ, ਤਰੇਲ ਦੇ ਤੁਪਕੇ, ਪਾਣੀ ਔਂਸ ਦੇ ਨਿੱਕੀਆਂ ਨਿੱਕੀਆਂ ਬੂੰਦਾਂ ਉਹਦੀਆਂ ਪੱਤੀਆਂ ਉੱਤੇ ਬੈਠੀਆਂ। ਕਿੰਨਾ ਸਾ ਸੋਚਿਆ ਕਿੰਨਾ ਖੁਸ਼ਕਿਸਮਤ ਹੈ ਕਿ ਸਵੇਰੇ ਸਵੇਰੇ ਇਹਨੂੰ ਖੇੜਾ ਮਿਲ ਗਿਆ। ਦੂਸਰਾ, ਇਹਦੀਆਂ ਪੱਤੀਆਂ ਦੇ ਉੱਪਰ ਪਾਣੀ ਦੀਆਂ ਬੂੰਦਾਂ ਇਸ ਤਰ੍ਹਾਂ ਨੇ ਕਿ ਜਿਵੇਂ ਮਾਨੋ ਚਮਕਦੇ ਹੋਏ ਚਿੱਟੇ ਮੋਤੀ ਹੋਣ। ਉਂਝ ਵੈਸੇ ਸਤਿਗੁਰੂ ਨੇ ਵੀ ਇੱਕ ਲਫ਼ਜ਼ ਬਾਣੀ 'ਚ ਵਰਤਿਆ ਹੈ, ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ। ਉੱਥੇ ਵੀ ਮਹਾਰਾਜ ਨੇ ਸ਼ਬਦ ਵਰਤਿਆ ਹੈ ਖੜ ਰਤਨ ਜੜਾਵੀ। ਖੜ ਦਾ ਅਰਥ ਉਹ ਕੱਖ, ਉਹ ਘਾਹ ਜਿਨ੍ਹਾਂ ਦੇ ਉੱਪਰ ਸਵੇਰੇ ਦੇਖਦੇ ਹਾਂ ਤਰੇਲ ਦੀਆਂ ਬੂੰਦਾਂ ਪਈਆਂ ਨੇ। ਉਹ ਇਸ ਤਰ੍ਹਾਂ ਹੈ ਕਿ ਜਿਵੇਂ ਕੀਮਤੀ ਰਤਨ ਜੜੇ ਹੋਣ। ਮੈਂ ਅਰਜ਼ ਕਰਾਂਗਾ, ਫੁੱਲ ਦੀ ਪੰਖੜੀ ਦੇ ਉੱਪਰ ਪਾਣੀ ਇਸ ਤਰ੍ਹਾਂ ਟਿਕਿਆ ਹੈ ਜਿਵੇਂ ਸ਼ਵੇਤ ਰੰਗ ਦਾ ਕੋਈ ਮੋਤੀ ਕਿਸੇ ਨੇ ਰੱਖ ਦਿੱਤਾ ਹੋਵੇ। ਪਰ ਮਹਾਰਾਜ ਨੇ ਬਾਣੀ 'ਚ ਸ਼ਬਦ ਵਰਤੇ, ਫੁੱਲੜਾ ਸ਼ਬਦ ਵੀ ਵਰਤਿਆ, ਪਰ ਉਹਦਾ ਫੁੱਲੜਾਪਨ ਜਿਹੜਾ ਉਹ ਵੀ ਸਦੀਵ ਕਾਲ ਲਈ ਸੁੱਖ ਲਈ। ਵਿਦਵਾਨ ਨੇ ਪੁੱਛਿਆ, ਤੂੰ ਕਿੰਨਾ ਖੁਸ਼ਕਿਸਮਤ ਹੈ, ਤੇਰੇ ਕੋਲ ਖੇੜਾ, ਤੇਰੀਆਂ ਪੱਤੀਆਂ ਦੇ ਉੱਪਰ ਟਿਕੇ ਹੋਏ ਪਾਣੀ ਦੀਆਂ ਬੂੰਦਾਂ ਇਸ ਤਰ੍ਹਾਂ ਜਿਵੇਂ ਮੋਤੀ ਨੇ ਸੁੱਚੇ। ਕਹਿੰਦੇ ਉਸ ਫੁੱਲ ਨੇ ਕਿਹਾ, ਇਹ ਅਸਲ 'ਚ ਮੋਤੀ ਨਹੀਂ, ਇਹ ਜਿਹੜੀਆਂ ਤੂੰ ਮੇਰੀ ਪੰਖੜੀ ਦੇ ਉੱਪਰ ਪਾਣੀ ਦੀਆਂ ਬੂੰਦਾਂ ਦੇਖ ਰਹੇ, ਇਹ ਮੇਰੇ ਦੁੱਖ ਦਾ ਪ੍ਰਗਟਾਵਾ। ਮੈਂ ਅਰਜ਼ ਕਰਾਂਗਾ, ਸ਼ਾਇਰ ਦੇ ਵਿਦਵਾਨ ਦੇ ਖਿਆਲ ਨੇ, ਇਹ ਮੇਰੇ ਅੰਦਰ ਦੇ ਦੁੱਖ ਦਾ ਪ੍ਰਗਟਾਵਾ ਹੈ। ਕਿਉਂ? ਤੂੰ ਕਿਉਂ ਦੁਖੀ? ਕਹਿੰਦਾ, ਸੂਰਜ ਦੀ ਕਿਰਨ ਪਈ, ਮੈਂ ਖਿੜਿਆ ਖਾਂ, ਸ਼ਾਮ ਨੂੰ ਤੂੰ ਇਸੇ ਰਸਤੇ ਤੋਂ ਲੰਘੀ, ਹੋ ਸਕਦਾ ਮੇਰਾ ਖੇੜਾ ਤੈਨੂੰ ਨਜ਼ਰ ਨਾ ਆਵੇ, ਕਿਉਂਕਿ ਸਵੇਰੇ ਖਿੜਿਆ ਵਾਂ, ਦੁਪਹਿਰ ਤੱਕ ਮੈਨੂੰ ਖਿੜੇ ਹੋਏ ਨੂੰ ਤੋੜ ਕੇ ਕੋਈ ਟਾਹਣੀ ਤੋਂ ਲੈ ਜਾਏਗਾ। ਮੈਂ ਕਰਜ਼ ਕਰਾਂ ਕਿ ਫੁੱਲ ਵੀ ਖਿੜਿਆ ਹੋਇਆ ਦਰਦ ਨੂੰ ਬਿਆਨ ਕਰਦਾ। ਕਿਹੜਾ ਬੰਦਾ ਜਿਹੜਾ ਸੁੱਖ ਵਿੱਚ ਸਾਨੂੰ ਨਜ਼ਰ ਆਏਗਾ? ਬਾਬਾ ਜੀ ਦੀ ਬਾਣੀ ਜਿਵੇਂ ਸ਼ਬਦ ਵਰਤਿਆ, ਮੈਂ ਘਰ ਘਰ ਇੱਕ ਅੱਗ। उस विद्वान ने लिखा है, फूल खिलता है मुरझाने का तखयल लेकर। ਜਿਹੜਾ ਵੀ ਫੁੱਲ ਖਿੜਦਾ ਹੈ ਉਹ ਆਪਣੇ ਮੁਰਝਾਨ ਦੇ ਦਰਦ ਨੂੰ ਲੈ ਕੇ ਪੈਦਾ ਹੁੰਦਾ ਹੈ। ਇੱਥੇ ਹਰ ਬੰਦਾ ਕਿਸੇ ਨਾ ਕਿਸੇ ਦਰਦ ਦਾ ਮਾਰਿਆ ਪਿਆ। ਰਾਤ ਵੀ ਮਰਜ਼ ਕੀਤੀ ਸੀ, ਜਨਮ ਹੁੰਦਾ ਹੈ, ਪਰ ਮੌਤ ਦੀ ਦਰਦ, ਮੌਤ ਦੀ ਚੀਜ਼ ਜਨਮ ਨਾਲ ਪੈਦਾ ਹੋ ਜਾਂਦੀ। ਇਨਸਾਨ ਕਿਸੇ ਰੁਤਬੇ ਤੇ ਪਹੁੰਚਦਾ ਹੈ, ਪਰ ਦਰਦ ਅੰਦਰ ਪੈਦਾ ਹੋ ਜਾਂਦਾ ਹੈ, ਦੁੱਖ ਕਿ ਕਿਤੇ ਰੁਤਬਾ ਚਲਾ ਨਾ ਜਾਏ। ਇਨਸਾਨ ਨੂੰ ਅਰੋਗਤਾ ਮਿਲਦੀ ਏ ਤੇ ਅੰਦਰ ਦਰਦ ਇੱਕ ਚੀਜ਼ ਉੱਠਦੀ ਏ ਕਿ ਫਲਾਣੇ ਬੰਦੇ ਦੀ ਤਰ੍ਹਾਂ ਮੈਂ ਬਿਮਾਰੀ ਨਾਲ ਪੀੜਤ ਨਾ ਹੋ ਜਾ। ਹਰ ਸੁੱਖ ਦੇ ਵਿੱਚ ਪਿਆਰਿਓ ਦੁੱਖ ਲੁਕਿਆ ਹੋਇਆ ਹੈ, ਤੇ ਜਿਹੜਾ ਬੰਦਾ ਦੁੱਖ ਦੇ ਵਿੱਚ ਖਚਤ ਹੋ ਜਾਂਦਾ ਹੈ, ਉਸ ਦੁੱਖ ਦੇ ਵਿੱਚ ਰੱਬ ਨੇ ਅੰਦਰੂਨੀ ਸੁੱਖ ਦੀ ਕਸ਼ ਰੱਖੀ ਹੋਈ ਹੈ।
ਜਿਹਨੂੰ ਬਾਬਾ ਜੀ ਕਹਿ ਰਹੇ ਨੇ ਕਿ दुख दारू सुख रोग पया, फूल खिलता है मुरझाने का तखय्युल लेकर, जिसे हंसता हुआ पाओगे वही परेशान होगा। ਜਿਹੜਾ ਬੰਦਾ ਹੱਸ ਰਿਹਾ ਸੱਚ ਇਹ ਵੇ ਉਹਦੇ ਖਾਸੇ ਦੇ ਪਿੱਛੇ ਵੀ ਕੋਈ ਦਰਦ ਲੁਕਿਆ ਹੋਇਆ ਹੈ। ਮੇਰੇ ਸਤਿਗੁਰੂ ਨੇ ਕਿਹਾ ਦੁੱਖ ਇੱਕ ਸਰਬ ਵਿਆਪਕ ਸੱਚਾਈ, ਜਿੱਥੇ ਚਾਰ ਸਰੀਰ ਨੇ ਉੱਥੇ ਅੱਗ ਬਲੇਗੀ। ਚਾਰ ਸਰੀਰ ਛੱਡੋ, ਜਿੱਥੇ ਇੱਕ ਸਰੀਰ ਹੈ ਉੱਥੇ ਵੀ ਅੱਗ ਜ਼ਰੂਰ ਬਲਣੀ ਹੈ, ਕਿਉਂਕਿ ਅੱਗ ਤੋਂ ਬਿਨਾਂ ਉਹਦੇ ਪੇਟ ਉਹਦੀ ਉਦਰ ਪੂਰਤੀ ਨਹੀਂ। ਜਿੱਥੇ ਇਨਸਾਨ ਰੱਬ ਨੇ ਪੈਦਾ ਕੀਤਾ ਉੱਥੇ ਦੁੱਖ ਦੀ ਅੱਗ ਵੀ ਨਾਲ ਪੈਦਾ ਕੀਤੀ। ਸਤਿਗੁਰੂ ਕੀ ਬਾਣੀ 'ਚ ਇੱਕੋ ਸਲੋਕ ਜ਼ਿਆਦਾ ਡਿਟੇਲ ਨਾਲ ਨਹੀਂ, ਮੈਂ ਇੱਕ ਪੱਖ ਲਿਆ ਕਿ ਸੁੱਖ ਵਿੱਚ ਪ੍ਰਵਿਰਤ ਹੋ ਜਾਣਾ ਦੁੱਖ ਦਾ ਜਨਮ ਹੈ। ਦੂਸਰੀ ਮੈਂ ਬੇਨਤੀ ਹੁਣ ਕਰਨ ਲੱਗਾ ਵਾਂ ਕਿ ਸੰਸਾਰ ਵਿੱਚ ਤਕਰੀਬਨ ਹਰ ਬੰਦਾ ਉਹ ਦੁੱਖ ਨਾਲ ਪੀੜਿਤ ਹੈ। ਉਸ ਬਾਰੇ ਗੁਰਦੇਵ ਦਾ ਇਹ ਅੰਮ੍ਰਿਤ ਸ਼ਲੋਕ ਜਿਹੜਾ ਅਸੀਂ ਰਾਮਕਲੀ ਕੀ ਵਾਰ ਵਿੱਚ ਪੜ੍ਹਦੇ ਹਾਂ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਉਹ ਸਾਰੇ ਰੋਣ ਵਾਲਿਆਂ ਦਾ, ਦੁੱਖ ਨਾਲ ਪੀੜਤਾਂ ਦਾ ਜ਼ਿਕਰ ਕੀਤਾ। ਮੇਰੇ ਮਨ 'ਚ ਇਹ ਸ਼ਲੋਕ ਪੜ੍ਹਦੇ ਇੱਕ ਆਇਆ, ਧਿਆਨ ਨਾਲ ਸੁਣਿਓ ਸ਼ਬਦ। ਚਲੋ ਇਹਦੀ ਵਿਆਖਿਆ ਲਈ ਸਾਨੂੰ ਕਾਫੀ ਜਿਹੜਾ ਉਹ ਪੁਰਾਣਕ ਇਤਿਹਾਸ ਪੜ੍ਹਨਾ ਪਏਗਾ ਤਾਂ ਇਹਦੀ ਵਿਆਖਿਆ ਹੋਵੇਗੀ। ਮਹਾਰਾਜ ਜੀ ਨੇ ਕਿਹਾ ਸੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਿਆ। ਇਹਦਾ ਮਤਲਬ ਤਿੰਨ ਗੱਲਾਂ ਕੀਤੀਆਂ ਮਹਾਰਾਜ ਜੀ ਨੇ। ਇੱਕ ਤੇ ਰਾਮ ਜੀ ਨੂੰ ਘਰੋਂ ਨਿਕਾਲਾ ਹੋਇਆ ਤਾਂ ਰੋਏ, ਸੀਤਾ ਵਿਛੜਦੀ ਹੈ ਤਾਂ ਰੋਏ, ਤੇ ਲక్ష్మణ ਮੁਰਸ਼ਾ ਹੁੰਦਾ ਤੇ ਤਾਂ ਰੋਏ। ਜੇ ਇਹਨੂੰ ਧਿਆਨ ਨਾਲ ਦੇਖੀ, ਜਦੋਂ ਸੀਤਾ ਹਰਨ ਹੁੰਦੀ, ਇਹਨੂੰ ਦਵੈਸ਼ 'ਚ ਨਹੀਂ ਲਿਜਾਣਾ, ਮੇਰੀ ਬੇਨਤੀ ਹੈ। ਤੇ ਮੈਂ ਅਕਸਰ ਅਰਜ਼ ਕਰਨਾ ਹੁੰਦਾ, ਗੁਰੂ ਦੀ ਹਜ਼ੂਰੀ 'ਚ ਕਦੀ ਵੀ ਅੰਨ ਮਤ ਬਾਰੇ ਵੀ ਕੋਈ ਸ਼ਬਦ ਆਵੇ, ਆਪਣੇ ਅੰਦਰ ਦੀ ਈਰਖਾ ਵਸ ਹੋ ਕੇ ਕਿਸੇ ਧਰਮ ਨੂੰ ਨੀਵਾਂ ਦਿਖਾਉਣ ਵਾਸਤੇ ਪਲੀਜ਼ ਵਿਆਖਿਆ ਨਾ ਕਰਿਓ, ਕਿਉਂਕਿ ਗੁਰੂ ਨੇ ਕਿਸੇ ਨੂੰ ਅਪਮਾਨਿਤ ਕਰਨ ਲਈ ਸ਼ਬਦ ਨਹੀਂ ਕਹੇ। ਸੱਚ ਇਹ ਵੀ ਗਿਰਿਆ ਹੋਇਆਂ ਦਾ ਜੀਵਨ ਚੁੱਕਣ ਵਾਸਤੇ ਬਾਣੀ ਉਚਾਰਨ ਕੀਤੀ। ਫਿਰ ਬੇਨਤੀ ਹੈ ਕਿ ਜੰਨੂ ਦੀ ਵਿਆਖਿਆ ਕਰਦਿਆਂ ਬਾਬਾ ਜੀ ਉਹਦਾ ਅਪਮਾਨ ਕਰਨਾ ਚਾਹੁੰਦੇ। ਸਤਿਗੁਰੂ ਕਹਿੰਦੇ ਨੇ ਬੰਦਾ ਸਦੀਆਂ ਤੋਂ ਜਨੇਊ ਪਾਈ ਬੈਠੇ, ਤੇ ਮੈਂ ਚਾਹੁੰਦਾ ਇਹਨੂੰ ਆਤਮਾ ਦਾ ਜੰਨੂ ਮਿਲ ਜਾਏ ਜਿਹੜਾ ਪਰਮਾਤਮਾ ਦੇ ਘਰ ਤੱਕ ਇਹਦੇ ਨਾਲ ਨਿਭੇ। ਮੇਰੀ ਬੇਨਤੀ ਹੈ, ਇੱਥੇ ਸਤਿਗੁਰੂ ਨੇ ਸ਼ਬਦ ਵਰਤੇ, ਨਿਕਾਲਾ ਪਿਆ ਤਾਂ ਰੋਏ, ਸੀਤਾ ਵਿਛੜੇ ਤਾਂ ਰੋਏ, ਲਖਮਨ ਮੁਰਸ਼ਦ ਹੋਇਆ ਤਾਂ ਰੋਏ। ਤੇ ਪਿਆਰਿਓ, ਜਿਨਨੇ ਸੀਤਾ ਹਰਨ ਕਰਕੇ ਆਂਦੀ, ਕੀ ਉਹ ਸੁਖੀ ਸੀ? ਗੁਰੂ ਸਾਹਿਬ ਨੇ ਕਿਹਾ ਜਿਹਦੇ ਕੋਲੋਂ ਸੀਤਾ ਵਿਛੜ ਗਈ ਉਹ ਵੀ ਰੋਇਆ, ਜਿਹੜਾ ਸੀਤਾ ਹਰਨ ਕਰਕੇ ਲਿਆਇਆ ਉਹ ਵੀ ਰੋਇਆ। ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਨ ਵਿਛੜ ਗਿਆ। ਮਹਾਰਾਜ ਕਹਿੰਦੇ ਨੇ ਉਹਨੂੰ ਵੀ ਵਿਛੋੜਾ ਪੈ ਗਿਆ। ਨਾਲ ਸ਼ਬਦ ਵਰਤਿਆ, ਕਹਿਣ ਲੱਗੇ ਰੋਵੈ ਦਹਿਸ਼ਰ ਲੰਕ ਗਵਾਏ, ਜਿਨ ਸੀਤਾ ਆਂਦੀ ਦੌਰੂ ਵਾਏ। ਜਿੰਨੇ ਆਂਦੀ ਉਹ ਵੀ ਰੋਇਆ, ਜਿਹਦੇ ਤੋਂ ਵਿਛੜੀ ਉਹ ਵੀ ਰੋਇਆ। ਪਿਆਰਿਓ, ਉਹ ਆਪਣਾ ਸਭ ਕੁਝ ਗਵਾ ਕੇ ਰੋਇਆ। ਇਹਦੇ ਨਾਲ ਪੀਰ ਫਕੀਰ ਪੈਗੰਬਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦੁੱਖ ਦਾ ਕੰਡਾ ਸਤਾਉਂਦਾ ਪਿਆ ਹੈ। ਮੈਂ ਬੇਨਤੀ ਕਰਾਂ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕੱਲਾ ਰਾਮ ਜੀ ਨਹੀਂ, ਰਾਵਣ ਵੀ ਰੋਏ ਨੇ। ਇੱਥੋਂ ਤੱਕ ਰੋਵੈ ਪਾਂਡਵ ਭੈ ਮਜੂਰ, ਜਿਨ ਕਾ ਸੁਆਮੀ ਰਹਿਤ ਹਦੂਰ। ਪਾਂਡਵ ਵੀ ਰੋਏ ਨੇ ਜਦੋਂ ਮਜ਼ਦੂਰੀ ਕਰਨੀ ਪਈ, ਜਿਨ੍ਹਾਂ ਦੇ ਅੰਗ ਸੰਗ ਕ੍ਰਿਸ਼ਨ ਜੀ ਰਹਿੰਦੇ ਨੇ। ਮੁੱਖ ਦੀ ਗੱਲ ਕੀ ਸਤਿਗੁਰੂ ਕਹਿੰਦੇ ਨੇ, ਪੰਡਿਤ ਰੋਏ, ਰਾਜੇ ਰੋਏ, ਜੋਗੀ ਰੋਏ। ਅਖੀਰ ਤੇ ਗੱਲ ਮੁਕਾ ਦਿੱਤੀ ਕਿ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਹਰ ਬੰਦਾ ਜਿਹੜਾ ਦੁੱਖ ਨਾਲ ਪੀੜਿਤ ਹੈ। ਅੱਜ ਵੀ ਤੁਸੀਂ ਸੱਚ ਇਹ ਜੇ, ਬਹੁਤ ਜ਼ਿਆਦਾ ਲੋਕ ਮੈਂਟਲੀ ਤੌਰ ਤੇ, ਮਾਨਸਿਕ ਤੌਰ ਤੇ ਪਰੇਸ਼ਾਨ ਨੇ। ਉਹ ਵਿਚਾਰਿਆਂ ਕੋਲ ਸਭ ਕੁਝ ਇਹ ਨਹੀਂ ਕਿ ਦੁਨੀਆ ਦਾ ਸੁੱਖ ਕੋਈ ਨਹੀਂ, ਉਹਨਾਂ ਕੋਲ ਘਰ ਹੈ, ਪਰਿਵਾਰ ਹੈ। ਤੁਸੀਂ ਬਾਹਰ ਜਦੋਂ ਅਸੀਂ ਵਿਚਰਨੇ ਆ, ਭਾਈ ਸਾਹਿਬ ਜਾਂਦੇ ਆ, ਮੇਰਾ ਖਿਆਲ ਕਿਸੇ ਗੁਰਦੁਆਰੇ ਚਲੇ ਜਾਈਏ, ਜਿੰਨੇ ਮਰਜ਼ੀ ਚੰਗੇ ਲੋਕ ਉੱਥੇ ਰਹਿੰਦੇ ਹੋਣ, ਤੁਹਾਨੂੰ ਕੋਈ ਨਾ ਕੋਈ ਬੰਦਾ ਸੰਗਤ ਵਿੱਚ ਬੈਠਾ ਹੋਇਆ ਮਾਨਸਿਕ ਪੱਧਰ ਤੇ ਬਿਮਾਰ ਜ਼ਰੂਰ ਮਿਲੇਗਾ। ਬੰਦਾ ਅੰਦਰੋਂ ਦੁੱਖ ਨਾਲ ਪੀੜਿਤ ਹੈ।
ਦੁਖੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੁੱਖ ਵਿੱਚੋਂ ਰੋਗ ਜਨਮ ਲੈਂਦਾ ਹੈ, ਦੂਜਾ ਹਰ ਬੰਦਾ ਸੰਸਾਰ ਦਾ ਕਿਸੇ ਨਾ ਕਿਸੇ ਦੁੱਖ ਨਾਲ ਪੀੜਤ ਹੈ, ਪਰ ਜਦੋਂ ਕੋਈ ਦੁੱਖ ਵਿੱਚ ਉਸ ਪਰਮਾਤਮਾ ਨੂੰ ਯਾਦ ਕਰੇ, ਇਹਨੂੰ ਥੋੜਾ ਜਿਹਾ ਬੇਨਤੀ ਨੂੰ ਧਿਆਨ ਨਾਲ ਸੁਣਿਓ, ਦੁੱਖ ਵਿੱਚ ਬੰਦੇ ਦੀ ਇਕਾਗਰਤਾ ਬਣ ਸਕਦੀ ਹੈ ਪਰਮਾਤਮਾ ਵਾਲੇ ਪਾਸੇ, ਸੁੱਖ ਵਿੱਚ ਨਹੀਂ ਬਣਦੀ, ਕਿਉਂਕਿ ਸੁੱਖ ਵਿੱਚ ਭੀੜ ਨਜ਼ਰ ਆਉਂਦੀ ਹੈ, ਦੁੱਖ ਵਿੱਚ ਸਿਰਫ ਬੰਦੇ ਨੂੰ ਆਪਣਾ ਇਕੱਲ ਤੇ ਆਪਣਾ ਦੁੱਖ ਨਜ਼ਰ ਆਉਂਦਾ ਹੈ। ਸੁੱਖ ਵਿੱਚ ਜਿੰਦਾਬਾਦ ਕਰਨ ਵਾਲੇ ਦਿਸਦੇ ਨੇ, ਦੁੱਖ ਵਿੱਚ ਘਰ ਦਾ ਵਿਹੜਾ ਬਿਲਕੁਲ ਵੀਰਾਨ ਹੋਇਆ ਹੁੰਦਾ ਹੈ। ਸੁੱਖ ਦੇ ਵਿੱਚ ਬੰਦੇ ਨੂੰ ਦੂਸਰੇ ਦੇ ਹੱਥ ਦਿਸਦਾ ਹੈ, ਦੁੱਖ ਵਿੱਚ ਬੰਦਾ ਬਿਲਕੁਲ ਲਾਚਾਰ ਹੋਇਆ ਹੁੰਦਾ ਹੈ। ਤੇ ਜਦੋਂ ਦੁੱਖ ਵਿੱਚ ਕੋਈ ਪਰਮਾਤਮਾ ਵਾਲੇ ਪਾਸੇ ਤੁਰੇ, ਮੇਰਾ ਖਿਆਲ ਬੜੀ ਬਖਸ਼ਿਸ਼ ਉਹਦੇ ਤੇ ਹੋਵੇ। ਗੁਰੂ ਸਾਹਿਬ ਨੇ ਬਾਣੀ 'ਚ ਪ੍ਰਮਾਣ ਵੀ ਦਿੱਤੇ ਨੇ। ਮੇਰੀ ਫਿਰ ਅਰਜ਼, ਹੁਣ ਸਾਨੂੰ ਦੁੱਖ ਹੁੰਦਾ, ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਤੋਂ ਅਰਦਾਸ ਕਰਾਈਏ, ਅਕਸਰ ਹੈ ਨਾ ਜੀ, ਬੜੇ ਦੁੱਖ ਨਾਲ ਪੀੜਤਾ ਬੰਦਾ ਹੱਥ ਮਾਰਦਾ ਕਿ ਸ਼ਾਇਦ ਮੇਰਾ ਦੁੱਖ ਕੱਟਿਆ ਜਾਏ। ਤੇ ਮੇਰਾ ਖਿਆਲ ਜੇ ਦੁੱਖ ਵੇਲੇ ਆਪਣੇ ਲਈ ਖੁਦ ਅੰਤਰ ਆਤਮੇ ਅਰਦਾਸ ਕਰੀਏ, ਜਿੰਨੀ ਸਾਡੀ ਪੁਕਾਰ ਰੱਬ ਦੇ ਦਰ ਤੇ ਸੁਣੀ ਜਾਏਗੀ, ਸ਼ਾਇਦ ਉਹਨੇ ਦੇ ਬੋਲ ਦੂਜੇ ਦੇ ਬੋਲ ਨਾ ਸੁਣੇ ਜਾਣ, ਕਿਉਂਕਿ ਦੁੱਖ ਨਾਲ ਪੀੜਤ ਹੋਏ ਬੰਦੇ ਨੇ ਖੱਬੇ ਸੱਜੇ ਝਾਕਣਾ ਬਿਲਕੁਲ ਬੰਦ ਕਰ ਦਿੱਤਾ। ਆਪਣੇ ਅੰਦਰੋਂ ਇੱਕ ਆਸ ਦੀ ਕਿਰਨ ਨਿਕਲਦੀ ਹੈ। ਫਿਰ ਬੇਨਤੀ ਕਰਾਂਗਾ, ਸੁੱਖ ਰੋਗ ਬਣ ਜਾਂਦਾ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੁੱਖ ਦਵਾਈ ਬਣ ਜਾਂਦਾ ਹੈ। ਫਿਰ ਜਿਹੜੇ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਮੁਸੀਬਤ ਵਿੱਚ ਵਾਹਿਗੁਰੂ ਨੂੰ ਯਾਦ ਕਰਦੇ ਨੇ, ਪਰ ਉਹਨੂੰ ਕੱਲਾ ਵਿਪਤਾ ਸਮੇਂ, ਮੁਸੀਬਤ ਸਮੇਂ, ਦੁੱਖ ਸਮੇਂ ਯਾਦ ਨਾ ਕਰੀਏ। ਪਿਆਰਿਓ, ਜਦੋਂ ਪਰਮਾਤਮਾ ਨੇ ਸੁੱਖ ਦਿੱਤਾ ਉਹਨੂੰ ਵੀ, ਉਦੋਂ ਵੀ ਉਹਨੂੰ ਜ਼ਰੂਰ ਯਾਦ ਕਰੀਏ। ਕਬੀਰ ਸਾਹਿਬ ਨੇ ਅੰਮ੍ਰਿਤ ਬਾਣੀ 'ਚ ਬਚਨ ਕਿਹਾ, ਕਹਿੰਦੇ ਮੰਨ ਲਓ ਤੇਰਾ ਕੰਮ ਨਹੀਂ ਚੱਲਦਾ, ਤੂੰ ਧਰਮ ਸਥਾਨ ਤੇ ਆ ਕੇ ਪੁਕਾਰ ਕਰਨਾ, ਤੂੰ ਗੁਰਦੁਆਰੇ, ਅਸੀਂ ਚਲੋ ਸ਼ਬਦ ਗੁਰਦੁਆਰਾ ਵਰਤ ਲਈਏ, ਸਾਨੂੰ ਲੋੜ ਹੈ ਦੁਕਾਨ ਦਾ ਮਹੂਰਤ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ, ਬੱਚੇ ਦਾ ਜਨਮ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ, ਕੋਈ ਚੰਗਾ ਰੁਤਬਾ ਮਿਲ ਗਿਆ ਤਾਂ ਅਰਦਾਸ ਕਰਨੀ। ਸਤਿਗੁਰੂ ਕਹਿੰਦੇ ਨੇ ਤੈਨੂੰ ਲੋੜ ਪਵੇ ਤਾਂ ਤੂੰ ਰੱਬ ਨੂੰ ਚੇਤੇ ਕਰਨਾ। ਕਿੰਨਾ ਚੰਗਾ ਹੋਵੇ ਜੇ ਲੋੜ ਤੋਂ ਬਿਨਾਂ ਵੀ ਰੱਬ ਨੂੰ ਚੇਤੇ ਕਰੇ, ਤੇ ਜਿੱਦਣ ਤੈਨੂੰ ਥੋੜ ਟੋਟਾ ਜਾਂ ਦੁੱਖ ਆਵੇਗਾ, ਪਰਮਾਤਮਾ ਉਦਨ ਤੇਰੇ ਤੇ ਬਖਸ਼ਿਸ਼ ਕਰੇਗਾ। ਕਬੀਰ ਸਾਹਿਬ ਦੇ ਬੋਲ ਨੇ, ਕਬੀਰ ਕਾਮ ਪਰੈ ਹਰਿ ਸਿਮਰਿਐ, ਜਿੱਦਣ ਤੈਨੂੰ ਲੋੜ ਤੂੰ ਉਦਨ ਚੇਤੇ ਕੀਤਾ। ਤੇ ਇਹੋ ਜਿਹਾ ਸਿਮਰਨ ਜਿਹੜਾ ਮੁਸੀਬਤ 'ਚ ਕੀਤਾ, ਜਿਹੜਾ ਸਿਮਰਨ ਤੂੰ ਦੁੱਖ ਵੇਲੇ ਕੀਤਾ, ਸੁੱਖ ਵੇਲੇ ਇੰਨਾ ਨੇਮ ਕਿਉਂ ਨਹੀਂ ਨਿਭਾਉਂਦਾ। ਕਬੀਰ ਕਾਮ ਪਰੈ ਹਰਿ ਸਿਮਰਿਐ, ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ, ਗਇਓ ਬਹੋਰੈ ਬਿਤ। ਤੇਰਾ ਉਸ ਥਾਂ ਤੇ ਟਿਕਾਣਾ ਹੋ ਜਾਏਗਾ ਜਿੱਥੇ ਮੌਤ ਵੀ ਤੈਨੂੰ ਖਤਮ ਨਹੀਂ ਕਰ ਸਕੇਗੀ। ਮੇਰੀ ਬੇਨਤੀ ਹੈ ਕਿ ਜਦੋਂ ਕੋਈ ਦੁਖੀ ਹੋ ਕੇ ਪੁਕਾਰਦਾ ਹੈ, ਦੁਖੀ ਹੋ ਕੇ ਰੱਬ ਦੇ ਦਰ ਤੇ ਢੈਂਦਾ ਹੈ, ਸੱਚ ਇਹ ਵੇ ਉਸ ਨਿਰਬਲਤਾ ਵਿੱਚੋਂ ਇੱਕ ਬੜਾ ਵੱਡਾ ਬਲ ਜਨਮ ਲੈਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸ਼ਾਇਦ ਇੱਥੇ ਇੱਕ ਵਾਰ ਕੀਤੀ ਸੀ, ਕਿ ਜਦੋਂ ਨਿਰਬਲ ਬੰਦਾ ਪੁਕਾਰ ਕਰਦਾ ਹੈ ਨਾ, ਸੱਚ ਇਹ ਵੇ ਰੱਬ ਬੜੀ ਵੱਡੀ ਉਹਨੂੰ ਸ਼ਕਤੀ ਦਿੰਦਾ। ਇਹਨੂੰ ਪ੍ਰੈਕਟੀਕਲ ਕਰਕੇ ਦੇਖੀਏ। ਕੱਲਾ ਮੈਂ ਲਫ਼ਜ਼ ਬੋਲੀ ਜਾਣਾ, ਆਪ ਜੀ ਸੁਣੀ ਜਾਓਗੇ, ਪ੍ਰਮਾਣ ਦਿੱਤਾ ਨਹੀਂ। ਅਸੀਂ ਅੰਮ੍ਰਿਤ ਬਚਨ ਵਾਰਾਂ ਤੇ ਵਧੀਕ ਵਿੱਚ ਦੋਹਰਾ ਰੂਪ ਚ ਪੜ੍ਹਨੇ ਕਿ ਬਲ ਛੁਟਕਿਓ ਬੰਧਨ, ਇਹ ਦੁੱਖ ਨਹੀਂ, ਹਰ ਤਰ੍ਹਾਂ ਦਾ ਬਲ ਚਲਾ ਗਿਆ, ਕੋਈ ਸ਼ਕਤੀ ਕੋਈ ਤਾਕਤ ਨਹੀਂ। ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ। ਇੰਨਾ ਵੱਡਾ ਦੁੱਖ ਹੁਣ ਕੋਈ ਉਪਾਅ ਹੀ ਨਹੀਂ ਰਿਹਾ, ਕੋਈ ਬੰਦਾ ਧੀਰਜ ਦੇ ਨੂੰ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ। ਕਹੋ ਨਾਨਕ ਅਬ ਓਟ, ਦੁੱਖ ਚ ਇੱਕ ਹਾਥੀ ਪੁਕਾਰ, ਕਹੋ ਨਾਨਕ ਅਬ ਹੋਟ ਹਰ ਗੱਜ ਜੂ ਹੋ ਸਹਾਏ। ਹੁਣ ਅਗਲੀ ਤੁਕ ਵੇਖੋ, ਕੀ ਉਹ એનર્ਜੀ ਨਹੀਂ, ਕੀ ਉਹ ਸ਼ਕਤੀ ਨਹੀਂ, ਕੀ ਉਹ ਬਲ ਨਹੀਂ, ਕਿ ਇੱਕ ਨਿਰਬਲ ਹੋਇਆ ਪੁਕਾਰ ਕਰਦਾ ਹੈ ਪਰਮਾਤਮਾ ਕਿ ਮੇਰੀ ਹਾਲਤ ਉਸ ਹਾਥੀ ਦੀ ਤਰ੍ਹਾਂ ਬਣ ਚੁੱਕੀ ਹੈ ਜਿਹਨੂੰ ਤੰਦਵੇ ਨੇ ਗ੍ਰਸ ਲਿਆ, ਬਿਲਕੁਲ ਨਿਰਬਲ ਖਾਂ। ਤੇ ਅੱਗੋਂ ਉਸ ਦੇ ਦਰ ਤੇ ਪੁਕਾਰ ਕਰਨ ਨਾਲ ਇੰਨੀ ਵੱਡੀ ਸਮਰੱਥਾ ਮਿਲੀ, ਨਿਰਬਲ ਬੰਦੇ ਨੂੰ ਵੀ ਰੱਬ ਨੇ ਬਲ ਦੇ ਦਿੱਤਾ। ਜਿਹਨੂੰ ਕਹਿ ਰਹੇ ਸਨ ਕਿ ਕਛੂ ਹੋ ਤੂੰ ਪਾਏ, ਇੰਨੀ ਤਾਕਤ ਦਿੱਤੀ, ਦੁਖੀ ਬੰਦਾ ਵੀ ਉੱਠ ਕੇ ਕਹਿਣ ਲੱਗ ਪੈਂਦਾ ਨਹੀਂ, ਅਜੇ ਮੇਰੇ ਪਰਮਾਤਮਾ ਦੇ ਘਰ ਦੀ ਅਜ਼ਮਤ, ਉਹਦਾ ਬਲ, ਉਹਦੀ ਸ਼ਕਤੀ ਬਹੁਤ ਕੁਛ ਮੈਨੂੰ ਦੇਗੀ। ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ,
कहो नानक अब ओट हर, गज ज्यों हो सहाय। फिर बल होवा बंधन छुटे। प्यारिओ ये जे दुख दारू इलाज मिलेगा इस विचों भी। बल होवा बंधन छुटे, सब किछ होत उपाय। नानक सब किछ तुमरे हाथ में, तुम्ही होत सहाय। उस दुख विचों जदों कोई पुकारदा, आओ एक दो प्रमाण सिर मैं होर दे देना इस संबंधी, फिर अगे मैं बेनती करनी है कि सिमरन करन वाले नूं शरीरक दुख नहीं पाउंदे, कि सिमरन करन वाले नूं लोक अपमानित नहीं करते। उस दुख नूं ऐ सुख विचों जिहड़ा दुख पैदा उहदे नाल तुलना ना देना। फिर बेनती सुनियो, एक दुख है कि बंदे नूं संसारक चंबड़िया, शरीर नूं बीमारी लग गई। एक दुख ਉਹ ਨੇ ਜਿਹੜੇ ਸੰਸਾਰ ਦੇ ਪਦਾਰਥ ਭੋਗ ਭੋਗ ਕੇ ਬੰਦੇ ਦੀ ਬੋਡੀ ਵਿੱਚੋਂ ਪੈਦਾ ਹੋਏ ਨੇ। ਇੱਕ ਦੁੱਖ ਉਹ ਨੇ ਜਿਹੜਾ ਸਮਾਜ ਬੰਦੇ ਨੂੰ ਦਿੰਦਾ ਹੈ, ਕਈ ਵਾਰੀ ਉਹਨੂੰ ਤਸੀਹੇ ਦਿੰਦਾ ਹੈ। ਮੈਂ ਇਹ ਅਸਲ 'ਚ ਬੇਨਤੀ ਕਰਨੀ ਚਾਹੁੰਦਾ ਗੁਰਮਖੋ, ਉਸ ਦੁੱਖ ਵਿੱਚ ਵੀ ਜਦੋਂ ਕੋਈ ਪਰਮਾਤਮਾ ਨੂੰ ਪੁਕਾਰਦਾ ਹੈ, ਉਹ ਦੁੱਖ ਵੀ ਬੰਦੇ ਵਾਸਤੇ ਦਵਾਈ ਬਣ ਜਾਂਦਾ ਹੈ। ਗੁਰੂ ਸਾਹਿਬ ਦਾ ਇੱਕ ਦੋ ਸਿਰਫ ਦੋ ਸ਼ਬਦ ਅਸੀਂ ਬਚਨ ਲੈ ਲਈ ਗੁਰੂ ਅਰਜਨ ਸਾਹਿਬ ਜੀ ਦੇ, कि जां को मुश्किल अत बने। दुख है ना, मुसीबत है, कोई बंदा सहारा नहीं दे रहा। जां को मुश्किल अत बने, ढोई कोई ना दे। लागू हुए दुश्मना, दुश्मना ने घेर लिया, ते जेड़े खून दे रिश्ते सन वो भी छड्ड के चले गए। दुख विच कोई अपना किसी ने पल्ला नहीं पकड़ाया। जां को मुश्किल अत बने, ढोई कोई ना दे। लागू हुए दुश्मना, साक पे भज खले। सबो भजै आसरा, चूकै सब असराओ। दुख दारू किवें बनदा है बंदा मुसीबत च बेचारा इन्ना विलक रहा। भरा छड्ड के चले गए, भैणां छड्ड के चलियां गईयां, मित्र छड्ड के चले गए, ईवन के इत्थों तक के पुत्तर धियां ते पत्नी परिवार भी छड्ड के चला गया। हुण बंदा कित्थे जाए? पहलां सुख सी, कोई परवाह ही नहीं। हुण इन्ना को दुख आ गया कि कोई अपने नेड़े नहीं टुकदा। मेरे सच्चे पातशाह कहंदे एक काम कर, इस दुख विच भी दारू बन सकदा है जे तू परमात्मा नूं चेते कर लवे तां। जां को मुश्किल अत बने, ढोई कोई ना दे। लागू होए दुश्मना, साक पे भज खले। सबो भजै आसरा, चूकै सब असराओ। चित आवे ओस पार ब्रह्म। अगे की है जी? लगे ना तत्ती वाओ। प्यारिओ दुख विचों दारू निकल आया, उस मुसीबत विचों एक आस की किरण पैदा हुई। दूसरी बेनती करदे हां, कला इहदे विच इह नहीं जिक्र किया भी इंसान की बॉडी नूं कोई रोग है, यही क्या बस लोकां ने घेर लिया, दुश्मनां ने घेर लिया। दूसरे विच महाराज जी ने एक बचन किया है, जे को होवे दुबला, शरीरक तौर पर भी कमज़ोर होवे, बीमारी लगी होवे। जे को होवे दुबला, नंग भोकी पीर, दमड़ा पल्ले ना पवे। एक पैसा भी नहीं बचता पिया बेचारे नूं, दमड़ी भी नहीं बचती। दमड़ा पल्ले ना पवे, ना को देवे धीर। स्वार्थ सवाओ ना को करे, न किछ होवे काज। बेचारा इन्ना दुख दा मारिया, कोई भी कम सिरे नहीं चढ़दा। ये भी दुख दारू बन जाता है। चित आवे ओस पार ब्रह्म, तां निचल होवे राज। मेरी सिर्फ एक बेनती है प्यारिओ, कहना बहुत सौखा है, दुख भी एक रब की बड़ी वड्डी दात है, बड़ी वड्डी बख्शिश है दुख। जे एक रात भी मर्ज की, दुख ना होवे बंदे नूं सुख का एहसास नहीं हुंदा। दुख ना होवे ते रब नूं बंदा चेते कित्थे करे। हुण देखो जिहड़े सिमरन करदे ने उन्हां उपर फिर दुख व्यापदा है। वो भी उस दुख नूं दारू समझ के परमात्मा दे शुक्र भी जुड़दे। थोड़ा जिहा आओ बाणी चों असीं देखीए कि ਜਿਹੜੇ ਬੰਦਗੀ ਕਰਦੇ ਨੇ ਉਹਨਾਂ ਤੇ ਦੁੱਖ नहीं व्यापे। रब ने सिमरन विच इन्नी को ताकत दे दी, उन्होंने दुख हंडाण की जांच आ जाती। बस एक जुगत है। मैं एक बार अर्ज की सी, कच्चा नारियल तोड़ो, ਉਹਦੇ छिलके नूं जे पत्थर नाल आपां तोड़ना चाहिए, कच्चे नारियल दे उपर वाले छिलके नूं जदों कोई चोट मारदा है, कई बारी ਉਹਦੇ अंदर दी गरी भी टुट जाती है, पर जदों नारियल पक जाए ਉਹਨੂੰ तोड़ो, ਉਹਨੂੰ चोट मारो, बाहर का छिलका टुट जा रहा है पर अंदर की गरी साबित रह जाती है। जदों कोई सिमरन भी जुड़ता है,
ਰਹਿੰਦਾ ਉਹ ਬਾਡੀ ਵਿੱਚ ਹੀ, ਸਰੀਰ 'ਚ ਹੀ ਰਹਿੰਦਾ ਹੈ। ਪਰ ਚੇਤੇ ਰੱਖਿਓ, ਸਰੀਰ 'ਚੋਂ ਇੰਨਾ ਕੁ ਫਾਸਲਾ ਬਣਾ ਲੈਂਦਾ ਹੈ ਜਿਵੇਂ ਪੱਕਾ ਹੋਇਆ ਇੱਕ ਨਾਰੀਅਲ, ਉਹਦਾ ਛਿਲਕਾ ਤੇ ਉਹਦੀ ਗਰੀ ਆਪਸ ਵਿੱਚ ਵਿੱਥ ਬਣਾ ਲੈਂਦੇ ਨੇ, ਫਾਸਲਾ ਬਣਾ ਲੈਂਦੇ ਨੇ। ਸੱਚ ਇਹ ਵੇ ਕਿ ਜਿਵੇਂ ਪੱਕੇ ਨਾਰੀਅਲ ਨੂੰ ਬਾਹਰੋਂ ਕੋਈ ਠੋਕਰ ਮਾਰਦਾ ਹੈ, ਥੱਲਿਓਂ ਗਰੀ ਸਾਬਤ ਨਿਕਲ ਆਉਂਦੀ ਏ। ਜਦੋਂ ਸਿਮਰਨ ਵਿੱਚ ਜੁੜੇ ਕੋਈ ਬੰਦੇ ਨੂੰ ਸਰੀਰਕ ਤੌਰ ਤੇ, ਸੰਸਾਰਿਕ ਤੌਰ ਤੇ ਕਿਸੇ ਰੂਪ ਵਿੱਚ ਵੀ ਦੁੱਖ ਸੱਟ ਮਾਰਦਾ ਹੈ, ਸਾਨੂੰ ਲੱਗਦਾ ਹੈ ਉਹਦਾ ਸਰੀਰ ਤਾਂ ਟੁਕੜੇ ਹੋ ਜਾਂਦਾ ਹੈ, ਪਰ ਅੰਦਰ ਦਾ ਸੁੱਖ ਉਹ ਟੁਕੜੇ ਵੀ ਨਹੀਂ ਹੋ ਸਕਦਾ। ਉਸ ਦੁੱਖ ਨੂੰ ਗੁਰੂ ਸਾਹਿਬ ਨੇ ਖੰਡਾਨ ਦੀ ਇੱਕ ਜੁਗਤ ਦੱਸੀ। ਆਓ ਉਹਨੂੰ ਥੋੜਾ ਜਿਹਾ ਅਸੀਂ ਬਾਣੀ 'ਚ ਦੇਖੀ। ਦੁੱਖ ਹੈ ਬੜਾ ਭੈੜਾ। ਗੁਰੂ ਨਾਨਕ ਸਾਹਿਬ ਦਾ ਰਾਤੀ ਮੈਂ ਅਰਜ਼ ਕੀਤੀ ਸੀ 4 ਤਰ੍ਹਾਂ ਦਾ ਦੁੱਖ। ਫਿਰ ਸਤਿਗੁਰੂ ਨਾਲ ਇਸ ਤੋਂ ਅਗਲਾ ਸ਼ਬਦ ਜਦੋਂ ਪੜਾਂਗੇ ਨਾ, ਇਹ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ। ਉਹਦੇ ਵਿੱਚ ਕਿਹਾ ਖਸਮ ਵਿਸਾਰ ਕੀ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਪਰ ਸਤਿਗੁਰੂ ਫਿਰ ਹੁਣ ਤੇਰੇ ਦਰ ਤੇ ਆ, ਸਾਨੂੰ ਦੇਖੋ ਇਸ ਦੁੱਖ ਦਾ ਕੋਈ ਇਲਾਜ ਹੈ। ਸਤਿਗੁਰੂ ਕਹਿੰਦੇ ਨੇ ਦੁੱਖ ਦੀ ਦਵਾਈ ਬਣਾ ਲੈ। ਮਹਾਰਾਜ ਦੁੱਖ ਦੀ ਦਵਾਈ ਕਿਵੇਂ ਬਣੇਗੀ? ਜਿਹਨੂੰ ਜਿਵੇਂ ਅੱਜ ਮਹਾਰਾਜ ਕਹਿ ਰਹੇ ਨੇ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਕੋਈ। ਮਹਾਰਾਜ ਦੁੱਖ ਕਿਵੇਂ ਦਵਾਈ ਬਣ ਜਾਂਦਾ ਹੈ? ਉੱਥੇ ਸਤਿਗੁਰੂ ਨੇ ਬਹੁਤ ਸੋਹਣੀ ਉਦਾਹਰਨ ਦਿੱਤੀ। ਸੱਪ ਦਾ ਜ਼ਹਿਰ, ਤੁਹਾਨੂੰ ਸਭ ਨੂੰ ਪਤਾ ਹੈ, ਸੱਪ ਕਿਸੇ ਨੂੰ ਕੱਟ ਜਾ ਉਹਦੀ ਮੌਤ ਤੱਕ ਹੋ ਜਾਂਦੀ। ਕਈ ਸੱਪ ਐਸੇ ਨੇ ਕਿ ਜਿੱਥੇ ਉਹ ਲੰਘ ਜਾਣ, ਉਹਨਾਂ ਦੇ ਜ਼ਹਿਰ ਦਾ ਤੁਪਕਾ ਵੀ ਕਿਤੇ ਡਿੱਗਾ ਹੋਵੇ, ਇਨਸਾਨ ਦੀ ਚਮੜੀ ਨੂੰ ਸਪਰਸ਼ ਕਰ ਜਾਏ ਤੇ ਬੰਦੇ ਨੂੰ ਰੋਗ ਲੱਗ ਜਾਂਦਾ। ਸੱਪ ਦਾ ਜ਼ਹਿਰ ਮੌਤ ਹੈ। ਪਰ ਦਵਾਈ ਬਣਾਉਣ ਵਾਲਿਆਂ ਨੂੰ ਪੁੱਛੋ, ਉਹ ਕਹਿੰਦੇ ਨਹੀਂ ਨਹੀਂ, ਸਿੱਧਾ ਸੱਪ ਹਮਲਾ ਕਰੇ ਤੇ ਸੱਚਮੁੱਚ ਜ਼ਹਿਰ ਮੌਤ ਹੈ। ਉਸੇ ਸੱਪ ਨੂੰ ਕੀਲ ਕੇ ਜ਼ਹਿਰ ਕੱਢ ਲਓ ਤੇ ਉਸੇ ਜ਼ਹਿਰ ਦੀ ਦਵਾਈ ਬਣਾ ਦਿਓ। ਉਹ ਦਵਾਈ ਕਈ ਵਾਰੀ ਮਰਦਿਆਂ ਵਾਸਤੇ ਜ਼ਿੰਦਗੀ ਬਣ ਜਾਂਦੀ ਹੈ। ਸੁਣਿਓ ਦੁੱਖ ਕਿਵੇਂ ਦਾਰੂ ਬਣ ਜਾਂਦਾ ਹੈ। ਇੱਕ ਲਫ਼ਜ਼ ਸਾਡੇ ਵਰਤੇ ਸਨ ਮੋਹਰਾ। ਗੁਰੂ ਸਾਹਿਬ ਨੇ ਬਾਣੀ 'ਚ ਵਰਤਿਆ, ਦੁੱਖ ਲਈ ਸ਼ਬਦ ਮੋਹਰਾ ਵੀ ਵਰਤਿਆ ਹੈ ਜੀ, ਸੰਖਿਆ ਸ਼ਬਦ ਵਰਤਨੇ। ਹੁਣ ਦੇਖੋ ਜਿਹੜਾ ਮੋਹਰਾ ਹੈ ਉਹ ਬੰਦਾ ਖਾਏ ਤੇ ਮੌਤ ਹੋ ਜਾਏਗੀ। ਕਿਸੇ ਹਕੀਮ ਨੂੰ ਪੁੱਛ ਕੇ ਦੇਖੋ, ਕਹਿੰਦਾ ਨਹੀਂ, ਇਹ ਮੋਹਰਾ ਹਰ ਥਾਂ ਤੇ ਮੌਤ ਨਹੀਂ, ਇਹ ਮੋਹਰਾ ਜ਼ਿੰਦਗੀ ਵੀ ਬਣ ਸਕਦਾ ਹੈ। ਉਸੇ ਸੰਖੀਏ ਨੂੰ, ਉਸੇ ਮੋਹਰੇ ਨੂੰ ਇਨਸਾਨ ਜੇ ਕਿਤੇ ਮਸਾਲੇ ਪਾ ਕੇ ਉਹਨੂੰ ਭਸਮ ਕਰ ਲੈ, ਉਹਨੂੰ ਮਾਰ ਲਵੇ, ਜ਼ਹਿਰ ਨੂੰ ਮਾਰ ਲਵੇ, ਸੰਖੀਏ ਨੂੰ ਮਾਰ ਲਵੇ ਤੇ ਕੁਸ਼ਤਾ ਬਣਾ ਲਵੇ, ਉਹਦੀ ਦਵਾਈ ਦੀਆਂ ਗੋਲੀਆਂ ਦੁਖੀ ਰੋਗੀ ਪੀੜਤ ਬੰਦੇ, ਦੁੱਖ ਨਾਲ ਵਿਲਕਦੇ ਬੰਦੇ, ਉਹ ਦਵਾਈ ਲੋਕਾਂ ਨੂੰ ਦੁੱਖ ਤੋਂ ਨਜ਼ਾਤ, ਦੁੱਖ ਤੋਂ ਮੁਕਤੀ ਦਵਾਉਂਦੀ ਏ। ਪਿਆਰਿਓ, ਇਕੱਲਾ ਸੰਖੀਆ ਖਾਵਾਂਗੇ ਤੇ ਮੌਤ ਹੈ। ਜੇ ਉਹਨੂੰ ਮਸਾਲੇ ਪਾ ਕੇ ਪਿਆਰਿਓ ਕਿਤੇ ਦਵਾਈ ਬਣਾ ਲਈਏ, ਉਹਨੂੰ ਮਾਰ ਲਈਏ, ਕੁਸ਼ਤਾ ਕਰ ਲਈਏ, ਉਹ ਖਾਇਆ ਬੰਦੇ ਨੂੰ ਸੁੱਖ ਮਿਲਦਾ ਹੈ। ਕੱਲਾ ਦੁੱਖ ਆਏਗਾ ਤੇ ਸੱਚਮੁੱਚ ਕਮਲਾ ਹੋ ਕੇ ਮਰ ਜਾਏਗਾ। ਜਿੱਦਣ ਤੇਰੇ ਕੋਲ ਦੁੱਖ ਆਵੇ ਤੇ ਗੁਰੂ ਦੇ ਦਿੱਤੇ ਸ਼ਬਦ ਦਾ ਮਸਾਲਾ ਪਾ, ਤੇਰਾ ਦੁੱਖ ਵੀ ਮਰ ਕੇ ਦਵਾਈ ਬਣ ਜਾਏਗਾ। ਇਹਦੇ ਖਾਣ ਨਾਲ ਤੈਨੂੰ ਜ਼ਿੰਦਗੀ ਮਿਲ ਜਾਏਗੀ, ਕਿਉਂਕਿ ਦੁੱਖ ਦਵਾਈ ਬਣਦਾ। ਇੱਥੇ ਸਾਹਿਬ ਨੇ ਲਫ਼ਜ਼ ਨੇ ਵਰਤਿਆ ਸਿਰਫ ਦੁੱਖ ਦਾਰੂ। ਤੇ ਮੇਰੀ ਇੱਛਾ ਸੀ ਬਾਣੀ 'ਚ ਕਿਵੇਂ ਦਵਾਈ ਬਣੇ। ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਹੈ, ਦੁੱਖ ਮੋਹਰਾ ਮਾਰਨ ਹਰ ਨਾਮ। ਮਾਰਨ ਦਾ ਅਰਥ ਹੈ ਮਸਾਲਾ। ਜੇ ਜ਼ਹਿਰ ਵਿੱਚ ਮਸਾਲੇ ਪਾ ਦਿੱਤੇ ਜਾਣ ਤੇ ਸੱਚ ਇਹ ਵੀ ਉਹ ਦਵਾਈ ਬਣ ਜਾਂਦਾ ਹੈ। ਦੁੱਖ ਵਿੱਚ ਜੇ ਕੀਰਤਨ ਦਾ ਮਸਾਲਾ ਬਣਾ ਪਾ ਦੇਂ ਤੇ ਦੁੱਖ ਦੀ ਦਵਾਈ ਬਣ ਜਾਏਗਾ। ਦੁੱਖ ਵਿੱਚ, ਇਸ ਸੰਖੀਏ ਵਿੱਚ ਜੇ ਤੂੰ ਸੁਖਮਨੀ ਸਾਹਿਬ ਦਾ ਮਸਾਲਾ ਪਾ ਦੇਂ, ਦੁੱਖ ਵੀ ਜਿਹੜਾ ਸੁਖ ਬਣ ਜਾਏਗਾ। ਜੇ ਇਸ ਦੁੱਖ ਦੇ ਵਿੱਚ ਤੂੰ ਵਾਹਿਗੁਰੂ ਗੁਰਮੰਤਰ ਦਾ ਮਸਾਲਾ ਪਾ ਦੇਂ, ਸ਼ਬਦ ਦਾ ਮਸਾਲਾ ਪਾ ਦੇਂ, ਗੁਰੂ ਸਾਹਿਬ ਕਹਿੰਦੇ ਨੇ ਸੱਚਮੁੱਚ ਦੁੱਖ ਦਵਾਈ ਬਣ ਜਾਂਦਾ, ਪਰ ਦਵਾਈ ਤਿਆਰ ਕਰਨ ਦਾ ਤਰੀਕਾ ਆਉਣਾ ਚਾਹੀਦਾ। ਦੁੱਖ ਦਾਰੂ, ਦੁੱਖ ਮੋਹਰਾ ਮਾਰਨ ਹਰ ਨਾਮ, ਖਰੀ ਕਾ ਨਾਮ, ਇਹਦੇ ਵਿੱਚ ਮਸਾਲਾ ਪਾ। ਅਰਜ਼ ਕੀਤੀ ਮਾਰਨ ਦਾ ਅਰਥ ਮਸਾਲਾ। ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ। ਕਿਵੇਂ ਦਾਰੂ ਬਣੇਗਾ? ਸਿਲਾ ਉਹ ਪੱਥਰ ਦਾ ਟੁਕੜਾ ਜਿਹਦੇ ਉੱਤੇ ਉਸ ਦਵਾਈ ਨੂੰ ਕੁੱਟਿਆ ਜਾਂਦਾ ਹੈ, ਪੀਸਿਆ ਜਾਂਦਾ ਹੈ। ਦੇਖੋ
ਇੱਕ ਰੱਖਿਆ ਹੁੰਦਾ ਪੱਥਰ ਦਾ ਟੁਕੜਾ ਥੱਲੇ, ਸ਼ਿਲਾ ਸ਼ਬਦ ਵਰਤਿਆ, ਇੱਕ ਹੁੰਦਾ ਪੱਥਰ ਦਾ ਟੁਕੜਾ ਹੱਥ 'ਚ ਪਕੜਿਆ, ਦੋ ਨੇ ਨਾ। ਇਹ ਦੁੱਖ ਸੱਚਮੁੱਚ ਇੱਕ ਸੰਖਿਆ ਹੈ, ਮੋਹਰਾ ਹੈ। ਨਾਮ ਜਪੇਗਾ, ਸਿਮਰਨ ਕਰੇਗਾ, ਜਿੰਨੀ ਸਿਮਰਨ ਦੀ ਦਵਾਈ ਪਏਗੀ, ਦੁੱਖ ਸੱਚਮੁੱਚ ਤੇਰੇ ਵਾਸਤੇ ਸੁਖ ਬਣ ਜਾਏਗਾ। ਦੂਸਰੀ ਗੱਲ, ਜਿਵੇਂ ਇੱਕ ਹਕੀਮ ਉਸ ਦਵਾਈ ਨੂੰ ਪੱਥਰ ਉੱਪਰ ਰੱਖ ਕੇ ਪੀਸ ਦੇ, ਤੂੰ ਸੰਤੋਖ ਦੀ ਸਿਲਾ ਅੰਦਰ ਤਿਆਰ ਕਰ। ਤੇ ਜੇ ਰੱਬ ਨੇ ਤੈਨੂੰ ਕੋਈ ਦਿੱਤਾ, ਹੱਥੋਂ ਦੇ ਕੇ ਭਲਾ ਮਨਾਏ, ਦਾਨ ਪੁੰਨ ਕਰਨ ਵਾਲਾ ਪੁੱਤ ਪੱਥਰ ਉੱਤੋਂ ਪਕੜ, ਫਿਰ ਇਹੋ ਜੀ ਦਵਾਈ ਪਿਸ ਕੇ ਤਿਆਰ ਹੋ ਜਾਏਗੀ, ਜਮਦੂਤ ਵੀ ਤੇਰੇ ਨੇੜੇ ਨਹੀਂ ਆਏਗਾ। ਸਤਿਗੁਰੂ ਦੇ ਬੋਲ, ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ, ਨਿਤ ਨਿਤ ਲਿਓ ਨਾ ਛੀਜੈ ਦੇ, ਦੁੱਖ ਦਾਰੂ। ਮੈਂ ਵਿੱਚੋਂ ਤੁਕਾ ਲੈ ਰਿਹਾ, ਨਿਤ ਨਿਤ ਲਿਓ ਨਾ ਛੀਜੈ ਦੇ, ਅੰਤ ਕਾਲ ਜਮ ਮਾਰੇ ਠੇ ਪਿਆਰਿਓ। ਇਹ ਦਵਾਈ ਤਾਂ ਅੰਤਲੇ ਸਮੇਂ ਜਮਦੂਤ ਨੂੰ ਹੀ ਪਟਕਾ ਕੇ ਮਾਰਦੀ। ਖਾਂ ਦੁੱਖ ਆ ਜਾਏ, ਬੰਦਾ ਸਿਮਰਨ ਵੱਲ ਚੱਲ ਪਵੇ। ਤੇ ਯਾਦ ਰੱਖਿਓ, ਦੁੱਖ ਜ਼ਿੰਦਗੀ ਦਾ ਕੋਈ ਪੜਾਂਖ ਹੈ, ਬੰਦਾ ਆਤਮ ਹੱਤਿਆ ਵੀ ਕਰ ਸਕਦਾ ਹੈ। ਦੁੱਖ ਵਿੱਚ ਬੰਦਾ ਕਿਸੇ ਦਾ ਕਤਲ ਵੀ ਕਰ ਸਕਦਾ ਹੈ। ਦੁੱਖ ਵਿੱਚ ਬੰਦਾ ਕਈ ਵਾਰੀ ਪਰਿਵਾਰ ਨੂੰ ਵੀ ਛੱਡ ਕੇ ਚਲਾ ਜਾਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ, ਤੇਰੇ ਕੋਲ ਇੱਕ ਤਰੀਕਾ ਹੈ ਇਸ ਦੁੱਖ ਨੂੰ ਸੁੱਖ ਵਿੱਚ ਚੇਂਜ ਕਰਨੇ, ਤੂੰ ਬਾਣੀ ਨਾਲ ਜੁੜ ਜਾ। ਜਪਜੀ ਸਾਹਿਬ ਤਾਂ ਬਾਬਾ ਜੀ ਨੇ ਕਮਾਲ ਦੇ ਵਚਨ ਕੀਤੇ, ਕਹਿਣ ਲੱਗੇ, ਅੱਜ ਤੱਕ ਕਦੀ ਦੁੱਖ ਪਾਈਏ ਤੇ ਸੁੱਖ ਨਿਕਲਦੇ ਦੇਖੇ ਨੇ? ਨਹੀਂ, ਦੁੱਖ ਤਾਂ ਦੁੱਖ ਵਧੇਗਾ। ਮੈਂ ਤਾਂ ਇੱਕ ਵਾਰ ਅਰਜ਼ ਕੀਤੀ ਸੀ ਕਿ ਇੱਕ ਦੁੱਖ ਦਾ ਫੁਰਨਾ ਚੇਤੇ ਕਰੋ, ਖਿਆਲ ਪੈਦਾ ਕਰੋ, ਕਿੰਨਾ ਸਮਾਂ ਬੰਦਾ ਅਪਸੈਟ ਰਹਿੰਦਾ ਹੈ। ਕਈ ਵਾਰੀ ਕੀ ਹੁੰਦਾ ਹੈ, ਬੰਦਾ ਸ਼ਬਦ ਪੜ੍ਹਦਾ ਹੈ ਤੇ ਸ਼ਬਦ ਪੜ੍ਹਦਿਆਂ ਵੀ ਲੜਾਈ ਕਰੀ ਜਾਂਦਾ ਹੈ। ਜ਼ਬਾਨ ਸ਼ਬਦ ਬੋਲਦੀ ਹੈ, ਮਨ ਉਹਨਾਂ ਨਾਲ ਲੜਨ ਤੁਰ ਜਾਂਦਾ ਜਿਨ੍ਹਾਂ ਨਾਲ ਈਰਖਾ ਹੁੰਦੀ ਹੈ। ਕੱਲਾ ਬੰਦਾ ਕਿਉਂ ਗੁੱਸੇ 'ਚ ਆ ਜਾਂਦਾ ਹੈ, ਕਿਉਂ ਕ੍ਰੋਧਿਤ ਹੋ ਜਾਂਦਾ ਹੈ, ਕਿਉਂ ਮੱਥੇ ਤੇ ਤਿਉੜੀ ਪੈ ਜਾਂਦੀ? ਉਹਦਾ ਕਾਰਨ ਇਹ ਵੇ, ਉਹ ਸਰੀਰਕ ਤੌਰ ਤੇ ਕੱਲਾ ਹੈ, ਖਿਆਲਾਂ ਦੇ ਤੌਰ ਤੇ ਉਹਨੇ ਪਤਾ ਨਹੀਂ ਕਿੰਨੇ ਕੁ ਵਿਰੋਧੀ ਚਾਰ ਚੁਫੇਰੇ ਇਕੱਠੇ ਕੀਤੇ ਨੇ। ਉਹ ਜਿੰਨੇ ਖਿਆਲ ਨੇ ਉਹਦੇ ਉੱਪਰ ਅਸਰ ਕਰਦੇ ਨੇ। ਇਹੀ ਕਾਰਨ ਕਿ ਚੰਗਾ ਭਲਾ ਸ਼ਾਂਤ ਬੰਦਾ ਵੀ ਜੇ ਮਾੜੇ ਫੁਰਨੇ ਬਣਾਏ ਤੇ ਉਹਦੇ ਮੱਥੇ ਉੱਤੇ ਵੀ ਤਿਉੜੀ ਪੈ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ, ਉਸ ਦੁੱਖ ਨੂੰ ਸੁੱਖ ਵਿੱਚ ਕੌਣ ਤਬਦੀਲ ਕਰ ਸਕਦਾ ਹੈ? ਉਹ ਹੈ ਦਾਰੂ ਤਾਂ ਬਣੇਗਾ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਦਾਰੂ ਸੁਖ ਰੋਗ ਪਿਆ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਦਾਰੂ ਬਣ ਜਾਏਗਾ। ਜਿੰਨੀ એનર્ਜੀ ਤੂੰ ਕਲਪ ਰਿਹਾ ਹੈ, ਇੰਨੀ ਪਰਮਾਤਮਾ ਦੇ ਦਰ ਤੇ ਪੁਕਾਰਨਾ ਸ਼ੁਰੂ ਕਰ ਦੇ। ਮੈਂ ਅਗਲੀ ਬੇਨਤੀ ਕਰਾਂ, ਜਿਨ੍ਹਾਂ ਨੂੰ ਨਾਮ ਦਾ ਸੁੱਖ ਮਿਲਿਆ ਜਾਂ ਸੁੱਖ, ਮੈਂ ਅੱਧੀ ਤੁਕ ਅਗਲੀ ਤੇ ਆ ਗਿਆ। ਦੁੱਖ ਦਾਰੂ, ਦੁੱਖ ਦਵਾਈ ਬਣ ਜਾਏਗੀ ਜੇ ਨਾਮ ਜਪੇਗਾ ਤਾਂ। ਦੁੱਖ ਦਵਾਈ ਬਣ ਜਾਏਗੀ ਜੇ ਕੀਰਤਨ ਕਰੇਗਾ ਤਾਂ। ਦੁੱਖ ਦਵਾਈ ਬਣ ਜਾਏਗੀ ਜੇ ਵਾਹਿਗੁਰੂ ਦਾ ਚਿੰਤਨ ਕਰੇਗਾ। ਜਦੋਂ ਉਸ ਦੁੱਖ ਵਿੱਚੋਂ ਆਤਮਿਕ ਸੁੱਖ ਨਿਕਲੇ, ਫਿਰ ਬੇਨਤੀ ਸੁਣਿਓ, ਦੁੱਖ ਦਾਰੂ ਸੁੱਖ ਰੋਗ ਪਿਆ। ਸੁੱਖ ਨੇ ਬਿਮਾਰੀ ਨੂੰ ਜਨਮ ਦਿੱਤਾ, ਉਹ ਰੋਗ ਬਣ ਗਿਆ, ਦੁੱਖ ਬਣ ਗਿਆ। ਉਸ ਦੁੱਖ ਵਿੱਚ ਜਦੋਂ ਸਿਮਰਨ ਕੀਤਾ ਤੇ ਉਹ ਦਵਾਈ ਬਣ ਗਈ। ਜਾਂ ਸੁੱਖ, ਜਾਂ ਸੁੱਖ ਦਾ ਅਰਥ ਹੈ ਦੁੱਖ ਦਾਰੂ ਵਿੱਚੋਂ ਜਿਹੜਾ ਸੁੱਖ ਨਿਕਲਿਆ। ਫਿਰ ਇਸ ਤੁਕ ਨੂੰ ਕਿਉਂਕਿ ਥੋੜਾ ਜਿਹਾ ਧਿਆਨ ਨਾਲ ਸੁਣਿਓ, ਆਪ ਸੂਝਵਾਨ ਬੈਠੇ ਹੋ। ਦੁੱਖ ਦਾਰੂ ਸੁੱਖ ਰੋਗ ਪਿਆ। ਮੈਂ ਇਹਦੇ ਤਾਂ ਹੀ ਕਥਾ ਇਹਦੀ ਸੁੱਖ ਰੋਗ ਪਾਇਆ ਤੋਂ ਸ਼ੁਰੂ ਕੀਤੀ। ਸੁੱਖ ਰੋਗ ਬਣਿਆ, ਉਹ ਰੋਗ ਹੀ ਤਾਂ ਦੁੱਖ ਹੈ। ਹੁਣ ਉਸ ਦੁੱਖ ਦਾ ਪੀੜਤ ਹੋਇਆ ਬੰਦਾ ਲੱਭਣ ਤੁਰਿਆ, ਦਵਾਈ ਕਿੱਥੋਂ ਲੱਭੇ? ਦੁਖੀ ਬੰਦੇ ਨੂੰ ਗੁਰੂ ਨੇ ਨਾਮ ਦੀ ਦਾਤ ਦੇ ਦਿੱਤੀ। ਪਿਆਰਿਓ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਦੁਖੀ ਸੀ ਨਾ, ਹੁਣ ਉਸ ਪਰਮਾਤਮਾ ਨੇ ਸਰਬ ਰੋਗ ਕਾ ਔਖਦ ਨਾਮ। ਹੁਣ ਜਿਹੜਾ ਸੁੱਖ ਵਿੱਚੋਂ ਰੋਗ ਉਪਜਿਆ, ਇਹ ਦੁਖੀ ਹੋ ਗਿਆ। ਹੁਣ ਦੁੱਖ ਦਾਰੂ ਤਾਂ ਬਣਿਆ ਕਿ ਇਹਨੇ ਨਾਮ ਦੀ ਭਾਲ ਕੀਤੀ। ਹੁਣ ਉਸ ਦਵਾਈ ਵਿੱਚੋਂ ਜਿਹੜਾ ਸੁੱਖ ਨਿਕਲਿਆ, ਹੁਣ ਜਾਂ ਸੁੱਖ ਦੇ ਅਰਥ ਪਹਿਲਾਂ ਨਹੀਂ ਕਰਨਾ ਸੁੱਖ ਰੋਗ ਪਿਆ। ਮੈਂ ਤਾਂ ਅਰਜ਼ ਕਰ ਰਿਹਾ ਕਿ ਪਹਿਲਾ ਸੁੱਖ ਰੋਗ ਪਿਆ ਹੈ ਇੰਦਰਿਆਵੀ ਸੁੱਖ, ਵਾਸ਼ਨਾ ਦਾ ਸੁੱਖ, ਪਦਾਰਥਾਂ ਦਾ ਸੁੱਖ। ਤੇ ਅੱਗੇ ਜਿਹੜਾ ਅਗਲੇ ਬਚਨ ਨੇ, ਜਾਂ ਸੁੱਖ
ਇਹਦਾ ਅਰਥ ਉਹ ਆਤਮਿਕ ਸੁੱਖ ਜਿਹੜਾ ਦੁੱਖ ਦੀ ਦਵਾਈ ਵਿੱਚੋਂ ਪੈਦਾ ਹੋਇਆ ਹੈ, ਜਿਹੜਾ ਸਿਮਰਨ ਵਿੱਚੋਂ ਪੈਦਾ ਹੋਇਆ, ਉਸ ਸੁੱਖ ਦਾ ਜ਼ਿਕਰ ਤਾਂ ਬਾਬਾ ਜੀ ਨੇ ਵਾਰ-ਵਾਰ ਕੀਤਾ। ਬੰਦਾ ਭਾਲਦਾ ਵੀ ਸੁੱਖ ਜੇ। ਮੈਂ ਇੱਕ ਬੇਨਤੀ ਕਰਾਂ, ਅੱਜ ਸੱਚੀ ਮੁੱਚੀ ਆਪਾਂ ਵੀ ਬਾਹਰ ਜਾਂਦੇ ਹਾਂ, ਕਿਸ ਤੋਂ ਕਲਾਸ ਲੈ ਲਈਏ, ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ ਮਿਲ ਜਾਏ। ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕਿਸੇ ਨੇ ਸ਼ਾਂਤੀ ਨਹੀਂ ਜੇ ਦੇਣੀ। ਰਾਤ ਵੀ ਅਰਜ਼ ਕੀਤੀ ਸੀ, ਮੈਨੂੰ ਥੋੜਾ ਜਿਹਾ ਵਿਸਤਾਰ ਕਰ ਦੇਣਾ। ਦੁੱਖ ਕਿੱਥੋਂ ਨਿਕਲਦਾ ਹੈ? ਇੱਕ ਤਾਂ ਚਲੋ ਰੱਬ ਨੂੰ ਭੁੱਲਿਆ, ਪਰਮੇਸ਼ਰ ਤੇ ਭੁੱਲਿਆ, ਅਸਲੇ ਤੋਂ ਟੁੱਟਿਆ, ਦੁੱਖ ਮੂਲ ਤੋਂ ਟੁੱਟਿਆ। ਪਰ ਇਹ ਵੀ ਸੱਚ ਹੈ ਕਿ ਬੰਦਾ, ਰਾਤ ਮਰਜ਼ ਕੀਤੀ ਸੀ, ਜਿੱਥੇ ਜਿੱਥੇ ਆਪਣਾ ਚਿੱਤ ਜੋੜ ਕੇ ਰੱਖਦਾ ਉੱਥੋਂ ਹੀ ਦੁੱਖ ਸੁੱਖ ਲਈ ਜਾਂਦਾ ਹੈ। ਜਿੱਥੇ ਹੁਣ ਜਦੋਂ ਮੈਂ ਬੋਲ ਰਿਹਾ, ਆਪ ਜੀ ਸੁਣ ਰਹੇ ਹੋ ਕਿ ਇਸ ਸਕਿੰਟ ਵਿੱਚ ਮੈਂ ਮਿੰਟ ਦੀ ਗੱਲ ਨਹੀਂ ਕਰਦਾ, ਕਿ ਜੋ ਮੈਂ ਇੱਕ ਸਕਿੰਟ ਲਫ਼ਜ਼ ਵਰਤਿਆ ਲੰਘ ਚੁੱਕਾ ਜਾਂ ਹੁਣ ਹੈ, ਕਿ ਇਸ ਵਕਤ ਇਸ ਪਲੈਨਟ ਤੇ, ਇਸ ਧਰਤੀ ਤੇ ਅਣਗਿਣਤ ਬੰਦੇ ਮਰ ਨਹੀਂ ਰਹੇ। ਧਿਆਨ ਨਾਲ ਸੁਣਿਓ, ਕਿਸੇ ਦਾ ਐਕਸੀਡੈਂਟ ਹੋ ਗਿਆ ਇਸ ਵੇਲੇ ਇੱਕ ਸਕਿੰਟ 'ਚ, ਕਿਸੇ ਦੀ ਹਸਪੀਟਲ ਵਿੱਚ ਮੌਤ ਹੋ ਗਈ, ਕਿਸੇ ਦਾ ਇੱਕੋ ਇੱਕ ਇਕਲੌਤਾ ਪੁੱਤਰ ਮਰ ਗਿਆ, ਕਿਸੇ ਦੇ ਪਤੀ ਦੀ, ਕਿਸੇ ਦੀ ਪਤਨੀ ਦੀ, ਇਸ ਵਕਤ ਹੋ ਰਿਹਾ ਹੈ। ਪਰ ਆਪਾਂ ਬਿਲਕੁਲ ਚੁੱਪ ਬੈਠੇ, ਸਾਡੇ ਤੇ ਕੋਈ ਅਸਰ ਹੈ? ਹੋ ਤਾਂ ਰਿਹਾ ਨਾ, ਸਾਡੇ ਤੇ ਅਸਰ ਕਿਉਂ ਨਹੀਂ? ਤੇ ਇਸ ਵਕਤ ਕਿਸੇ ਦੇ ਘਰ ਵਿੱਚ ਪੁੱਤਰ ਧੀ ਜਨਮ ਲੈ ਰਿਹਾ, ਕਿਸੇ ਦਾ ਤੰਦਰੁਸਤ ਜਿਹੜਾ ਉਹਨੂੰ ਹਸਪੀਟਲ 'ਚੋਂ ਛੁੱਟੀ ਮਿਲ ਰਹੀ ਹੈ, ਕਿਸੇ ਦਾ ਵਿਗੜਿਆ ਹੋਇਆ ਕੰਮ ਹੋ ਗਿਆ, ਕੀ ਆਪਾਂ ਖੁਸ਼ ਹਾਂ? ਨਹੀਂ। ਬੰਦੇ ਦੀ ਜ਼ਿੰਦਗੀ ਦੇ ਹਰ ਇੱਕ ਲਮਹੇ ਤੇ ਸੰਸਾਰ ਵਿੱਚ ਦੁੱਖ, ਮੌਤ, ਸੁੱਖ, ਜਨਮ ਸਭ ਕੁਝ ਵਾਪਰਦਾ ਹੈ। ਉਹ ਹੀ ਕਤਲ, ਉਹ ਹੀ ਐਕਸੀਡੈਂਟ, ਉਹ ਹੀ ਦੁੱਖ ਸਾਨੂੰ ਵੰਚਲਿਤ ਕਰਦਾ ਹੈ। ਜਿਸ ਬੰਦੇ ਨਾਲ ਅਸੀਂ ਜੁੜੇ ਹਾਂ, ਜਿਹਦੇ ਨਾਲ ਆਪਾਂ ਨਹੀਂ ਜੁੜੇ, ਭਾਵੇਂ ਉਹ ਦੁਖੀ ਹੋਵੇ ਤੇ ਭਾਵੇਂ ਸੁਖੀ ਹੋਵੇ, ਸਾਡੇ ਅੰਦਰ ਕੋਈ ਵੀ ਅਸਰ ਨਹੀਂ। ਪਕੜੀ ਤਾਂ ਦੁੱਖ ਹੈ ਪਿਆਰਿਓ, ਸੱਚੀ ਗੱਲ ਜੇ। ਪਕੜੀ ਇੱਕ ਵਾਰੀ ਛੱਡ ਕੇ ਛੱਡਣਾ ਬੜਾ ਮੁਸ਼ਕਿਲ ਜੇ। ਬੰਦਾ ਸਰੀਰ ਛੱਡ ਜਾਂਦਾ ਜੇ, ਪਰ ਪਕੜ ਫਿਰ ਵੀ ਨਹੀਂ ਛੁੱਟਦੀ, ਅਗਲੇ ਜਨਮ 'ਚ ਨਾਲ ਤੁਰ ਪੈਂਦੀ। ਜਿਹਦੇ ਨਾਲ ਸਾਡੀ ਚਿੱਤ ਕਰਕੇ ਪਕੜੇ, ਉਹੀ ਸਾਨੂੰ ਦੁਖੀ ਕਰਦਾ ਹੈ। ਤੇ ਜਿਹਨੂੰ ਛੱਡ ਹੀ ਦਿੱਤਾ, ਉਹਨੇ ਕੀ ਦੁੱਖ ਸਾਨੂੰ ਦੇਣਾ ਹੈ? ਮੈਂ ਫਿਰ ਅਰਜ਼ ਕਰਾਂਗਾ ਕਿ ਅਸਲ 'ਚ ਦੁੱਖ ਵਿੱਚ ਜਦੋਂ ਕਿਤੇ ਸਿਮਰਨ ਕਰਕੇ, ਪਰ ਬੜਾ ਮੁਸ਼ਕਲ ਜੇ। ਉਸ ਵਕਤ ਦੁੱਖ ਦੀਆਂ ਤਰੰਗਾਂ ਇੰਨੀਆਂ ਕੁ ਉੱਠਦੀਆਂ ਨੇ, ਇੱਕ ਇੱਕ ਤੁਕ ਪੜਨ ਤੋਂ ਬਾਅਦ ਦੁੱਖ ਫਿਰ ਪੀੜਤ ਕਰਦਾ, ਫਿਰ ਚੇਤਾ ਆਉਂਦਾ, ਉਹ ਗੱਲ ਵਿਸਰਦੀ ਨਹੀਂ, ਵਾਰ-ਵਾਰ ਅੰਦਰ ਨੂੰ ਦੁਖੀ ਕਰਦੀ ਏ। ਪਰ ਜੇ ਬੰਦਾ ਸੱਚਮੁੱਚ ਅਰਦਾਸ ਕਰਕੇ, ਦਾਤਾ ਤੂੰ ਕਿਰਪਾ ਕਰ, ਉਸ ਦੁੱਖ ਵਿੱਚ ਪਰਮਾਤਮਾ ਨੂੰ ਪੁਕਾਰੇ, ਉਸ ਦੁੱਖ ਵਿੱਚੋਂ ਜਿਹੜਾ ਅੰਦਰ ਦਾ ਸੁੱਖ ਨਿਕਲੇਗਾ, ਜਾਂ ਸੁੱਖ ਤਾਮ ਨਾ ਹੋਈ, ਉਸ ਸੁੱਖ ਵਿੱਚੋਂ ਭਾਵੇਂ ਸਰੀਰ ਦਾ ਦੁੱਖ ਵੀ ਪੈਦਾ ਹੋ ਜਾਏ, ਬੰਦੇ ਉੱਤੇ ਉਹ ਦੁੱਖ ਕਦੀ ਅਸਰ ਨਹੀਂ ਕਰੇਗਾ। ਆਓ ਥੋੜਾ ਜਿਹਾ ਮੈਂ ਆਪ ਜੀ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਹਨਾਂ ਮਹਾਂਪੁਰਖਾਂ ਵੱਲ, ਉਹਨਾਂ ਭਗਤਾਂ ਵੱਲ ਦਿਵਾਣਾ ਚਾਹਨਾ, ਜਿਨ੍ਹਾਂ ਜ਼ਿੰਦਗੀ 'ਚ ਦੁੱਖ ਬੜਾ ਹੰਡਾਇਆ। ਬਸ ਇਸ ਗੱਲ ਨੂੰ ਤਿਆਰ ਰੱਖੀ ਆਪਣੇ ਆਪ ਨੂੰ। ਕਈ ਵਾਰੀ ਅਸੀਂ ਕਹਿੰਦੇ ਸਾਨੂੰ ਇਕੱਲੇ ਨੂੰ ਦੁੱਖ ਦਿੱਤਾ ਰੱਬ ਨੇ। ਇੱਕ ਜੀ ਟੈਨਿਸ ਦਾ ਖਿਡਾਰੀ ਹੋਇਆ, ਵਿਸ਼ਵ ਚੈਂਪੀਅਨ, ਆਰਥਰ ਐਸ਼, ਨਾ ਸੁਣਿਆ ਹੋਣਾ ਤੁਸੀਂ। ਇਹਨੂੰ ਬੜੀ ਭਿਆਨਕ ਬਿਮਾਰੀ ਲੱਗ ਗਈ। ਮੈਂ ਇੱਕ ਦਿਨ ਇਹਦੇ ਬਾਰੇ ਪੜ੍ਹਿਆ, ਮੈਨੂੰ ਗੱਲ ਬੜੀ ਚੰਗੀ ਲੱਗੀ, ਮੈਂ ਤੁਹਾਨੂੰ ਨਾਲ ਸ਼ੇਅਰ ਕਰਨ ਲੱਗਾ। ਇਹਨੂੰ ਰੋਗ ਬੜਾ ਖਤਰਨਾਕ ਲੱਗ ਗਿਆ। ਜਿਹੜੇ ਨੂੰ ਪਿਆਰ ਕਰਨ ਵਾਲੇ ਸਨ, ਉਹਨਾਂ ਦੇ ਸਨੇਹ ਆਏ, ਪੱਤਰਕਾਵਾਂ ਆਈਆਂ, ਹਮਦਰਦੀ ਪ੍ਰਗਟ ਕੀਤੀ ਵੀ ਐਡਾ ਵੱਡਾ ਬੰਦਾ ਵਿਸ਼ਵ ਚੈਂਪੀਅਨ, ਇਹਨੂੰ ਇਹ ਰੋਗ ਲੱਗ ਗਿਆ। ਇੱਕ ਬੰਦੇ ਨੇ ਚਿੱਠੀ ਪਾਈ, ਉਹਦੇ 'ਚ ਉਹਨੇ ਇੱਕ ਲਫ਼ਜ਼ ਲਿਖਿਆ, ਕਹਿੰਦਾ ਐਸ਼, ਮੈਨੂੰ ਤੇਰੀ ਬਿਮਾਰੀ ਕਰਕੇ ਮੈਂ ਥੋੜਾ ਜਿਹਾ ਦੁਖੀ ਹੋਇਆ, ਪਰ ਪਤਾ ਨਹੀਂ ਮੇਰੇ ਮਨ ਵਿੱਚ ਬੜੇ ਖਰਨੇ ਫੁਰਨੇ ਰੱਬ ਪ੍ਰਤੀ, ਵਾਹਿਗੁਰੂ ਪ੍ਰਤੀ, ਚਲੋ ਉਹਨਾਂ ਸ਼ਬਦ ਗੌਡ ਵਰਤਿਆ, ਮੈਂ ਪਰਮਾਤਮਾ ਪ੍ਰਤੀ ਬੜੇ ਫੁਰਨੇ ਬਣਾਈ ਬੈਠਾ। ਤੂੰ ਇਸ ਦੁਨੀਆ ਵਿੱਚ ਇੱਕੋ ਇੱਕ ਖਿਡਾਰੀ, ਜਿਹੜਾ ਵਿਸ਼ਵ ਦਾ, ਸੰਸਾਰ ਦਾ ਚੈਂਪੀਅਨ, ਤੇ ਇਸ ਬਿਮਾਰੀ ਲਈ ਰੱਬ ਨੇ ਤੈਨੂੰ ਕਿਉਂ ਚੁਣਿਆ? ਦੇਖੋ ਇਹ ਸਾਡਾ ਵੀ ਹੈ ਨਾ ਜੀ, ਕਿ ਫਲਾਣਾ ਬੰਦਾ ਸਾਰੇ ਸੁਖੀ, ਸਾਨੂੰ ਦੁੱਖ ਕਿਉਂ ਲੱਗ ਗਿਆ? ਮੈਂ ਕਹਿੰਦਾ ਉਸ ਬੰਦੇ ਨੇ ਕਮਾਲ ਕਰ ਦਿੱਤੀ ਉੱਤਰ ਦੇਣ ਲੱਗਿਆ। ਉਹਨੇ ਕਿਹਾ ਤੂੰ ਵਿਸ਼ਵ ਦਾ ਚੈਂਪੀਅਨ, ਤੇ ਇੰਨੇ ਅਰਬਾਂ ਬੰਦਿਆਂ ਚੋਂ ਇਸ ਬਿਮਾਰੀ ਲਈ ਰੱਬ ਨੇ ਤੈਨੂੰ ਕਿਉਂ ਚੁਣਿਆ? ਉਹਨੇ ਪੱਤਰਕਾ ਪੜ੍ਹੀ, ਜਿਹੜਾ ਐਡਰੈਸ ਦਿੱਤਾ ਸੀ, ਜਿਸ ਬੰਦੇ ਨੇ ਪਾਈ ਪੱਤਰਕਾ,
ਉਹਦੇ ਉੱਤਰ ਵਿੱਚ ਉਹਨੇ ਲਿਖਿਆ, ਕਹਿੰਦਾ ਜਿਹੜਾ ਮੇਰਾ ਫੀਲਡ ਹੈ ਟੈਨਿਸ ਦਾ, ਕਹਿੰਦਾ ਤਕਰੀਬਨ 5 ਕਰੋੜ ਬੱਚਾ ਹਰ ਸਾਲ ਟੈਨਿਸ ਸਿੱਖਣਾ ਸ਼ੁਰੂ ਕਰਦਾ ਹੈ। ਉਹਨੇ ਉੱਤਰ ਕਿਵੇਂ ਦਿੱਤਾ? 5 ਕਰੋੜ ਸਿੱਖਣਾ ਸ਼ੁਰੂ ਕਰਦਾ ਹੈ, 50 ਲੱਖ ਸਿੱਖਦੇ ਰਹਿੰਦੇ ਨੇ, ਬਾਕੀ ਝੜ ਜਾਂਦੇ ਨੇ। 50 ਲੱਖ ਦੇ ਵਿੱਚੋਂ ਵੀ ਜਿਹੜੇ 5000 ਨੇ ਉਹ ਮੁਕਾਬਲੇ ਤੇ ਆਉਂਦੇ ਨੇ। ਉਹ ਗਿਣਤੀ ਕਰਦਾ, ਕਰੋੜਾਂ ਸਿੱਖਦੇ ਨੇ ਤੇ ਹਜ਼ਾਰਾਂ ਦੀ ਗਿਣਤੀ ਸਿੱਖਦੇ ਰਹਿੰਦੇ ਨੇ। ਕੁਝ ਕੁ ਗਿਣਤੀ ਹੁੰਦੀ ਹੈ ਜਿਹੜੇ ਮੁਕਾਬਲੇ ਤੇ ਆਉਂਦੇ ਨੇ। ਕਹਿੰਦਾ 50 ਬੰਦੇ ਰਹਿ ਜਾਂਦੇ ਨੇ ਜਿਹੜੇ ਇੰਟਰਨੈਸ਼ਨਲ ਮੁਕਾਬਲੇ ਤੇ ਆਉਂਦੇ ਨੇ ਇੰਨੀ ਦੁਨੀਆ ਚੋਂ। ਕਹਿੰਦਾ ਉਹਨਾਂ 50 ਵਿੱਚੋਂ ਫਿਰ 4 ਸੈਮੀਫਾਈਨਲ 'ਚ ਪਹੁੰਚਦੇ ਨੇ, 2 ਫਾਈਨਲ 'ਚ ਪਹੁੰਚਦੇ ਨੇ, ਤੇ ਕਰੋੜਾਂ ਦੇ ਵਿੱਚੋਂ ਇੱਕ ਮੈਂ ਹਾਂ ਜਿਹੜਾ ਫਾਈਨਲ ਖੇਡ ਕੇ ਚੈਂਪੀਅਨ ਬਣ ਗਿਆ। ਕਹਿੰਦਾ ਮੈਂ ਕਦੀ ਰੱਬ ਨੂੰ ਇਹ ਸਵਾਲ ਨਹੀਂ ਕੀਤਾ ਕਿ ਕਰੋੜਾਂ ਬੰਦੇ ਟੈਨਿਸ ਖੇਡਦੇ ਨੇ, ਤੂੰ ਮੈਨੂੰ ਇਕੱਲੇ ਨੂੰ ਕਿਉਂ ਚੁਣਿਆ ਵਿਸ਼ਵ ਚੈਂਪੀਅਨ ਬਣਾਉਣ ਲਈ? ਕਹਿੰਦਾ ਜੇ ਕਰੋੜਾਂ ਵਿੱਚੋਂ ਮੈਨੂੰ ਟੈਨਿਸ ਦਾ ਵਿਸ਼ਵ ਚੈਂਪੀਅਨ ਬਣਾਇਆ ਤੇ ਤਾਂ ਵੀ ਉਹਦਾ ਸ਼ੁਕਰ, ਜੇ ਕਰੋੜਾਂ ਵਿੱਚੋਂ ਲੱਭ ਕੇ ਮੈਨੂੰ ਬਿਮਾਰੀ ਦੇ ਦਿੱਤੀ ਤੇ ਤਾਂ ਵੀ ਉਹਦਾ ਸ਼ੁਕਰ। ਮੇਰੀ ਬੇਨਤੀ ਹੈ, ਸਮਝਣ ਵਾਲੀ ਗੱਲ ਹੈ। ਮੈਨੂੰ ਉਹਦੀ ਗੱਲ ਇੰਨੀ ਚੰਗੀ ਲੱਗੀ ਕਿ ਦੇਖੋ ਇੱਕ ਬੰਦਾ ਕਿੰਨਾ ਦੁੱਖ ਨੂੰ ਪਾ ਕੇ ਵੀ ਅੰਦਰੋਂ ਸੰਤੁਸ਼ਟ ਹੈ। ਉਹ ਕਹਿੰਦਾ ਜਿੱਦਣ ਚੈਂਪੀਅਨ ਉਦਣ ਵੀ ਮੈਂ ਇਕੱਲਾ ਸਾਂ, ਤੇ ਅੱਜ ਏਡੀ ਵੱਡੀ ਬਿਮਾਰੀ ਲੱਗੀ, ਰੱਬ ਨੇ ਮੈਨੂੰ ਇਕੱਲਿਆਂ ਨੂੰ ਚੁਣਿਆ। ਮੈਂ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਤੇ ਨਹੀਂ ਕਿਹਾ ਕਿ ਸਿਮਰਨ ਵਾਲੇ ਨੂੰ ਦੁੱਖ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਨੇ ਦੁੱਖ ਆਉਂਦਾ ਪਰ ਦੁੱਖ ਪਹੁੰਚਦਾ ਨਹੀਂ। ਆਉਂਦਾ ਹੈ ਪਰ ਪਹੁੰਚਦਾ ਨਹੀਂ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਤੁਸੀਂ ਪੜ੍ਹ ਦੇਖੋ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਆਇਆ ਹੈ ਪਰ ਇਹ ਨਹੀਂ ਕਿਹਾ ਵੀ ਉਹਨੂੰ ਦੁੱਖ ਨਹੀਂ ਆਉਣਾ। ਉਹਨੂੰ ਦੁੱਖ ਆਇਆ ਪਰ ਉਹਨੇ ਦੁੱਖ ਨੂੰ ਦੁੱਖ ਮੰਨਿਆ ਹੀ ਨਹੀਂ। ਉਹ ਕਹਿੰਦਾ ਦੁੱਖ ਦਵਾਈ ਹੈ ਮੇਰੀ, ਦੁੱਖ ਮੇਰੀ ਮੰਜ਼ਿਲ ਤੇ ਪਹੁੰਚਾਉਣ ਵਾਸਤੇ ਇੱਕ ਮਾਰਗ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ। ਸੁਖ ਦੁੱਖ ਜੈ ਪਰਸੈ ਨਹੀਂ। ਆਉਂਦੇ ਨੇ ਪਿਆਰਿਓ, ਪਰ ਦੁੱਖ ਤੇ ਸੁਖ ਉਹਦੇ ਅੰਦਰ ਨੂੰ ਸਪਰਸ਼ ਨਹੀਂ ਕਰਦਾ। ਮਹਾਰਾਜ ਜੀ ਨੇ ਬਚਨ ਕੀਤੇ ਕਿ ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਰੱਬ ਦੀ ਮੂਰਤ ਬਣ ਜਾਂਦਾ ਜਿਹੜਾ ਦੁੱਖ ਵਿੱਚ ਵੀ ਦੁੱਖ ਦਾ ਅਸਰ ਨਹੀਂ ਕਬੂਲਦਾ। ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਹਾ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ 10ਵੇਂ ਆਕਾਸ਼, ਜਾਂ ਸੁਖ ਤਾਮ ਨਾ ਹੋਈ। ਤਾਮਨਾ ਦਾ ਅਰਥ ਮੈਂ ਤਮਾ ਨਹੀਂ ਕੀਤਾ, ਤਦੋਂ ਕੀਤਾ ਹੈ। ਜਿਸ ਬੰਦੇ ਨੂੰ ਦੁੱਖ ਦਾਰੂ ਵਿੱਚੋਂ ਸੁੱਖ ਮਿਲ ਜਾਏ ਫਿਰ ਦੁੱਖ ਉਹਦੇ, ਜਿਹਨੂੰ ਦੁੱਖ ਵਿੱਚੋਂ ਪਿਆਰਿਓ ਜ਼ਿੰਦਗੀ ਮਿਲੇ ਉਹਦੇ ਲਈ ਬਾਕੀ ਦੁੱਖ ਕਿਹੜਾ ਆਉਣਾ ਹੈ ਜੀ। ਜਾਂ ਸੁਖ ਤਾਮ ਨਾ ਹੋਈ, ਉਹਨੂੰ ਨਹੀਂ ਉਹ ਦੁੱਖ ਵਿਆਪ ਸਕਦਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਪੀ ਤੁਝੈ ਤਿਆਹੀ। ਜਾਂ ਸਤਿਗੁਰੂ ਦੇ ਅੰਮ੍ਰਿਤ ਬੋਲ ਫਰਮਾਨ ਤੇਰਾ ਸਿਰਾ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸਤਾਰ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ਼ ਧਰੋ ਕੇ ਪਿਆਰ। ਝਿੜਕ ਮਾਰ ਲੈ ਭਾਵੇਂ ਸੀਨੇ ਨਾਲ ਲਾ ਲੈ। ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬ ਨੇ ਸਾਨੂੰ ਕੀ ਸਿਖਾਇਆ। ਆ ਜਿੰਨਾ ਕੋ ਬੰਦਾ ਭਟਕਦਾ ਹੈ ਨਾ, ਪਤਾ ਕਿਉਂ ਗੁਰੂ ਤੋਂ ਦੂਰ ਭੱਜਦਾ ਹੈ? ਕਿਉਂਕਿ ਅਸੀਂ ਸਿਖਾਈ ਇਹਨੂੰ ਇਹ ਵੀ ਤੈਨੂੰ ਕੱਲਾ ਪੁੱਤਰ ਮਿਲਣਾ ਹੀ, ਤੈਨੂੰ ਪਦਵੀ ਮਿਲਣੀ ਆ, ਤੇਰੀ ਦੁਕਾਨ ਚੱਲ ਪੈਣੀ ਆ। ਇਹ ਕਿਸੇ ਦਿਸੇ ਹੀ ਨਹੀਂ ਕਿ ਜੇ ਤੂੰ ਬਾਣੀ ਪੜ੍ਹੇਗਾ ਤੇ ਪੁੱਤਰ ਦੀ ਮੌਤ ਵੀ ਹੋ ਸਕਦੀ ਹੈ। ਇਹ ਕਿਸੇ ਕਦੀ ਨਹੀਂ ਦੱਸਿਆ। ਡਰਨੇ ਆ ਜੇ ਤੂੰ ਅੱਜ ਅਰਬਾਪਤੀ ਹੈ, ਕੱਲ ਨੂੰ ਭਾਈ ਮੰਝ ਦੀ ਤਰ੍ਹਾਂ ਕਿਸੇ ਦੀ ਨੌਕਰੀ ਵੀ ਕਰਨੀ ਪੈ ਸਕਦੀ। ਅੱਜ ਗੁਰੂ ਗੋਬਿੰਦ ਸਿੰਘ ਕੋਲ 4 ਪੁੱਤਰ ਆਨੰਦਪੁਰ ਸਾਹਿਬ ਨੇ, ਕੱਲ ਨੂੰ ਹੋ ਸਕਦਾ 3 ਦਿਨਾਂ ਦੇ ਵਿੱਚ 4 ਸ਼ਹਾਦਤ ਦਾ ਜਾਮ ਪੀਣਾ ਪੈ ਜਾਏ, ਪੀਤਾ। ਮੈਂ ਇਸ ਕਰਕੇ ਬੇਨਤੀ ਕਰਨਾ ਪਿਆਰਿਓ, ਫਿਰ ਲੋਕੀ ਭੱਜਦੇ ਨੇ ਕਿ ਫਲਾਣੇ ਬਾਬੇ ਕੋਲ ਚਲੀਏ, ਉਹਨੇ ਦੁੱਖ ਕੱਟ ਦਿੱਤਾ। ਨਹੀਂ, ਮੇਰਾ ਗੁਰੂ ਕਹਿੰਦਾ ਹੈ ਐਸਾ ਨਹੀਂ ਕਿ ਜਦੋਂ ਦੁੱਖ ਦਾਰੂ ਵਿੱਚੋਂ ਸੁੱਖ ਨਿਕਲਦਾ ਹੈ, ਉਸ ਸੁੱਖ ਨੂੰ ਫਿਰ ਦੁੱਖ ਪਹੁੰਚਦਾ ਹੀ ਨਹੀਂ। ਗੁਰੂ ਗੋਬਿੰਦ ਸਿੰਘ ਨੂੰ ਦੁੱਖ ਪਹੁੰਚ ਸਕਿਆ? ਫਿਰ ਧਿਆਨ ਨਾਲ ਸੁਣੋ, ਦੁੱਖ 4 ਚੁਫੇਰੇ ਆਇਆ, ਘੇਰੇ ਪਏ। ਮੇਰੇ ਸਾਹਿਬ ਨੂੰ ਪੁੱਛੋ ਤੇ ਉਹ ਕਹਿੰਦੇ ਨਹੀਂ, ਨਾ ਸਾਜ਼ੋ
ਨਾ ਬਾਜ਼ੋ, ਨਾ ਫੌਜੋ, ਨਾ ਫਰਸ਼। ਏਡੀ ਵੱਡੀ ਮੁਸੀਬਤ, ਕੋਈ ਸਿੰਘਾਸਨ ਵੀ ਕੋਈ ਨਹੀਂ, ਕੋਈ ਫੌਜ ਵੀ ਕੋਈ ਨਹੀਂ, ਪਿਆਰਿਓ ਸਿੱਖ ਵੀ ਕੋਈ ਨਹੀਂ, ਪੁੱਤਰ ਵੀ ਕੋਈ ਨਹੀਂ, ਪਰ ਜ਼ਮੀਨ ਤੇ ਬੈਠੇ ਕਹਿ ਰਹੇ ਨੇ, ਲੋਕਾਂ ਦੀ ਨਜ਼ਰ ਵਿੱਚ ਅੱਤ ਦੇ ਦੁੱਖ ਨਾਲ ਪੀੜਤ ਮੈਨੂੰ ਦੇਖ ਰਹੇ ਹੋਣਗੇ, ਪਰ ਸੱਚ ਇਹ ਵੇ, ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ੰਦਾ ਹੈ, ਐਸ਼ ਅਰਸ਼ ਰੱਬ ਨੇ ਮੈਨੂੰ ਅੰਦਰ ਦਾ ਸੁੱਖ ਬਖਸ਼ਿਆ ਹੈ। ਇਸੇ ਕਰਕੇ ਗੁਰੂ ਨੇ ਸੁੱਖ ਨੂੰ ਦੁੱਖ ਨੂੰ ਬਰਾਬਰ ਰੱਖਦਿਆਂ ਕਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਕਿ ਏਦੂ ਵੱਡਾ ਦੁੱਖ ਹੋ ਸਕਦਾ? ਉਹ ਤਾਂ ਪਿਆਰੇ ਦੇ ਸੱਥਰ ਨੂੰ ਵੀ ਕਹਿੰਦੇ ਨੇ ਸਵਾਦ ਆ ਗਿਆ। ਸੱਚੇ ਵੇ, ਉਹ ਦੁਨੀਆ ਦੇ ਸੁੱਖ ਨੂੰ ਕਹਿ ਰਹੇ ਨੇ ਬਿਮਾਰੀ ਹੈ, ਤੇ ਜਿਹੜਾ ਦੁੱਖ ਵਾਪਰ ਰਿਹਾ ਕਹਿੰਦੇ ਨੇ ਇਹ ਦੁੱਖ ਦਾਰੂ ਬਣ ਗਿਆ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਜ਼ਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਜਾਂ ਸੁੱਖ ਤਾਮ ਨਾ ਹੋਈ, ਸੁੱਖ ਆ ਜਾ ਉੱਥੇ ਦੁੱਖ ਕਿੱਥੇ? ਮਹਾਰਾਜ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇ ਦੇਣਾ। ਦੇਖੋ, 3 ਘੱਲੂਘਾਰੇ ਸਿੱਖਾਂ ਦੇ। ਘੱਲੂਘਾਰੇ ਦਾ ਅਰਥ ਹੁੰਦਾ ਗਾਰਤੀ, ਤਬਾਹੀ। ਪਹਿਲਾ ਘੱਲੂਘਾਰਾ ਜੂਨ 'ਚ ਵਾਪਰਿਆ 1742 ਨੂੰ, ਜਿਹਨੂੰ ਅਸੀਂ ਛੋਟਾ ਘੱਲੂਘਾਰਾ ਕਹਿੰਦੇ ਹਾਂ, ਕਾਹਨੂੰਵਾਨ ਦਾ ਸ਼ੰਭ। 15,000 ਦੇ ਕਰੀਬ ਲਫ਼ਜ਼, 10,000 ਤੋਂ ਵੱਧ ਕਿਹਾ ਜਾਂਦਾ ਹੈ, 15,000 ਕੀ ਗਿਣਤੀ ਕਰਦੇ ਨੇ ਸਿੱਖ ਸ਼ਹੀਦ ਕੀਤੇ ਗਏ। ਕੁੱਪਰਹੇੜੇ ਦਾ ਵੱਡਾ ਘੱਲੂਘਾਰਾ, ਇਹ ਫਰਵਰੀ 1763 ਨੂੰ ਵਾਪਰਦਾ ਹੈ। 35,000 ਦੇ ਕਰੀਬ ਸਿੱਖਾਂ ਦੀ ਸ਼ਹਾਦਤ ਦਾ ਜ਼ਿਕਰ ਵਿਦਵਾਨ ਕਰਦੇ ਨੇ। ਤੀਸਰਾ ਅਸੀਂ 84 ਦੀ ਗੱਲ ਕਰ ਰਹੇ ਹਾਂ, ਵੀ ਘੱਲੂਘਾਰਾ ਹੈ। ਪਰ ਮੈਨੂੰ ਇੱਕ ਉਹ ਬੀਬੀਆਂ ਖਾਸ ਕਰਕੇ, ਮੈਂ ਇਸ ਕਰਕੇ ਨਹੀਂ ਵੀ ਤੁਹਾਡਾ ਧਿਆਨ ਕਿਸੇ ਕੰਨ ਰਸ ਜਾਂ ਕਹਾਣੀ ਵੱਲ ਜਾਣਾ ਚਾਹੁੰਦਾ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਿਮਰਨ ਵਿੱਚੋਂ ਜਿਹੜਾ ਜੀਵਨ ਪੈਦਾ ਹੁੰਦਾ ਸੁੱਖ, ਉਹਦੇ ਵਿੱਚ ਵੀ ਦੁੱਖ ਵਿਆਪਦੇ ਨੇ, ਪਰ ਉਹ ਦੁੱਖ ਅੰਦਰ ਨੂੰ ਪਹੁੰਚਦਾ ਨਹੀਂ। ਉਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕੁੰਭਾਰ ਭਾਂਡੇ ਨੂੰ ਬਾਹਰੋਂ ਕੱਢਦਾ ਹੈ, ਵੇਖਣ ਵਾਲਿਆਂ ਨੂੰ ਲੱਗਦਾ ਹੈ ਕਿ ਇੰਨੀ ਮਿਹਨਤ ਕਰਕੇ ਵੀ ਭਾਂਡਾ ਤੋੜਨ ਤੇ ਤੁਲਿਆ ਹੋਇਆ ਹੈ, ਪਰ ਸਿਆਣੇ ਕਹਿੰਦੇ ਨੇ ਨਹੀਂ, ਇਹ ਬਾਹਰੋਂ ਸੱਟਾ ਮਾਰਦਾ, ਅੰਦਰੋਂ ਸਹਾਰਾ ਦਿੰਦਾ ਹੈ। ਜਦੋਂ ਸਿਮਰਨ 'ਚੋਂ ਸੁੱਖ ਪੈਦਾ ਹੁੰਦਾ ਹੈ, ਬਾਹਰ ਦੀਆਂ ਸੱਟਾਂ ਵੱਜਦੀਆਂ ਨੇ। ਸੱਚੀ ਗੁਰੂ ਬੜਾ ਚੰਗਾ ਲੱਗਦਾ ਜੀ। ਭਾਈ ਵੀਰ ਸਿੰਘ ਕਹਿੰਦੇ ਨੇ ਦੁੱਖ 'ਚ ਤਾਂ ਇੰਨਾ ਪਿਆਰਾ ਲੱਗਦਾ ਹੈ, ਜਦੋਂ ਕੁਕੜੀ ਦੇ ਆਂਡਿਆਂ ਨੂੰ, ਕੁਕੜੀ ਦੇ ਚੂਚਿਆਂ ਨੂੰ ਉੱਤੋਂ ਇੱਲ ਪੈਂਦੀ ਹੁੰਦੀ ਸੀ ਜੀ, ਹੈ ਨਾ। ਕਹਿੰਦੇ ਨੇ ਜਦੋਂ ਇੱਲ ਦਾ ਪਰਛਾਵਾਂ ਹੀ ਚੂਚਿਆਂ ਤੇ ਪੈਂਦਾ ਹੈ, ਤੇ ਚੂਚੇ ਦੌੜ ਕੇ ਮਾਂ ਦੇ ਖੰਭਾਂ ਦੇ ਥੱਲੇ, ਪੰਖਾਂ ਦੇ ਥੱਲੇ ਲੈ ਚਲੇ ਜਾਂਦੇ ਨੇ। ਕਹਿੰਦੇ ਜਦੋਂ ਇੱਲ ਦਾ ਪਰਛਾਵਾਂ ਆਵੇ ਤੇ ਚੂਚੇ ਮਾਂ ਦੀਆਂ ਖੰਭਾਂ ਦੇ ਥੱਲੇ ਲੁਕ ਜਾਂਦੇ ਨੇ। ਕਹਿੰਦੇ ਜਦੋਂ ਦੁੱਖ ਦਾ ਪਰਛਾਵਾਂ ਆਉਂਦਾ, ਉਦੋਂ ਗੁਰੂ ਨਾਨਕ ਦੇ ਸ਼ਬਦ ਦੇ ਖੰਭ ਥੱਲੇ ਲੁਕ ਜਾਣਾ। ਦੂਸਰੀ ਬੇਨਤੀ ਕਰਾਂ, ਤੁਸੀਂ ਬੀਬੀਆਂ ਭੈਣਾਂ ਦੇਖੋ, ਬੱਚਾ ਨਿਆਣੇ ਪਾਲੇ ਤੁਸੀਂ। ਮੈਂ ਤਾਂ ਇਸ ਗੱਲ ਤੇ ਥੋੜਾ ਜਿਹਾ ਜ਼ੋਰ ਦੇਣਾ ਪਿਆ, ਕਿਉਂਕਿ ਇਸ ਗੱਲ ਨੂੰ, ਸਿੱਖੀ ਦੇ ਕਨਸੈਪਟ ਨੂੰ ਸਮਝੀਏ। ਮਤ ਕਹੋ ਵੀ ਸਿਮਰਨ ਵਾਲੇ ਦੇ ਹਮੇਸ਼ਾ ਪੁੱਤਰ ਜਿੰਦੇ ਰਹਿਣੇ ਨੇ। ਮਤ ਸਮਝੋ ਕਿ ਸਿਮਰਨ ਕਰਨ ਵਾਲੇ ਨੂੰ ਲੋਕਾਂ ਨੇ ਸਰੋਪੇ ਦੇਣੇ ਨੇ। ਸਿਮਰਨ ਕਰਨ ਵਾਲੇ ਨੂੰ ਅਪਮਾਨਿਤ ਵੀ ਕਰਦੇ ਨੇ ਲੋਕ। ਸਿਮਰਨ ਕਰਨ ਵਾਲੇ ਨੂੰ ਸੂਲੀ ਤੇ ਚਾੜਿਆ ਜਾਂਦਾ ਹੈ। ਸਿਮਰਨ ਕਰਨ ਵਾਲੇ ਨੂੰ ਜ਼ਹਿਰ ਦੇ ਪਿਆਲੇ ਦਿੱਤੇ ਜਾਂਦੇ ਨੇ। ਸਿਮਰਨ ਕਰਨ ਵਾਲੇ ਦੇ ਬੱਚੇ ਦੇ ਟੁਕੜੇ ਕਰਕੇ ਉਹਦੇ ਮੂੰਹ 'ਚ ਕਲੇਜਾ ਪਾਇਆ ਜਾਂਦਾ ਬੱਚੇ ਦਾ, ਕਿਉਂਕਿ ਸਿੱਖੀ ਨੇ ਤਾਂ ਕਿਹਾ ਕਿ ਇਸ ਦੁੱਖ ਦਾਰੂ ਵਿੱਚੋਂ ਜਿਹੜਾ ਸੁੱਖ ਨਿਕਲੇਗਾ, ਉੱਥੇ ਫਿਰ ਦੁੱਖ ਤੇਰੇ ਤੇ ਅਸਰ ਨਹੀਂ ਕਰੇਗਾ। ਬੱਚਾ ਡਰ ਜਾਏ ਥੋੜਾ ਜਿਹਾ, ਕੋਈ ਡਰਾ ਦੇਵੇ। ਮੈਂ ਤਾਂ ਅਰਜ਼ ਕੀਤੀ, ਵਾਹਿਗੁਰੂ ਜੀ ਕਥਾ ਕਰਨੀ ਬੜੀ ਸੌਖੀ ਜੇ, ਮੈਂ ਵੀ ਇਹ ਵਿਆਖਿਆ ਕਰ ਰਿਹਾ ਬੜੀ ਸੌਖੀ ਹੈ, ਪਤਾ ਨਹੀਂ ਮੇਰੇ ਤੇ ਕੱਲ ਨੂੰ ਵਾਪਰੇ ਮੇਰੇ ਅੰਦਰ ਦਾ ਕੀ ਹਾਲ ਬਣੇਗਾ। ਪਰ ਇੱਕ ਗੱਲ ਮੈਂ ਕਹਿ ਦਿਆਂ, ਜਦੋਂ ਕੋਈ ਬੰਦਾ ਸੱਚੀ ਮੁੱਚੀ ਅਪਮਾਨਿਤ ਕਰਦਾ ਹੈ ਨਾ, ਪਤਾ ਤਾਂ ਲੱਗ ਹੀ ਜਾਂਦਾ, ਉਦੋਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਈਦਾ, ਸਤਿਗੁਰੂ ਇਹ ਜਰਨ ਦੀ ਤਾਕਤ ਹੁੰਦੇ ਦੀ। ਜੇ ਮੈਂ ਵੀ ਉਹਦੇ ਬਾਰੇ ਉਹ ਕੁਝ ਗਲਤ ਬੋਲਾਂਗਾ ਤੇ ਫਿਰ ਮੈਂ ਸਿੱਖ ਕਾਹਦਾ ਹੋਇਆ? ਮੈਨੂੰ ਜਰਨ ਦੀ ਤਾਕਤ ਦੇ। ਇਹ ਇੱਕ ਬੱਚਾ ਮੰਨ ਲਓ ਡਰ ਜਾਂਦਾ ਹੈ, ਤੁਸੀਂ ਦੇਖਦੇ ਹੋ ਨਿਆਣਾ ਖੇਡਦਾ ਡਰ ਜਾਏ ਤੇ ਡਰਿਆ ਹੋਇਆ ਦੌੜ ਕੇ ਕੀ ਕਰਦਾ ਹੈ?
ਉਹ ਦੋ ਕੰਮ ਕਰਦਾ ਹੈ। ਜਦੋਂ ਡਰਦਾ ਹੈ ਜਾਂ ਤਾਂ ਭੱਜ ਕੇ ਮਾਂ ਦੀ ਗੋਦ 'ਚ ਲੁਕ ਜਾਂਦਾ ਹੈ ਤੇ ਜਾਂ ਮਾਂ ਦੀਆਂ ਲੱਤਾਂ ਨੂੰ ਘੁੱਟ ਕੇ ਪਕੜ ਲੈਂਦਾ ਹੈ। ਜਦੋਂ ਸਿਮਰਨ ਕਰਨ ਵਾਲੇ ਤੇ ਦੁੱਖ ਹੁੰਦਾ ਹੈ, ਜਿੰਨਾ ਦੁੱਖ ਹੁੰਦਾ ਉਹਨਾਂ ਗੁਰੂ ਦੇ ਚਰਨਾਂ ਨੂੰ ਘੁੱਟ ਕੇ ਪਕੜ ਲੈਂਦਾ। ਉਸ ਸੁੱਖ ਵਿੱਚੋਂ ਦੁੱਖ ਵਾਪਰਦਾ ਹੈ, ਪਰ ਉਹ ਦੁੱਖ ਨੂੰ ਵੀ ਸੁੱਖ ਜਾਣਦਾ। ਮੀਰ ਮੰਨੂ ਦੀ ਜੇਲ੍ਹ ਹੈ, ਜ਼ਿਆਦਾ ਡਿਟੇਲ 'ਚ ਨਹੀਂ, ਸਿਰਫ ਉਦਾਹਰਨਾਂ ਮੈਂ ਦੇ ਰਿਹਾ ਜੋ ਬਾਬਾ ਜੀ ਨੇ ਬਾਣੀ 'ਚ ਕਿਹਾ, ਸਿੱਖਾਂ ਨੂੰ ਕਮਾ ਕੇ ਦਿਖਾਇਆ। ਸਵਾ ਮਨ ਦੇ ਪੀਸਣੇ ਦੀ ਗੱਲ ਕਰਨੀ ਅਸੀਂ, ਡਿਟੇਲ 'ਚ ਨਹੀਂ ਜ਼ਿਆਦਾ। ਪਰ ਉਹਨਾਂ ਦੇ ਬੱਚੇ, ਦੁੱਧ ਚੁੰਗਦਾ ਬੱਚਾ, ਇਹਦਾ ਮਤਲਬ 6 ਮਹੀਨੇ ਦਾ, ਕੋਈ ਸਾਲ ਦਾ, ਕੋਈ 1.5 ਸਾਲ ਦਾ, 2 ਸਾਲ ਦਾ ਹੋਵੇਗਾ। ਮਾਂ ਦੇ ਸਾਹਮਣੇ ਬੱਚੇ ਖੋਏ, ਉਹਦੀਆਂ ਅੱਖਾਂ ਦੇਖਦੀਆਂ ਨੇ। ਉੱਚਾ ਹਵਾ ਵੀ ਸੱਟਿਆ, ਥੱਲਿਓਂ ਵਰਸ਼ਾ ਨਾਗਣੀ ਥੱਲਾ ਕਰ ਦਿੱਤਾ। ਬੱਚੇ ਦੇ ਪੇਟ ਵਿੱਚੋਂ ਜਾਂ ਪਿੱਠ ਵਿੱਚੋਂ ਪੁੱਠਾ ਜਾਂ ਸਿੱਧਾ ਉਹ ਵਰਸ਼ਾ ਉਹਦੀ ਬੋਡੀ 'ਚੋਂ ਆਰ ਪਾਰ ਹੋ ਗਿਆ। ਖੂਨ ਵਗਦਾ ਹੈ, ਬੱਚਾ ਚਲਾਉਂਦਾ ਹੈ, ਹੱਥ ਹਿਲਦੇ ਨੇ, ਪੈਰ ਹਿਲਦੇ ਨੇ, ਪਰ ਮਾਂ ਪਤਾ ਨਹੀਂ ਕਿਸ ਮਿੱਟੀ ਦੀ ਬਣੀ, ਉਹ ਅੱਖਾਂ ਨਾਲ ਬੱਚੇ ਨੂੰ ਦੇਖਦੀ ਹੈ ਤੇ ਨਾਲ ਗੁਰੂ ਗੁਰੂ ਕਰੀ ਜਾਂਦੀ ਹੈ ਦੁੱਖ। ਇਹ ਨਹੀਂ ਕੋਈ ਮੈਂ ਤਾਂ ਇਹਨੂੰ ਥੋੜਾ ਜਿਹਾ ਲਮਕਾ ਲਿਆ ਕਥਾ ਨੂੰ, ਮਤ ਸਮਝੋ ਸਿਮਰਨ ਕਿ ਹਾਂ ਸਿਮਰਨ ਨਿਚਲ ਆਸਨ ਦੇ ਦਿੰਦਾ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਹਾਲਾਂਕਿ ਇਹ ਉਹੀ ਸ਼ਬਦ ਹੈ ਨਾ ਜੀ, ਗੰਗ ਗੁਸਾਇਣ ਗੈਰ ਗੰਭੀਰ ਕੀ ਤਸੀਹੇ ਨਹੀਂ ਦਿੱਤੇਗਾ ਇੱਕ ਭਗਤ ਨੂੰ। ਕਹਿੰਦੇ ਨੇ ਕਰਾਂ ਕਿ ਮੇਰਾ ਅੰਦਰ ਅਡੋਲਤਾ ਸਿਮਰਨ ਜੁੜ ਗਿਆ, ਦੁੱਖ ਵਾਪਰੇਗਾ। ਮਾਂ ਦੇਖਦੀ ਹੈ ਬੱਚੇ ਦੇ ਹੱਥ ਖਿਲਦੇ ਨੇ, ਪੈਰ ਖਿਲਦੇ ਨੇ, ਰੋ ਰਿਹਾ। ਜਦੋਂ ਵਾਹਿਗੁਰੂ ਕਹਿੰਦੀ ਹੈ ਜ਼ਾਲਮ ਦਾ ਅੰਦਰ ਪੱਥਰ ਹੈ, ਉਹ ਕਹਿੰਦਾ ਮੈਂ ਇਹਦੀਆਂ ਅੱਖਾਂ ਚੋਂ ਪਾਣੀ ਕੱਢਣਾ ਮਾਂ ਦੀਆਂ ਚੋਂ। ਉਸੇ ਬੱਚੇ ਨੂੰ ਚੁੱਕ ਕੇ ਉਹ ਟੁਕੜੇ ਕਰਦਾ, ਖੰਜਰ ਮਾਰਦਾ, ਉਹਦਾ ਪੇਟ ਚਾਂ ਕਰਦਾ, ਆਂਦਰਾਂ ਕੱਢਦਾ ਤੇ ਕਲੇਜਾ ਕੱਢ ਕੇ ਲਪੇਟ ਕੇ ਆਂਦਰਾਂ ਦੇ ਵਿੱਚ ਇੱਕੋ ਦਮ ਮਾਂ ਦੇ ਗਲ ਵਿੱਚ ਹਾਰ ਬਣਾ ਦਿੰਦਾ। ਉਹ ਟੁਕੜਿਆਂ ਦਾ ਹਾਰ ਪਾ ਕੇ ਚੱਕੀ ਪੀ ਜਾਂਦੀ। ਸ਼ਾਮ ਨੂੰ ਰਹਿ ਰਸ ਦਾ ਪਾਠ ਕਰਦੀ ਏ ਤੇ ਮੈਂ ਅਕਸਰ ਕਹਿੰਦਾ ਹੁੰਨਾ, ਉਹਦੀ ਅਰਦਾਸ ਵਿੱਚ ਅੱਜ ਵੀ ਸ਼ਬਦ ਨਿਕਲਦਾ ਹੈ, ਤੇਰੇ ਭਾਣੇ ਵਿੱਚ 4 ਪਹਿਰ ਦਿਨ ਸੁੱਖ ਦਾ ਬਤੀਤ ਹੋਇਆ ਹੈ, ਕਿਰਪਾ ਕਰੀ 4 ਪਹਿਰ ਰਾਤ ਵੀ ਸੁੱਖ ਦੀ ਬਤੀਤ ਹੋਵੇ। ਗੱਲ ਸਿਰਫ ਇੱਥੋਂ ਨੁਕਤੇ ਨੂੰ ਸਮਝਣ ਦੀ, ਕੱਲੀ ਸਾਖੀ ਨੂੰ ਬਿਆਨ ਕਰਨ ਦੀ ਨਹੀਂ। ਪੁੱਤਰ ਦਾ ਜਨਮ ਦਿਨ ਖੁਸ਼ੀ ਦਾ ਦਿਨ ਹੁੰਦਾ ਹੈ ਨਾ, ਤੇ ਪੁੱਤਰ ਦੀ ਮੌਤ ਵਾਲਾ ਦਿਨ ਮਾਤਮ ਹੁੰਦਾ ਹੈ। ਫਨਾ ਹੋ ਜਾਂਦਾ ਮਾਂ ਲਈ ਸਭ ਕੁਝ, ਪਰ ਕਿਸ ਮਿੱਟੀ ਦੇ ਕਿਹੜੇ ਦਾਤੇ ਨੇ ਬਖਸ਼ਿਸ਼ ਇੰਨੀ ਕਰ ਦਿੱਤੀ, ਕਿਹੋ ਜੀ ਰਹਿਮਤ ਵਰਤਾਈ ਕਿ ਪੁੱਤਰ ਦੇ ਟੁਕੜੇ ਪਾ ਕੇ ਵੀ ਗਲ 'ਚ ਅਰਦਾਸ ਕਰਦੀ ਏ ਕਿ ਸੁੱਖ ਦਾ ਦਿਨ ਨਿਕਲਿਆ। ਚੇਤੇ ਰੱਖਿਓ, ਜਿਹਦੇ ਦੁੱਖ ਵਿੱਚੋਂ ਨਾਮ ਦਾ ਸੁੱਖ ਨਿਕਲੇ, ਉਹਦੇ ਵਾਸਤੇ ਦੁੱਖ ਦਾ ਦਿਨ ਕਦੀ ਪੈਦਾ ਹੋ ਹੀ ਨਹੀਂ ਸਕਦਾ। ਜਾਂ ਸੁੱਖ ਤਾਮ ਨਾ ਹੋਈ, ਉਹਦੇ ਵਿੱਚੋਂ ਸੁੱਖ ਮਿਲਦਾ ਹੈ। ਇਸੇ ਕਰਕੇ ਉਹ ਕਹਿੰਦਾ ਹੈ, ਦੁੱਖ ਨਹੀਂ ਸਭ ਸੁੱਖ ਹੀ ਹੈ ਰੇ, ਇੱਕ ਹੈ ਏਕੀ ਨਿਤ ਹੈ। ਕਹਿੰਦੇ ਨੇ ਦੁੱਖ ਨਹੀਂ ਸੁੱਖ ਹੀ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੀਤੇ। ਕੌਣ ਕਹਿੰਦਾ ਹਾਰ ਗਿਆ? ਭਾਈ ਸਾਹਿਬ ਉਹਨੇ ਪੜ੍ਹ ਰਹੇ ਸਨ, ਡੁੱਬਦੇ ਤਰ ਗਏ, ਤਰਨ ਵਾਲੇ ਡੁੱਬ ਜਾਂਦੇ ਨੇ। ਮੈਂ ਇੱਕ ਬੇਨਤੀ ਕਰਾਂਗਾ, ਸੁੱਖ ਸੱਚਮੁੱਚ ਦੁੱਖ ਬਣ ਜਾਂਦਾ ਜੇ ਜਦੋਂ ਬੰਦੇ ਕੋਲ ਪਦਾਰਥ ਹੁੰਦੇ ਨੇ। ਮੈਂ ਬੜੇ ਬੰਦੇ ਆਪਣੀ ਜ਼ਿੰਦਗੀ 'ਚ ਦੇਖੇ ਜੀ, ਜਿਹੜੇ ਦਿਹਾੜੀ ਕਰਦਿਆਂ ਸੜਕ ਦੇ ਕਿਨਾਰੇ ਫੜੀ ਲਾ ਕੇ ਗੁਰਦੁਆਰੇ 2-3 ਘੰਟੇ ਸਿਮਰਨ ਕਰਦੇ ਸਨ। ਅੱਜ ਉਹਨਾਂ ਬੰਦਿਆਂ ਕੋਲ ਕਰੋੜਾਂ ਰੁਪਈਏ ਆਏ, ਉਹ ਬੰਦਿਆਂ ਦੇ ਸਰੀਰਾਂ ਦੀ ਬਣਤਰ ਵੀ ਬਦਲ ਗਈ, ਉਹਨਾਂ ਵਾਸਤੇ ਗੁਰੂ ਵੀ ਗੁਰੂ ਨਹੀਂ ਰਿਹਾ। ਫਿਰ ਉਹ ਸੁੱਖ ਤਾਂ ਰੋਗ ਬਣ ਗਿਆ। ਫਿਰ ਬੇਨਤੀ ਸੁਣਿਓ, ਅੱਜ ਦੇ ਇਸ ਬਚਨ ਦੇ ਅਰਥ ਕਰ ਸਕਾਂ। ਦੁੱਖ ਦਾਰੂ, ਦੁੱਖ ਦਵਾਈ ਬਣ ਜਾਂਦਾ ਹੈ। ਦੁੱਖ ਲੱਗਾ ਰਾਮ ਪੁਕਾਰਾ ਹੈ। ਮਹਾਰਾਜ ਕਹਿੰਦੇ ਸੁੱਖ ਰੋਗ ਪਿਆ, ਸੁੱਖ ਜਿਹੜਾ ਉਹ ਬਿਮਾਰੀ ਬਣ ਗਿਆ, ਰੋਗਾਂ ਨੂੰ ਜਨਮ ਦਿੱਤਾ। ਜਦੋਂ ਇੰਨੇ ਘਰ ਵੱਡਾ ਨਹੀਂ ਸੀ, ਏਸੀ ਕਮਰਾ ਨਹੀਂ ਸੀ। ਮੈਂ ਸੱਚ ਕਹਾਂਗਾ, ਰਾਤ ਨੂੰ ਗਰਮੀ 'ਚ ਸੁੱਤਾ, ਕਦੀ ਹਵਾ ਦਾ ਬੁੱਲਾ ਨਿਕਲਣਾ, ਸਵਖਤੇ ਉੱਠ ਪੈਂਦਾ ਹੈ, ਕਹਿੰਦਾ ਚੱਲ ਮਣਾ ਉੱਠ ਸਿਮਰਨ ਕਰੀਏ, ਗੁਰਦੁਆਰੇ ਜਾਈਏ। ਏਸੀ ਮਿਲ ਗਿਆ, ਘਰ ਮਿਲ ਗਿਆ, ਗੱਡੀ ਮਿਲ ਗਈ। ਮੈਂ ਸੱਚ ਕਹਿ ਰਿਹਾ,
ਉਹ ਕਾਹਦਾ ਸੁੱਖ ਮਿਲਿਆ 10 ਵਜੇ ਤੱਕ ਵੀ ਬੰਦੇ ਦੀ ਅੱਖ ਨਹੀਂ ਖੁੱਲਦੀ ਪਈ। ਇਦੋਂ ਵੱਡੀ ਬਿਮਾਰੀ ਕੀ ਲੱਗੇਗੀ? ਰੋਗ ਹੈ। ਇਹਦਾ ਮਤਲਬ ਉਹ ਗਰੀਬੀ ਚੰਗੀ ਸੀ। ਉਹ ਸੱਚਮੁੱਚ ਕੱਲ ਜਿਹੜਾ ਪ੍ਰਮਾਣ ਮੈਂ ਦਿੱਤਾ ਸੀ, ਸੁੰਦਰ ਸੇਜ ਅਨੇਕ ਸੁਖ, ਇਹਦੇ ਨਾਲ ਹੀ ਪੌੜੀ ਹੈ ਕਿ ਬਸਤਾ ਟੁੱਟੀ ਝੁੰਪੜੀ ਚ ਸ੍ਰਿਸ਼ਟੀ ਦਾ ਰਾਜਾ। ਤੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਜਾ, ਉਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਕਹਿੰਦੇ ਛੱਡੋ ਪਰਾ ਦੁੱਖ ਦਾ ਮਾਰਿਆ ਪਿਆ। ਦੁੱਖ ਦਾਰੂ, ਦੁੱਖ ਆਵੇ ਹਾਂ ਸਿਮਰਨ ਨਾ ਛੱਡੀਏ। ਮੈਂ ਅਰਜ਼ ਕੀਤੀ ਦੁੱਖ ਦੇ ਵਿੱਚ ਇਸ ਸੰਖੀਏ ਨੂੰ ਮਾਰ ਦਿਓ ਸਿਮਰਨ ਨਾਲ, ਕੀਰਤਨ ਨਾਲ ਇਹਨੂੰ ਚੰਗੀ ਤਰ੍ਹਾਂ ਪੀ ਕੇ ਰੱਖ ਦਿਓ। ਦੁੱਖ ਦਾਰੂ ਸੁਖ ਰੋਗ ਭਇਆ। ਮਹਾਰਾਜ ਕਹਿੰਦੇ ਨੇ ਜਾਂ ਸੁਖ, ਜਦੋਂ ਆਤਮਿਕ ਸੁਖ ਨਿਕਲਿਆ, ਜਦੋਂ ਅੰਦਰ ਦਾ ਸੁਖ ਮਿਲਿਆ, ਫਿਰ ਕਹਿੰਦੇ ਨੇ ਜਾਂ ਸੁਖ ਤਾਮ ਨਾ ਹੋਈ, ਤਦੋਂ ਨਾ ਹੋਈ, ਉਦੋਂ ਫਿਰ ਦੁੱਖ ਨਹੀਂ ਪਾਉਂਦਾ ਹੁੰਦਾ। ਆਉਂਦਾ ਜ਼ਰੂਰ ਹੈ ਪਰ ਪਾਉਂਦਾ ਨਹੀਂ। ਅਗਲਾ ਬਚਨ, ਤੂੰ ਕਰਤਾ ਕਰਨਾ। ਮੇਥੇ ਭਾਈ ਸਾਹਿਬ ਬੈਠੇ ਨੇ ਗੁਰਮੁਖ ਪਿਆਰੇ, ਸ਼ੁੱਧ ਪਾਠ ਕਰਨ ਵਾਲੇ। ਕਰਨਾ ਪਾਠ ਨਹੀਂ ਕਰਨਾ, ਕਰਨਾ ਹੈ ਨਾਨੇ ਨਾਲੇ ਜੀ। ਤੂੰ ਕਰਤਾ ਕਰਨਾ, ਵਿਸ਼ਰਾਮ ਇੱਥੇ ਹੈ ਜੀ। ਇਹ ਨਹੀਂ ਕਿ ਤੂੰ ਕਰਤਾ ਕਰਨਾ ਮੈਂ ਨਹੀਂ, ਨਹੀਂ ਨਹੀਂ, ਤੂੰ ਕਰਤਾ ਕਰਨਾ ਮੈਂ ਨਹੀਂ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਤੂੰ ਸੰਬੋਧਨ ਹੈ ਵਾਹਿਗੁਰੂ ਜੀ ਨੂੰ। ਸਾਡਾ ਮਕਸਦ ਆਸਾ ਕੀ ਵਾਰ ਦਾ ਸਿਰਫ ਸ਼ਲੋਕਾਂ ਦੇ ਪੌੜੀਆਂ ਦੇ ਵਿਸਤਾਰ ਸਹਿਤ ਅਰਥਾਂ ਨੂੰ ਜਾਣਨਾ ਹੈ। ਤੂੰ ਕਰਤਾ, ਤੂੰ ਕਰਨ ਵਾਲਾ ਹੈ, ਸਭ ਕੁਝ ਕਰਤਾ ਬਣਾਉਣ ਵਾਲਾ ਹੈ। ਤੇ ਕਰਤਾ ਹੀ ਕਾਰਨ ਪੈਦਾ ਕਰਦਾ ਹੈ। ਬਾਣੀ ਵਿੱਚ ਇੱਕ ਸ਼ਬਦ ਕਰਨ ਕਾਰਨ ਹੁੰਦਾ, ਇੱਕ ਤਰਨ ਤਾਰਨ ਹੁੰਦਾ। ਕਰਨ ਕਾਰਨ, ਕਰਤਾ ਵੀ ਹੈ ਤੇ ਕਾਰਨ ਵੀ ਹੈ। ਤੂੰ ਆਪ ਹੀ ਰਚੈਤਾ ਹੈ, ਆਪ ਹੀ ਰਚਾਉਣ ਦੀਆਂ ਵਿਧੀਆਂ ਰਚ ਰਿਹਾ। ਤੂੰ ਕਰਤਾ ਕਰਨਾ, ਕਰਤਾ ਵੀ ਤੇ ਕਰਨ ਵਾਲਾ ਵੀ ਮੈਂ ਨਹੀਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕੁਛ ਵੀ ਨਹੀਂ, ਮੇਰੀ ਤੇਰੇ ਸਾਹਮਣੇ ਹਸਤੀ ਕੀ ਹੈ। ਮਹਾਰਾਜ ਅੱਗੇ ਬਚਨ ਕਰਦੇ ਨੇ, ਮੈਂ ਕੁਛ ਵੀ ਨਹੀਂ, ਜਾਂ ਹਾਉ ਕਰੀ ਨਾ ਹੋਈ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਦੇਖੋ, ਜੇ ਮੈਂ ਕੁਝ ਕਰਨ ਦਾ ਯਤਨ ਕਰਾਂ, ਮੇਰੇ ਕੋਲ ਕੀ ਸਮਤਾ ਜੀ ਮੈਂ ਕੁਝ ਕਰ ਸਕਾਂ। ਮੇਰੇ ਕੋਲ ਕੋਈ ਤਾਕਤ ਨਹੀਂ। ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇ ਕਰ ਸਕੀਏ। ਆਪਣਾ ਕੀਤਾ ਕਿਛੁ ਨਾ ਹੋਵੇ, ਕੀ ਮੈਂ ਕਰ ਸਕਣਾ ਜੀ। ਆਪਣਾ ਕੀਤਾ ਕਿਛੁ ਨਾ ਹੋਵੇ, ਜਿਉ ਹਰ ਭਾਵੈ ਤਿਉ ਰੱਖੀਐ। ਮੇਰੇ ਘਰ ਜੀਓ ਸਭ ਕੋ ਤੇਰਾ ਵਸ। ਮਹਾਰਾਜ ਕਹਿੰਦੇ ਨੇ ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੇਂ ਬਖਸ਼। ਤੂੰ ਕਰਤਾ ਕਰਨਾ ਮੈਂ ਨਹੀਂ, ਮੈਂ ਕੁਛ ਵੀ ਨਹੀਂ, ਤੂੰ ਹੀ ਕਰਤਾ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈ। ਜਾਂ ਹਾਂ ਕਰੀ ਨਾ ਹੋਈ, ਜੇ ਮੈਂ ਕੁਝ ਕਰਨ ਦਾ ਯਤਨ ਕਰਾਂ ਮੈਂ ਕੀ ਕਰ ਸਕਣਾ? ਕੁਛ ਵੀ ਨਹੀਂ ਕਰ ਸਕਦਾ। ਨਾ ਹਮ ਕੀਆ ਨਾ ਕਰਾਂਗੇ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਧਰਮੀ ਵਿੱਚ ਤੇ ਰਾਜਨੀਤਿਕ ਵਿੱਚ ਥੋੜਾ ਜਿਹਾ ਫਰਕ ਜੇ, ਥੋੜਾ ਜਿਹਾ, ਵੈਸੇ ਤੇ ਜ਼ਿਆਦਾ ਹੈ। ਰਾਜਨੀਤਿਕ ਕਹਿੰਦਾ ਕੰਮ ਕੋਈ ਕਰੇ ਪਰ ਫੱਟਾ ਮੇਰੇ ਹੀ ਲਾਇਓ, ਨਾਮ ਮੇਰੇ ਹੀ ਚੱਲੇ। ਡੈਮ ਬੰਨਿਆ ਮੈਂ ਬਣਾਇਆ, ਹੜ ਆਇਆ ਰੱਬ ਨੇ ਲਿਆਂਦਾ। ਇਸ ਤਰ੍ਹਾਂ ਹੀ ਹੈ ਨਾ ਜੀ। ਜਿੰਨੇ ਚੰਗੇ ਕੰਮ ਉਹ ਮੈਂ ਕੀਤੇ, ਜਿੰਨੇ ਮਾੜੇ ਕੰਮ ਕੀਤੇ ਰੱਬ ਨੇ ਕੀਤੇ। ਨਹੀਂ ਨਹੀਂ, ਬੰਦਗੀ ਕਰਨ ਵਾਲਾ ਕਹਿੰਦਾ ਹੈ ਕਿ ਨਹੀਂ ਮੈਂ ਕੁਛ ਨਹੀਂ ਕੀਤਾ। ਦੋ ਬਚਨ ਸਾਹਮਣੇ ਰੱਖੋ। ਇੱਕ ਪਾਸੇ ਗੁਰਦੇਵ ਕਹਿੰਦੇ ਨੇ ਹਮ ਕੀਆ ਹਮ ਕਰਾਂਗੇ, ਅਸੀਂ ਕੀਤਾ ਅਸੀਂ ਕਰਾਂਗੇ। ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਦਾਅਵੇ ਕਰਨ ਵਾਲਾ ਮੂਰਖ ਤੇ ਗਵਾਰ ਹੈ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ। ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਬਾਬਾ ਜੀ ਤੇ ਕਰਨ ਵਾਲੇ ਨੂੰ ਚੇਤੇ ਕਰਨ, ਤੂੰ ਕਰਤਾ ਕਰਨਾ ਮੈਂ ਨਹੀਂ। ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਤੇ ਕਬੀਰ ਸਾਹਿਬ ਨੂੰ ਪੁੱਛੋ, ਕਹਿੰਦੇ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸ਼ਰੀਰ, ਕਿਆ ਜਾਨੂ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਕੀਤਾ ਤੂੰ, ਮਸ਼ਹੂਰੀ ਮੇਰੀ ਹੋ ਗਈ। ਬਸ ਇਹੀ ਫਰਕ ਹੈ ਜੀ। ਤੂੰ ਸਭ ਕੁਝ ਕਰਨ ਵਾਲਾ, ਮੇਰੇ ਕੋਲ ਕੁਛ ਨਹੀਂ। ਬਾਬਾ ਨਾਮਦੇਵ ਜੀ ਨੇ ਕਿਹਾ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮੇਰਾ ਮੁਝ में किछ नहीं, जो किछ है सो तेरा, तेरा तुझको सौंपते क्या लागे मेरा। तू सब चीज का करता है, तू करन वाला है, मैं की कर सकना है। मेरे कोल कोई समर्था नहीं।
महाराज बख्शिश कर रहे ने, तू करता करना मैं नाही, जा हों करी ना कोई। मेरे तो कुछ नहीं हो सकता, बस मेरा ख्याल यही कहना शुरू कर दी, मेरे को कुछ नहीं हो सकता, ये भी गल बन जाए। खुंदा भी कुछ नहीं तो दावा भी कोई नहीं बंदा छड्डदा। महाराज कहते मैं कुछ नहीं करन जोगा। अगले बचन, बलिहारी मैं कुर्बान जावां, वारने जावां तेरे तो, कुदरत वसिया। कुदरत का अर्थ शक्ति भी है जी, कुदरत का अर्थ कायनात भी है, कुदरत का अर्थ माया भी है गुरु ग्रंथ साहिब च, ते कुदरत का अर्थ सृष्टि भी है। ये सारा जिवें कुदरत कवन कहा विचार शक्ति, कुदरत कवन हमारी, इत्थे कुदरत का अर्थ है कायनात सृष्टि आ दृष्टमान जो असी देख रहे हैं। बलिहारी कुदरत वसिया, परमात्मा मैं बलिहार जाना तेरे तो, तू आ जर्रे जर्रे विच समाया होया। सिख नहीं जे मैनूं बख्श दिया इस चीज़ नूं समझदा, जे इनू किते कुदरत वसिया दी समझ पै जांदी ते शायद गुरु नाल जुड़े रुखां नूं कदी धरती तो पट के बाहर ना सकदा। इनू कोमलता दी बख्श दिया जे नहीं समझ नहीं पई। उस जर्रे जर्रे विचों समाया होया। बलिहारी कुदरत वसिया तेरा अंत ना जाई, लखिया तेरा अंत नहीं पाया जा सकदा। तू थां थां ते केड़ी थां जिथे तू नहीं रविया। बाबा जी ने ये बाणी च बचन भी किए, कहन लगे कि जल थल मैयल पूरिया वसिया ना, पूरे परिपूर्ण है। जल थल मैयल पूरिया स्वामी सिरजनहार, अनक भांत होए पसरिया नानक एक अंकार। जमी तुही, जमा तुही, मकी तुही, मका तुही, अपू तुही, अपै तुही, अछू तुही, अक्षय तुही, जतस तुही, ब्रतस तुही, गतस तुही, मतस तुही। कुर्बान जाना पत्तियां विच तेरियां आवाज़ां ने। थोड़ा जिहा इहनूं ध्यान नाल मेरी बेनती ने सुनियो। सच्ची गल कि जिस नूं अंदरों अनुभव हो गया, बाहर दी समझ भी उहनूं पैणी। बंदा उल्टे पासे चलदा पिया जे, ये बाहरों समझ लिया कि अंदर नूं टिकाना चाहता है। बाहर तो इंजैक्शन लगते ने, अंदरों धर्म निकलता हुंदा है। बाहरों सिख ने अपना टीका भरिया, उन्हें ला देना इस तरह बन जी। हिंदू ने अपना इंजैक्शन भरिया, मुसलमान ने अपना भरिया। इनू थोड़ा जिहा खुले दिल नाल सुनियो। पर जदों कोई बंदा अंदरों जींदा है, अंदरों जदों धर्म पुंगरदा है, अंदर दा सुख दसदा है बाहर सुख है, अंदर दी झलक दसदी बाहर भी कुछ वापर रहा है। मैनूं याद है राबिया ने जिहदा जिक्र करने ना मुसलमाना च कई रीबिया कहते हैं, असल च राबिया अरबी विच वैसे 1 2 3 4 किने 4 अरबी विच राबिया। राबिया दा अर्थ हुंदा चौथा, 4। वो अपने मापियां दी चौथी संतान सी, बड़ी बड़ी पहुंची हुई दरवेश हुई राबिया। उन्हों ओहदे एक सतसंगी नेड़े रहने वाला हसन सी ओहदा नाम। उन्हें आवाज़ दी, सूरज निकलिया बड़े कमाल दा सर्दी दे दिन। वो चौंपड़ी च बैठी, उन्हें बाहर आवाज़ दी, बाहरों आके हसन अम्मा। हसन ने अम्मा बाहर निकल, पुछदी की? कहंदा देख अज वर्गा सूरज कदी नहीं देखा, इन्ना सोहना। वो कहन लगी छड्ड बाहर नूं, आ झोंपड़ी च अंदर आ जा। अंदर इहो जिहा निकलिया, बाहर वाला भी मध्यम पै गया। गुरु नानक साहब कहते हैं मैं कुर्बान जाना तेरे चो, तू कुदरत दे जर्रे जर्रे विच समाया है। आ स्पेस खाली नहीं, वो परम शक्ति तो ये भी समाई। कोई चीज़ ऐसी नहीं, जीवन में, जल में, थल में, रूपन में, सब भूपन में, सारिया थावां ते समाया। जल थल मैयल पूरिया रविया विच बना। सतगुरु कहते मैं कुर्बान तेरे तो जाना, तू सारी कायनात विच आप समाया होया है। सगल बनस्पत मैं बसंतर, सगल दूध में किया, ऊंच नीच में जोत समानी, घट घट माधो जिया। बलिहारी कुदरत वसिया, जैसे एक आग ते कनोका कोट आग उठे, न्यारे न्यारे होए के फिर आग में मिलाएंगे। जिमें एक अग दे भांबड़ विचों समझाने लई महाराज कहते हैं किवें वो रमिया है। कहते हैं अग दा भांबड़ बलदा, निक्कियां निक्कियां चिंगाड़ियां निकलियां, हर चिंगाड़ी विच अग समाई हुई है, भावें वो जिते मर्जी उत्ते चली जाए, हर चिंगारी विच अग समाई है।
हर पानी दे बूंद दे कतरे विच समुंदर समाया है, हर मिट्टी दे जर्रे विच पहाड़ समाया है। इस धरती दा जर्रा जर्रा जिधर भी झाती मारो इहदे विच बनाने वाला करतार समाया है। गुरु नानक साहब जी दी जोत दशमेश पिता कि जैसे एक आग ते कनोका कोट आग उठे न्यारे न्यारे कोई कह फिर आग में मिलाएंगे, जैसे एक तूर ते अनेक तूर पूरता है तूर के कनूका सबे तूर ही समाएंगे, जैसे एक नद ते तरंग कोट उपजता है पान के सरंग तब पान ही कहाएंगे, तैसे विश्व रूप ते अपूत पूत प्रगट हुए। जड़ चेतन जो भी पैदा हुआ ताही तय उपजता है सब ताही मैं समाएंगे। बलिहारी कुदरत वस्या तेरा अंत न जाई, लखिया तू सारियां थावां ते आप समाया है, तेरा अंत नहीं पाया जा सकता। कौन जम्मया तेरा आने वाला रहाओ। अगे बचन जात मैं नहीं, हाए नू सियारी लगी मैं विच मैं भी बाणी च आया मैं भी आया। इत्थे है जात मैं जोत, जोत मैं जाता। जात दा अर्थ आ किस्मा भी किया है जी कईयां ने। जात दा अर्थ वजूद किया है दृष्टमान। जात मैं जोत किवें बलिहारी कुदरत वस्या। जात मैं जोत चाहे वह वजूद पत्थर दा उहदे विच भी तेरी जोत है, चाहे वह मर्द इस्तरी कोई जामा एक बच्चा उहदे विच तेरा वजूद तेरी जोत है, वह पशु है पंछी है उहदे विच तेरी जोत है। इनू इं कह सकने हाँ जात मैं जोत हर वजूद विच तेरी अपनी जोत है, वह किसी रूह विच भी होवे तेरे तो बिना ते। इत्थों तक गुरमुखो आपां तां चलो बंदा बोले कहने भी मूर्ख बोल रहा है, गुरु ग्रंथ साहिब दे बोल ने कि जदों पंछी चहकदा बाबा जी कहने वैगुरू बोलता है, जदों पानी च किते मच्छी दा नाद निकलदा है ओहदी आवाज़ आउंदी बाबा जी कहने रब बोलदा है। जदों किते चार पाए जानवर दौड़ते ने आवाज़ां देंदे ने गुरु कहंदा नहीं रब रब आवाज़ां दे रहे। जो बोलता है मृग मीन पंखेरू सो बिन हर जाप तखै नहीं होर। हर वजूद विच ओहदी जोत है। सब में जोत जोत है सोए तिस दा चानण, सब में चानण होए। जात में जोत फिर बेनती करांगा हर वजूद विच ओहदी जोत है। अव्वल अल्लाह नूर उपाया कुदरत के सब बंदे एक नूर ते सब जग उपजया। कौन भले कौन मंदे। जमीन जमान के बिका समस्त एक जोत है। ना घाट है ना बाढ़ है ना घाट बाढ़ होत है। जात में महाराज जी ने कहा जात में जोत, जोत में जाता। भावें दे अर्थ गुरमुख कुछ विद्वानां ने किया जात विचों जोत ते जोत राही समझ पैंदी है इस दृष्टमान दी। महाराज कह रहे ने हर वजूद विच तेरी जोत है। जोत में जाता, जाता दा अर्थ कर लिए जानिया कि परमात्मा जेड़ा आत्मक स्वरूप नू जोत नू समझेगा ओनू समझ पाएगी सारियां थावां तेरी तेरी जोत है। जेड़ा चम नाल जुड़िया ओनू ब्रह्म दी समझ कोई नहीं पाएगी। फिर बेनती सुने जोत नाल जुड़ के जो मेरे च जोत है दूजे च तां ही पता लगेगी जे मैं अपने अंदर देखांगा। मैं एक बार एक अर्ज की सी कबीर साहब के 3 श्लोक कट्ठे ने। नीचे लोयन कर रहूं ले साजन कटमा है सब रस खेलू पीसो किसो लिखावू ना है। कहते अखां बंद कीतियां अंदर सज्जन आ गया घर च किसी नू क्यों दिखाना। चुप करके बैठे अपने आप च। अगला बचन है 8 जाम 64 घरी तो निरखत रह जियो नीचे लोयन क्यों करूं सब घट देखूं पियो। फिर बेनती सुनियो अपने अंदर पियो आया ते दूजे दे जियो विच पियो दिसिया। साचे विच दे अपने अंदर पत्थर बनया पिया उन्होंने हर बंदे तो जिथों दिसदा पिया। हर जात विच ओहदी जोत है। जोत नाल समझ पैंदी है जाता जांदा वो ज्योति स्वरूप किवें है। फिर बेनती सुनो जात में जोत, जोत में जाता। जोत नाल जुड़ के उस वजूद नाल
ਇਸੇ ਕਰਕੇ ਗੁਰੂ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਪਛਾਣਨ ਤੋਂ ਬਿਨਾ ਜਾਤਾ ਨਹੀਂ ਜਾ ਸਕਦਾ। ਸਾਹਿਬ ਬਖਸ਼ਿਸ਼ ਕਰ ਰਹੇ ਨੇ, ਜਾਤ ਮੈਂ ਜੋਤ, ਜੋਤ ਮੈਂ ਜਾਤਾ। ਬਖਸ਼ਿਸ਼ ਕੀਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ। ਤੇ ਨਾਲ ਕਹਿੰਦੇ ਨੇ ਅਕਲ ਕਲਾ ਭਰਪੂਰ ਰਹਿਆ। ਇਹਦਾ ਪਾਠ ਰਿਹਾ ਨਹੀਂ ਕਰਨਾ। ਸਾਰੇ ਗੁਰੂ ਗ੍ਰੰਥ ਸਾਹਿਬ ਚ ਰਿਹਾ ਨਹੀਂ ਕਿਤੇ ਆਇਆ। ਰਾਰੇ ਨੂੰ ਸਿਹਾਰੀ, ਐੜੇ ਨੂੰ ਕੰਨਾ ਕਿਤੇ ਨਹੀਂ ਆਇਆ। ਰਿਹਾ ਨਹੀਂ ਸ਼ਬਦ ਆਇਆ। ਇੱਥੇ ਸਤਿਗੁਰੂ ਨੇ ਲਫ਼ਜ਼ ਵਰਤਿਆ ਹੈ ਕਿ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਹੁਣ ਫਿਰ ਇੱਥੇ ਬੇਨਤੀ, ਇੱਕ ਲਫ਼ਜ਼ ਅਕਲ, ਅਕਲ ਵੀ ਨਹੀਂ ਪਾਠ ਕਰਨਾ ਜੀ, ਪੋਲਾ ਜਿਹਾ ਬੋਲਣਾ। ਕਲਾ ਦੋ ਲਫ਼ਜ਼ ਨੇ। ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਕੀਤੇ ਨੇ, ਜਿਹਦੇ ਟੁਕੜੇ ਨਾ ਹੋ ਸਕਣ, ਟੋਟੇ ਨਾ ਹੋ ਸਕਣ। ਅਕਲ ਕਲਾ ਜਿਹਦੇ ਟੁਕੜੇ ਨਹੀਂ ਹੁੰਦੇ, ਇੱਕ ਰਸ ਉਹਨਾਂ ਕੀਤੇ। ਪਰ ਥੋੜਾ ਜਿਹਾ ਨੂੰ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਸ਼੍ਰੀਮਾਨ ਭਾਈ ਵੀਰ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਜਦੋਂ ਦੇ ਅਰਥ ਕੀਤੇ, ਸ਼ਬਦ ਹੈ ਕਲਾ। ਕਲਾ ਦਾ ਅਰਥ ਹੈ ਸ਼ਕਤੀ। ਕਲ ਤੋਂ ਅੱਗੇ ਐੜਾ ਗੇਤਰ ਲਾ ਦਿੱਤਾ। ਅਕਲ ਸ਼ਬਦ ਵੀ ਅਸੀਂ ਪੜ੍ਹਨੇ। ਉਹ ਆਪ ਸ਼ਕਤੀ ਨਾਲ ਨਹੀਂ ਪੈਦਾ ਹੋਇਆ। ਫਿਰ ਬੇਨਤੀ ਸੁਣਿਓ, ਉਹਨੂੰ ਕਿਸੇ ਸ਼ਕਤੀ ਨੇ ਨਹੀਂ ਬਣਾਇਆ, ਉਹਨੂੰ ਕਿਸੇ ਤਾਕਤ ਨੇ ਵਜੂਦ ਵਿੱਚ ਨਹੀਂ ਲਿਆਂਦਾ। ਕਲਾ ਭਰਪੂਰ ਰਿਹਾ, ਪਰ ਹਰ ਜਿਹੜੀ ਚੀਜ਼ ਥਾਂ ਹੈ ਉਹਦੇ ਵਿੱਚ ਉਹਦੀ ਸ਼ਕਤੀ ਕੰਮ ਕਰ ਰਹੀ ਹੈ। ਫਿਰ ਬੇਨਤੀ ਸੁਣਿਓ, ਆਪ ਸ਼ਕਤੀ ਤੋਂ ਉਹਨੂੰ ਕਿਸੇ ਨੇ ਪੈਦਾ ਹੀ ਨਹੀਂ ਕੀਤਾ। ਕੌਣ ਜੰਮਿਆ ਜੀ? ਸਹਿਬ ਅੰਗ। ਉਹ ਸ਼ਕਤੀ ਤੋਂ ਵੀ ਹੋਣਾ ਹੈ। ਸ਼ਕਤੀ ਤੋਂ ਵੀ ਹੋਣਾ ਦਾ ਅਰਥ ਇਹ ਨਹੀਂ ਕਿ ਉਹਦੇ ਕੋਲ ਸ਼ਕਤੀ ਨਹੀਂ। ਅਕਲ ਕਲਾ ਭਰਪੂਰ ਰਿਹਾ, ਆਪ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਪਰ ਉਹਨੇ ਆਪਣੀ ਸ਼ਕਤੀ ਨੂੰ ਹਰ ਥਾਂ ਤੇ ਸਮਾਇਆ ਹੋਇਆ ਹੈ। ਉਹ ਸਹਿਬ ਅੰਗ ਹੈ, ਅਨਭਉ ਪ੍ਰਕਾਸ਼ ਹੈ। ਉਹਨੂੰ ਕਿਸੇ ਸ਼ਕਤੀ ਦੀ ਲੋੜ ਨਹੀਂ। ਉਹਨੂੰ ਕਿੰਨੇ ਪੈਦਾ ਕਰਨਾ ਹੈ ਜੀ? ਪਿਛਲੇ ਦਿਨ ਇੱਕ ਮੈਂ ਅਰਜ਼ ਕੀਤੀ ਸੀ ਕਿ ਰੱਬ ਦਾ ਕਦੀ ਆਦ ਨਹੀਂ ਕਹਿਣਾ। ਆਦ ਸੱਚ ਦਾ ਅਰਥ ਇਹ ਥੋੜਾ ਵੀ ਰੱਬ ਆਦ ਤੋਂ ਸੱਚਾ ਹੈ। ਜਿਹਦਾ ਆਦ ਬਣਾਓਗੇ ਉਹਦਾ ਅੰਤ ਬਣਾਉਣਾ ਪਏਗਾ। ਆਦ ਸੱਚ ਦਾ ਅਰਥ ਹੈ ਜਦੋਂ ਕੁਛ ਵੀ ਨਹੀਂ ਸੀ ਬਣਿਆ, ਉਸ ਤੋਂ ਪਹਿਲਾਂ ਵੀ ਉਹ ਸੱਚ ਹੈ। ਆਦ ਪੂਰਨ ਮੱਧ ਪੂਰਨ ਦੇ ਅਰਥ ਸ੍ਰਿਸ਼ਟੀ ਦੇ ਮੁੱਢ ਤੋਂ ਵੀ ਪਹਿਲਾਂ ਵੀ ਉਹ ਸੱਚ। ਹੁਣ ਉਹਨੂੰ ਕਿਸੇ ਸ਼ਕਤੀ ਦੀ ਲੋੜ ਨਹੀਂ। ਮੇਰੀ ਫਿਰ ਬੇਨਤੀ ਸੁਣਿਓ। ਮੰਨ ਲਓ ਇੱਕ ਤਸਵੀਰ ਅਸੀਂ ਬਣਾਉਂਦੇ ਹਾਂ। ਤਸਵੀਰ ਲਈ ਲੋੜ ਹੈ ਕਾਗਜ਼ ਦੀ, ਪੈਨਸਲ ਦੀ, ਰੰਗਾਂ ਦੀ, ਚਿੱਤਰਕਾਰ ਦੀ। ਪਰ ਉਹ ਤਸਵੀਰ ਬਣਨ ਤੋਂ ਬਾਅਦ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ। ਉਹਨੂੰ ਕਿਸੇ ਸ਼ਕਤੀ ਨੇ ਉਭਾਰਿਆ ਹੈ। ਚਾਹੇ ਰੰਗ ਲਾਏ, ਜੋ ਮਰਜ਼ੀ ਲਾਇਆ, ਪਰ ਮੈਂ ਬੇਨਤੀ ਕਰਾਂਗਾ ਤਸਵੀਰ ਕਿਸੇ ਸ਼ਕਤੀ ਨੇ ਉਭਾਰੀ ਹੈ। ਪਰ ਜਿਹੜਾ ਤਸਵੀਰ ਬਣਾਉਣ ਵਾਲਾ ਚਤੇਰਾ ਹੈ, ਚਿੱਤਰਕਾਰ ਹੈ, ਉਹਨੂੰ ਕਿਸੇ ਸ਼ਕਤੀ ਨੇ ਨਹੀਂ ਉਭਾਰਿਆ। ਬੇਨਤੀ ਇਹ ਵੇ, ਹਰ ਤਸਵੀਰ ਰੱਬ ਦੀ ਬਣਾਈ ਹੈ, ਪਰ ਰੱਬ ਨੂੰ ਬਣਾਉਣ ਵਾਲੀ ਕੋਈ ਵੀ ਸ਼ਕਤੀ ਨਹੀਂ। ਇਹਦੇ ਅਰਥ ਸਿੱਧੇ ਇਹ ਨੇ। ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਐ ਅਵਚੇਰਾ, ਤਜ ਚਿੱਤਰ ਹੈ ਚਿਤ ਰਾਖ ਚਤੇਰਾ। ਪਿਆਰਿਓ, ਹਰ ਥਾਂ ਤੇ ਉਹਦੀ ਸ਼ਕਤੀ ਏ, ਪਰ ਉਹਨੂੰ ਕਿਸੇ ਸ਼ਕਤੀ ਦੀ ਲੋੜ ਨਹੀਂ। ਦੇ ਅਰਥ ਸਿੱਧੇ ਇਹ ਨੇ ਕਿ ਰੱਬ ਨੇ ਸਭ ਨੂੰ ਪੈਦਾ ਕੀਤਾ, ਪਰ ਉਹਨੂੰ ਕਿਸੇ ਪਦੈਸ਼ ਵਾਲੀ ਸ਼ਕਤੀ ਨੇ ਪੈਦਾ ਨਹੀਂ ਕੀਤਾ। ਉਹ ਕਲਾ ਰਹਿਤ, ਬਨਾਵਟ ਰਹਿਤ ਕਹਿ ਲਾ, ਸਿੱਧੇ ਜਿਹੇ ਸ਼ਬਦ। ਪਰ ਹਰ ਥਾਂ ਤੇ ਉਹਦੀ ਸ਼ਕਤੀ ਹੈ। ਗੁਰੂ ਨਾਨਕ ਸਾਹਿਬ ਦਾ ਬੜਾ ਬੋਲ ਗਹਿਰਾ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਾ। ਹਰ ਵਜੂਦ ਵਿੱਚ ਤੇਰੀ ਜੋਤ। ਜੋਤ ਨਾਲ ਜੁੜਨ ਤੋਂ ਬਿਨਾ ਤੈਨੂੰ ਨਹੀਂ ਜਾਣਿਆ ਜਾ ਸਕਦਾ। ਤੈਨੂੰ ਕਿਸੇ ਸ਼ਕਤੀ ਦੀ ਲੋੜ ਨਹੀਂ, ਪਰ ਤੇਰੀ ਸ਼ਕਤੀ ਸਾਰਿਆਂ ਥਾਵਾਂ ਤੇ ਕੰਮ ਕਰਦੀ ਪਈ ਹੈ। ਤੈਨੂੰ ਕਿਸੇ ਤਾਕਤ ਦੀ ਲੋੜ ਨਹੀਂ। ਸੱਚ ਇਹ ਵੇ, ਉਹ ਇਕੱਲਾ ਵੀ ਪੂਰਾ ਹੈ, ਉਹ ਵਿਸਤਾਰ ਕਰਕੇ ਵੀ ਪੂਰਾ ਹੈ। ਅਕਲ ਕਲਾ ਭਰਪੂਰ ਰਿਹਾ। ਅੱਗੇ ਫਿਰ ਸਤਿਗੁਰੂ ਕਹਿੰਦੇ ਨੇ, ਤੂੰ ਸੱਚਾ ਸਾਹਿਬ। ਪਾਠ ਸਾਹਿਬ ਨਹੀਂ, ਪਾਠ ਸੱਸੇ ਨੂੰ ਕੰਨਾ, ਖਾਹੇ ਨੂੰ ਸਿਹਾਰੀ ਜ਼ਰੂਰ ਬੋਲਣਾ ਚਾਹੀਦਾ। ਸਾਹਿਬ, ਸਾਹਿਬ ਦਾ ਅਰਥ ਹੈ ਮਾਲਕ। ਬਾਕੀ ਸਭ ਮਾਲਕ ਝੂਠੇ ਜੇ। ਸੱਚਾ ਸਾਹਿਬ ਕੇਵਲ ਇੱਕ ਪਰਮਾਤਮਾ ਹੈ। ਮਾਲਕ ਅਸੀਂ ਵੀ ਕਹਿੰਦੇ ਹਾਂ ਨਾ,
ਸਾਹਿਬ ਦਾ ਅਰਥ ਮਾਲਕ। ਇੱਕ ਘਰ ਦਾ ਮਾਲਕ ਮੈਂ ਆ। ਅੱਜ ਮੇਰੇ ਕਾਗਜ਼ ਬੋਲ ਕੇ ਕਹਿੰਦੇ ਨੇ ਮੈਂ ਆਪਣੇ ਘਰ ਦਾ ਮਾਲਕ ਹਾਂ, ਕੱਲ ਨੂੰ ਕਾਗਜ਼ ਕਹੇਗਾ ਝੂਠਾ ਸੀ, ਮੈਂ ਚਲਾ ਜਾਵਾਂਗਾ, ਮੇਰਾ ਬੱਚਾ ਉਸ ਘਰ ਦਾ ਮਾਲਕ ਬਣੇਗਾ, ਪਰ ਉਹ ਵੀ ਸੱਚਾ ਸਾਹਿਬ ਨਹੀਂ ਬਣੇਗਾ। ਕੱਲ ਨੂੰ ਉਹਦੀ ਥਾਂ ਅਗਲਾ ਕੋਈ ਆ ਜਾਏਗਾ। ਜਿੰਨੇ ਦੁਨੀਆ ਵਿੱਚ ਅੱਜ ਤੱਕ ਕਿਸੇ ਚੀਜ਼ ਦੇ ਮਾਲਕ ਨੇ, ਕੋਈ ਸੱਚਾ ਮਾਲਕ ਨਹੀਂ, ਸਭ ਝੂਠੇ ਮਾਲਕ ਨੇ। ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ, ਜਾਂ ਅਸੀਂ ਪੜ੍ਹਦੇ ਹਾਂ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ। ਇਸੇ ਕਰਕੇ ਗੁਰੂ ਸਾਹਿਬ ਦੀ ਬਾਣੀ 'ਚ ਨਾ ਸਾਹਿਬ ਲਫ਼ਜ਼ ਦੇ ਨਾਲ ਸੱਚਾ ਲਫ਼ਜ਼ ਸਤਿਗੁਰੂ ਨੇ ਬੜੀ ਵਾਰੀ ਵਰਤੇ। ਹਜ਼ੂਰ ਨੇ ਜਿਵੇਂ ਸ਼ਬਦ ਅਸੀਂ ਪੜ੍ਹਦੇ ਹਾਂ, ਸਾਚਾ ਸਾਹਿਬ ਸਾਚ ਨਾਏ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਇਹ ਵੀ ਲਫ਼ਜ਼ ਪੜ੍ਹਨੇ। ਬਾਕੀ ਹਰ ਮਾਲਕ ਝੂਠਾ ਜੇ, ਝੂਠੇ ਕਾਗਜ਼ ਇਕੱਠੇ ਕਰਾ ਬੈਠਾ ਸੰਸਾਰ, ਕੰਪਿਊਟਰ ਰਜਿਸਟਰੀਆਂ ਪਾਈਆਂ ਨੇ, ਆ ਸਭ ਕੁਝ ਇਕੱਠਾ ਕਰੀ ਬੈਠਾ। ਜੇ ਰੂਹਾਨੀਅਤ ਪੱਖੋਂ ਦੇਖੋ ਹਰ ਚੀਜ਼ ਝੂਠੀ ਜੇ। ਬੰਦੇ ਨੇ ਖਿੱਚੀਆਂ ਨੇ ਲਕੀਰਾਂ, ਆ ਮੇਰਾ ਘਰ ਆ ਤੇਰਾ ਘਰ। ਹੁਣ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਕਾਗਜ਼ਾਂ ਦੀ ਹੇਰਾਫੇਰੀ ਨਹੀਂ ਹੋ ਸਕਦੀ, ਕੰਪਿਊਟਰ 'ਚ ਸਭ ਕੁਝ ਪਾ ਦਿੱਤਾ, ਪਾ ਦਿਓ, ਫਿਰ ਮਾਲਕ ਸੱਚਾ ਬਣ ਜਾਊਗਾ। ਕੰਪਿਊਟਰ ਦੇ ਅੱਖਰ ਵੀ ਕੱਲ ਨੂੰ ਬਦਲ ਜਾਣਗੇ ਜਦੋਂ ਤੂੰ ਮਰੇਗਾ। ਹਰ ਮਾਲਕ ਝੂਠਾ ਹੈ। ਮੇਰਾ ਗੁਰੂ ਨਾਨਕ ਸਾਹਿਬ ਸਾਡੀ ਸੁਰਤ ਚੁੱਕ ਕੇ ਕਹਿੰਦਾ, ਉਹ ਭਲੇ ਸਿੱਖਾ, ਆ ਮੈਂ ਤੈਨੂੰ ਉਹਦੇ ਨਾਲ ਜੋੜਨਾ ਚਾਹੁੰਦਾ ਜਿਹੜਾ ਮਾਲਕ ਕਦੀ ਬਿਨਸਦਾ ਨਹੀਂ। ਸਤਿਗੁਰੂ ਨੇ ਸ਼ਬਦ ਵਰਤੇ, ਤੂੰ ਸੱਚਾ ਸਾਹਿਬ, ਤੂੰ ਸੱਚਾ ਹੈ ਮਾਲਕ। ਸਿਫਤ ਸਵਾਲਿਓ, ਸਿਫਤ ਦਾ ਅਰਥ ਸਮਝ ਗਿਆ ਵਡਿਆਈ ਜੀ। ਇੱਕ ਲਫ਼ਜ਼ ਆਲਿਆ, ਪੜ੍ਹਨੇ ਹਿੰਦੀ ਜੀ, ਇੱਥੇ ਲਫ਼ਜ਼ ਹੈ ਸਵਾਲਿਓ। ਆਲਿਆ ਦਾ ਅਰਥ ਹੈ ਘਰ, ਸਵਾਲਿਓ ਦਾ ਅਰਥ ਜੇ ਕਰਾਂਗੇ ਤੇ ਸਾਨੂੰ ਸੋਹਣਾ ਲਫ਼ਜ਼ ਹੀ ਕਰਨੇ ਪੈਣਗੇ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਹੇ ਮੇਰੇ ਵਾਹਿਗੁਰੂ ਤੂੰ ਸੱਚਾ ਹੈ ਤੇ ਤੇਰੀ ਸਿਫਤ ਵੀ ਅੱਤ ਦੀ ਸੋਹਣੀ ਹੈ। ਇਹਨੂੰ ਥੋੜਾ ਸੁਣਿਓ, ਜੇ ਝੂਠੇ ਬੰਦੇ ਦੀ ਸਿਫਤ ਕਰੋਗੇ ਤੇ ਕੱਲ ਨੂੰ ਫਸਾਂਗੇ, ਕਿਉਂਕਿ ਬੰਦਾ ਮਰ ਜਾਣਾ, ਉਹਦੀਆਂ ਸਿਫਤਾਂ ਵੀ ਮਰ ਜਾਣੀਆਂ ਨੇ। ਉਹ ਆਪ ਸੱਚਾ, ਉਹਦੀ ਸਿਫਤ ਅੱਤ ਦੀ ਸੋਹਣੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਅਗਲੀ ਗੱਲ ਤੈਨੂੰ ਹੋਰ ਕਹਿ ਦਿਆਂ, ਜਿਨ ਕੀਤੀ ਸੋ ਪਾਰ ਪਿਆ। ਜਿਨਨੇ ਉਹਦੀਆਂ ਸੋਹਣੀਆਂ ਸਿਫਤਾਂ ਕੀਤੀਆਂ ਉਹ ਭਵ ਸਾਗਰ ਤੋਂ ਪਾਰ ਹੋ ਗਿਆ। ਹੁਣ ਇਸ ਤੁਕ ਨੂੰ ਕਿਤੇ ਸਵਾਦ ਲੈ ਕੇ ਪੜ੍ਹੀਏ। ਤੂੰ ਮੇਰੇ ਮਾਲਕ ਸੱਚਾ ਹੈ, ਤੂੰ ਝੂਠਾ ਨਹੀਂ। ਹਾਂ, ਬੰਦੇ ਦੀ ਸਿਫਤ ਚੱਲਦੀ ਕੁਝ ਕੁ ਦਿਨ। ਦੇਖੋ ਆ ਜਿਹੜਾ ਸਿਸਟਮ ਹੈ ਨਾ ਦੁਨੀਆ ਦਾ, ਕਿਸੇ ਵੀ ਸੰਸਥਾ ਦਾ ਜੀ, ਇਹਨੂੰ ਕਦੀ ਵੀ ਨਿੱਜੀ ਤੌਰ ਤੇ ਨਾ ਆਪਣੇ। ਮੰਨ ਲਓ ਅੱਜ ਇਸ ਤੁਹਾਡੇ ਪ੍ਰਦੇਸ਼ ਦਾ ਕੌਣ ਮੁੱਖ ਮੰਤਰੀ ਕੋਈ ਹੈ, ਇਸ ਦੇਸ਼ ਦਾ ਕੋਈ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਕਿਸੇ ਮੁਲਕ ਦਾ, ਉਹਦੀ ਚੱਲਦੀ ਹੈ ਨਾ। ਉਹ ਜਿੱਥੋਂ ਲੰਘਦਾ ਲੋਕ ਸਲੂਟ ਮਾਰਦੇ ਆ। ਉਹ ਇੱਕ ਲਫ਼ਜ਼ ਕਹਿ, ਵੱਡੇ ਤੋਂ ਵੱਡਾ ਰੁਤਬੇ ਵਾਲਾ ਆਦਮੀ ਉਹਦੇ ਸਾਹਮਣੇ ਝੁਕਦਾ ਹੈ। 5 ਸਾਲ ਬਾਅਦ ਉਹਦੇ ਕੋਲ ਜਾਓ ਜੀ, ਆ ਮੇਰਾ ਕੰਮ ਕਰਾ ਦਿਓ, ਉਹ ਕਹਿੰਦਾ ਨਹੀਂ ਨਹੀਂ ਮੈਂ ਉਸ ਰੁਤਬੇ ਤੇ ਰਿਹਾ ਤਾਂ ਫਿਰ ਮੇਰੀ ਚੱਲਦੀ ਕੋਈ ਨਹੀਂ। ਹੁਣ ਇਸ ਤਰ੍ਹਾਂ ਹੀ ਹੈ ਨਾ ਜੀ, ਮੇਰੀ ਹੁਣ ਚੱਲਦੀ ਕੋਈ ਨਹੀਂ। ਕਿਉਂ? ਕੱਲ ਤੱਕ ਤੇਰੀ ਚੱਲਦੀ ਸੀ, ਨਹੀਂ ਇਸ ਦ੍ਰਿਸ਼ਟਮਾਨ ਵਿੱਚ ਚੱਲਦੀ, ਉਹਨੇ ਖਤਮ ਹੋਣਾ ਹੈ। ਮੇਰਾ ਗੁਰੂ ਕਹਿੰਦਾ ਮੇਰੇ ਰੱਬ ਦੀ ਪਹਿਲਾਂ ਵੀ ਚੱਲਦੀ ਸੀ, ਅੱਜ ਵੀ ਚੱਲਦੀ ਏ। ਜਿੰਨੀ ਦੇਰ ਤੱਕ ਦੁਨੀਆ ਰਹੇਗੀ ਉਹਦਾ ਨਾਮ ਲਏਗਾ, ਕਦੀ ਕੋਈ ਕਹਿ ਨਹੀਂ ਸਕਣਾ ਰੱਬ ਪੁਰਾਣਾ ਹੋ ਗਿਆ, ਬਦਲ ਗਿਆ, ਨਵੇਂ ਦੀ ਗੱਲ ਕਰੋ। ਨਹੀਂ ਨਹੀਂ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿੰਨੇ ਤੇਰੀ ਸਿਫਤ ਕੀਤੀ ਉਹਦਾ ਪਾਰ ਉਤਾਰਾ ਹੋ ਗਿਆ, ਕਿਉਂਕਿ ਤੇਰੀ ਸਿਫਤ ਝੂਠੀ ਹੈ ਹੀ ਨਹੀਂ, ਤੇਰੀ ਵਡਿਆਈ ਸੱਚੀ ਹੈ। ਜਦੋਂ ਇਹ ਪਿੱਛੇ ਸ਼ਲੋਕ ਆਏ ਸਨ ਨਾ, ਵਡਿਆਈ ਸਿਫਤ, ਤੇ ਮੈਂ ਇੱਕ ਬੇਨਤੀ ਕੀਤੀ ਸੀ ਉਸ ਦਿਨ, ਇਹ ਜੇ ਟੀਵੀ ਤੇ ਕਥਾ ਰਿਪੀਟ ਹੋਵੇ ਮੈਨੂੰ ਸਰੋਤੇ ਦਰਸ਼ਕ ਜ਼ਰੂਰ ਬਖਸ਼ ਦੇਣ। ਸਿਫਤ ਕੀ ਕਰਦੀ? ਮੰਨ ਲਓ ਅਸੀਂ ਸ਼ਬਦ ਕਹਿੰਦੇ ਹਾਂ ਵਾਹਿਗੁਰੂ, ਭਾਈ ਸਾਹਿਬ ਕੀਰਤਨ ਕੀਤਾ, ਇਹ ਵੀ ਸਿਫਤ ਹੈ ਨਾ। ਤੇ ਇਸ ਪਤਾ ਨਹੀਂ ਕਦੀ ਕਦੀ ਸਾਡੇ ਨਾ ਸਿੱਖਾਂ 'ਚ ਕੁਝ ਸਾਲਾਂ ਬਾਅਦ ਸ਼ੁਰੂ ਹੋ ਜਾਂਦਾ ਹੈ, ਇਕੱਲਾ ਵਾਹਿਗੁਰੂ ਜਪੋ, ਬਾਣੀ ਦਾ ਕੋਈ ਨਹੀਂ ਜੇ ਫਾਇਦਾ। ਇੱਕ ਕਹਿੰਦਾ ਨਿਤਨੇਮ ਕਰ ਲਓ, ਵਾਹਿਗੁਰੂ ਸ਼ਬਦ ਦਾ ਕੋਈ ਨਹੀਂ ਜੇ ਫਾਇਦਾ। ਦੂਜਾ ਕਹਿੰਦਾ ਕੀਰਤਨ ਸੁਣ ਲਓ, ਐਵੇਂ ਬਾੜੀ ਪੜੀ ਜਾਂਦੇ ਹੋ, ਨਿਤਨੇਮ ਕਿਉਂ ਕਰੀ ਜਾਂਦੇ ਹੋ? ਪਤਾ ਨਹੀਂ, ਮੈਨੂੰ ਕਈ ਵਾਰੀ ਸਮਝ ਨਹੀਂ ਪੈਂਦੀ, ਇਹ ਨਾ ਭਟਕ ਗਿਆ ਸੀ। ਪਰ ਮੈਂ ਤਾਂ ਕਹਿੰਦਾ 3 ਚੀਜ਼ਾਂ ਕਦੀ ਭੁੱਲੋ ਨਾ, ਨਾਮ, ਬਾਣੀ, ਨਾਮ। ਬਾਣੀ ਕੀਰਤਨ 'ਚ ਵੀ ਆਏਗੀ, ਵਿਚਾਰ 'ਚ ਵੀ ਆਏਗੀ। ਉਹਦੀ ਸਿਫਤ ਕਿਸੇ ਰੂਪ ਵਿੱਚ ਵੀ ਕਰੋਗੇ ਝੂਠੀ ਨਹੀਂ ਪਏਗੀ।
ਮੰਨ ਲਓ ਅੱਜ ਦਾ ਨੌਜਵਾਨ ਕਹਿੰਦਾ ਵਾਹਿਗੁਰੂ ਸ਼ਬਦ ਕਹਿ ਕੇ ਕੀ ਹੋ ਜਾਏਗਾ। ਭਾਈ ਸਾਹਿਬ ਸਵੇਰੇ ਜਦੋਂ ਪੜ੍ਹ ਰਹੇ ਸਨ, ਵਾਹਿਗੁਰੂ ਗੁਰੂ ਮੰਤਰ ਹੈ, ਬੜੀ ਬੜੀ ਪਿਆਰੀ ਸੋਹਣਾ ਇਹਨਾਂ ਨੇ ਟੇਕ ਲਈ। ਉਹ ਵਾਹਿਗੁਰੂ ਗੁਰੂ ਮੰਤਰ ਹੈ, ਸਿਫਤ ਕਰੋਗੇ। ਸਾਨੂੰ ਅੱਜ ਨਹੀਂ ਦਿਸ ਰਿਹਾ, ਪਰ ਇਹ ਸਿਫਤ ਅਦ੍ਰਿਸ਼ਟ ਤੁਹਾਡੀ ਮੇਰੀ ਬੋਡੀ 'ਚ ਕੰਮ ਕਰੀ ਜਾਏਗੀ। ਕਿਵੇਂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਮਹਾਰਾਜ ਜੀ ਨੇ ਬੜਾ ਸੋਹਣਾ ਉੱਤਰ ਦਿੱਤਾ। ਜਿਵੇਂ ਅੱਜ ਕਹਿ ਰਹੇ ਨੇ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੇਰੀ ਸਿਫਤ ਸੋਹਣੀ ਹੈ। ਤੇਰੀ ਸਿਫਤ ਕਰਨ ਵਾਲਾ ਕਦੀ ਵੀ ਅਪਮਾਨਿਤ ਨਹੀਂ ਹੋਇਆ। ਸੰਸਾਰ ਅਪਮਾਨਿਤ ਕਰਦਾ, ਤੇਰੇ ਘਰ 'ਚ ਕਦੀ ਅਪਮਾਨਿਤ ਹੋਇਆ? ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮਿਟ ਨਾ। ਗੁਰੂ ਨਾਨਕ ਸਾਹਿਬ ਜੀ ਸਿਫਤ ਕਰਕੇ ਕੀ ਬਣੇਗਾ? ਸਤਿਗੁਰੂ ਨੇ ਪ੍ਰਮਾਣ ਤਾਂ ਦਿੱਤੇ ਨੇ ਬਹੁਤ, ਮੈਂ ਸਿਰਫ 4 ਬੇਨਤੀਆਂ ਕਰਨੀਆਂ ਨੇ। ਆ ਕਾਂਸੀ ਦਾ ਬਰਤਨ, ਕਾਂਸੀ ਦਾ ਭਾਂਡਾ ਟੁੱਟ ਜਾਏ, ਲੋਹੇ ਦੀ ਚੀਜ਼ ਕੋਈ ਬਰਤਨ ਟੁੱਟ ਜਾਏ, ਸੋਨਾ ਹੱਥ 'ਚ ਪਾਇਆ ਟੁੱਟ ਜਾਏ, ਆਪਾਂ ਕੀ ਕਰਨੇ ਆ? ਘਰੋਂ ਬਾਹਰ ਤੇ ਨਹੀਂ ਛੱਡਦੇ ਨਾ। ਕਹਿੰਦੇ ਆ ਭਾਂਡਾ ਟੁੱਟ ਗਿਆ, ਠਠਿਆਰ ਕੋਲ ਲੈ ਜਾਓ। ਉਹ ਕਹਿੰਦਾ ਇਹ ਟੁੱਟਾ ਹੋਇਆ ਠੀਕ ਹੋ ਜਾਏਗਾ, ਪਰ ਅੱਗ ਚਾਹੀਦੀ ਹੈ। ਕਾਂਸੀ ਦਾ ਬਰਤਨ ਟੁੱਟੇ ਤੇ ਅੱਗ ਗੰਢ ਦੇਗੀ, ਸੋਨਾ ਟੁੱਟੇ ਤੇ ਅੱਗ ਗੰਢ ਦੇਗੀ, ਪਿੱਤਲ ਟੁੱਟੇ, ਲੋਹਾ ਟੁੱਟੇ, ਅੱਗ ਟੁੱਟੇ ਨੂੰ ਗੰਢ ਦੇਗੀ। ਸਾਚੇ ਵੇ ਜਿਹੜਾ ਬੰਦਾ ਰੱਬ ਦੇ ਦਰ ਤੋਂ ਕਰੋੜਾਂ ਜਨਮਾਂ ਦਾ ਟੁੱਟ ਜਾਏ, ਉਹ ਸਿਫਤ ਕਰਨੀ ਸ਼ੁਰੂ ਕਰਦਾ ਹੈ, ਸਿਫਤ ਟੁੱਟੇ ਹੋਏ ਨੂੰ ਗੰਢ ਦੇਗੀ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਇਹਦੇ ਵਿੱਚ ਹੀ ਬਚਨ ਹੁੰਦਾ, ਗੋਰੀ ਸੇਤੀ ਟੁੱਟੈ ਪਤਾਰ। ਪਤਨੀ ਤੋਂ ਪਤੀ ਟੁੱਟ ਜਾਏ ਤੇ ਸੰਤਾਨ ਪੁੱਤਰ ਉਹਨਾਂ ਟੁੱਟਿਆਂ ਮਾਪਿਆਂ ਨੂੰ ਵੀ ਜੋੜ ਦਿੰਦੇ ਨੇ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਇਹਦੇ ਅਖੀਰ 'ਚ ਇਹ ਬਚਨ, ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਜਿਹੜਾ ਸਿਫਤ ਕਰੇਗਾ ਉਹਦੀ ਗੰਢ ਪੈਂਦੀ ਹੈ ਰੱਬ ਦੇ ਘਰ ਵਿੱਚ। ਪਿਆਰਿਓ, ਵਾਹਿਗੁਰੂ ਸ਼ਬਦ ਇੱਕ ਵਾਰੀ ਵੀ ਕਹਿ ਦਿਓ ਤਾਂ ਵੀ ਗੰਢ ਪੈ ਜਾਣੀ। ਯਾਦ ਤਾਂ ਕੀਤਾ ਨਾ, ਮਹਿਬੂਬ ਦੀ ਯਾਦ ਤਾਂ ਆਈ। ਸਾਹਿਬ ਜੀ ਕਹਿੰਦੇ ਨੇ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ। ਜਿਨ ਸ਼ਬਦ ਬੜਾ ਕਮਾਲ ਦਾ ਬਾਣੀ 'ਚ, ਜਿਨ, ਜਿੰਨਾ, ਜਿੰਨੀ। ਸਤਿਗੁਰੂ ਦੀਵਾਰ ਤੋੜ ਦਿੱਤੀ, ਮਤਾਂ ਤੂੰ ਦਾਵਾ ਕਰੀ ਜਾਂ ਮੈਂ ਜਪਿਆ। ਜਿਹਨੂੰ ਮੰਦਰ 'ਚ ਨਹੀਂ ਵੜਨ ਦਿੰਦੇ, ਬਾਹਰ ਬਹਿ ਕੇ ਜਪ ਗਿਆ, ਉਹ ਵੀ ਪਾਰ ਪਿਆ। ਹੋ ਸਕਦਾ ਹੈ ਕਿ ਜਿਹੜਾ ਬੰਦਾ ਧਰਮ ਦੇ ਖੇਤਰ ਵਿਚਰਦਾ ਨਹੀਂ, ਉਹਨੇ ਸਿਫਤ ਕੀਤੀ, ਉਹ ਵੀ ਪਾਰ ਪਿਆ। ਜਿਨ ਕੀਤੀ, ਜਿੰਨੇ ਜਿੰਨੇ ਵੀ ਜਪਿਆ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹਰ ਗੁਰਪੂਰਾ ਆਰਾਧਿਆ, ਦਰਗਾਹ ਸੱਚ ਖਰੇ। ਜਿਨੀ ਨਾਮ ਧਿਆਇਆ, ਜਿਨ ਕੀਤੀ ਸੋ ਪਾਰ ਪਿਆ। ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਖੋਰ। ਗੁਰੂ ਅੰਗਦ ਸਾਹਿਬ ਜੀ, ਹੋਰ ਕੀਤੀ ਛੁੱਟੀ ਨਾਲ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਮਹਾਰਾਜ ਅਖੀਰ ਤੇ ਕਹਿੰਦੇ ਨੇ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਆਪਾਂ ਵਿੱਚ ਕਿਉਂ ਦਖਲ ਦੇਈ ਜਾਂਦੇ? ਕਰਤੇ ਦੀਆਂ ਗੱਲਾਂ ਨੇ, ਆਪਣੀਆਂ ਗੱਲਾਂ ਉਹ ਜਾਣੇ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਉਹਦੀਆਂ ਗੱਲਾਂ ਨੇ, ਤੂੰ ਵਿੱਚ ਦਖਲ ਦੇਈ ਜਾਂਦੇ। ਜਿਵੇਂ ਉਹਨੂੰ ਪਾਉਂਦਾ ਉਹ ਕਰਦਾ ਪਿਆ, ਅਸੀਂ ਕੌਣ ਜੰਮਿਆ ਉਹਦੇ ਕੀਤੇ ਵਿੱਚ ਕੋਈ ਦਖਲ ਦੇ ਸਕੇ?